ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸ਼ੋਅ ਸਟ੍ਰੀਟ ਟਾਕ ਸਿੱਧੀ ਗੱਲਬਾਤ ਦੇ ਵਿੱਚ। ਸਿੱਧੀ ਗੱਲ ਹੋਵੇਗੀ ਸਰਕਾਰਾਂ ਦੇ ਬਾਰੇ। ਸਰਕਾਰਾਂ ਕੀ ਨੀਤੀਆਂ ਬਣਾ ਰਹੀਆਂ ਨੇ, ਕੀ ਨੀਤੀਆਂ ਤੇ ਕੰਮ ਹੋ ਰਿਹਾ ਹੈ, ਕਿਉਂਕਿ ਜੋ ਨੀਤੀਆਂ ਬਣਦੀਆਂ ਨੇ ਸਰਕਾਰਾਂ ਦੇ ਵੱਲੋਂ ਉਹਨਾਂ ਦਾ ਸਿੱਧਾ ਸੰਬੰਧ ਸਾਡੇ ਨਾਲ ਹੈ ਤੇ ਉਹਨਾਂ ਦਾ ਅਸਰ ਵੀ ਸਾਡੇ ਉੱਤੇ ਹੀ ਹੈ। ਸੋ ਮੌਜੂਦਾ ਸਰਕਾਰਾਂ, ਚਾਹੇ ਉਹ ਕੈਨੇਡਾ ਦੇ ਵਿੱਚ ਹੈ, ਚਾਹੇ ਉਹ ਇੰਡੀਆ ਦੇ ਵਿੱਚ ਹੈ ਜਾਂ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਸਰਕਾਰ ਹੈ, ਲੋਕਾਂ ਦੇ ਲਈ ਕੰਮ ਕਰ ਰਹੀ ਹੈ, ਲੋਕਾਂ ਦੇ ਲਈ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਤੇ ਲੋਕਾਂ ਦੀ ਭਲਾਈ ਦੇ ਲਈ ਕੰਮ ਹੋ ਰਹੇ ਨੇ। ਸੋ ਸਿੱਧੀ ਗੱਲਬਾਤ ਦੇ ਵਿੱਚ ਅੱਜ ਮੇਰੇ ਨਾਲ ਜੋ ਸਟੂਡੀਓ ਦੇ ਵਿੱਚ ਸਿੱਧੀ ਗੱਲ ਕਰਨ ਲਈ ਪਹੁੰਚੇ ਹੋਏ ਨੇ, ਜਿਨ੍ਹਾਂ ਦੀ ਸਿੱਧੀ ਨਜ਼ਰ ਰਾਜਨੀਤੀ ਤੇ ਹੁੰਦੀ ਹੈ, ਬਰੀਕੀਆਂ ਨੂੰ ਜਾਣਦੇ ਨੇ ਤੇ ਸਾਡੇ ਲਈ ਵੀ ਇਨਫੋਰਮੇਸ਼ਨ ਇਕੱਠੀ ਕਰਕੇ ਲੈ ਕੇ ਆਉਂਦੇ ਨੇ ਕਿ ਸਰਕਾਰਾਂ ਕੀ ਕੁਝ ਕਰ ਰਹੀਆਂ ਨੇ। ਸੋ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਫਿਰ ਉਹਨਾਂ ਦੇ ਨਾਲ ਗੱਲਬਾਤ ਜਾਰੀ ਰੱਖਦੇ ਹਾਂ। ਮੇਰੇ ਨਾਲ ਨੇ ਹਰਪ੍ਰੀਤ ਸਿੰਘ ਧਾਲੀਵਾਲ। ਸੋ ਹਰਪ੍ਰੀਤ ਜੀ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਅਸ਼ਦੀਪ ਜੀ। ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਿ ਤੁਸੀਂ ਟਾਈਮ ਟੂ ਟਾਈਮ ਕਰਕੇ ਆਉਂਦੇ ਹੋ ਤੇ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹੋ ਕਿ ਸਰਕਾਰਾਂ ਕੀ ਕਰ ਰਹੀਆਂ ਨੇ। ਹੁਣ ਮੈਂ ਸਟਾਰਟਿੰਗ ਦੇ ਵਿੱਚ ਵੀ ਸਰਕਾਰਾਂ ਦੀ ਗੱਲਬਾਤ ਕੀਤੀ, ਸਿੱਧੀ ਗੱਲਬਾਤ ਕਿ ਸਾਨੂੰ ਜਿਹੜੀ ਆ ਵੱਲ ਵਿੰਗ ਪਾ ਕੇ ਗੱਲ ਨਹੀਂ ਕਰਨੀ ਆਉਂਦੀ। ਅਸੀਂ ਸਿੱਧੀ ਗੱਲ ਕਰਦੇ ਹਾਂ ਕਿ ਕੀ ਕੁਝ ਹੋ ਰਿਹਾ ਦੁਨੀਆ ਦੇ ਵਿੱਚ, ਸਰਕਾਰ ਕੀ ਕਰ ਰਹੀ ਹੈ। ਹੁਣ ਚਾਹੇ ਉਹ ਕੈਨੇਡਾ ਦੇ ਵਿੱਚ ਹੋਵੇ, ਚਾਹੇ ਉਹ ਇੰਡੀਆ ਦੇ ਵਿੱਚ ਹੈ ਤੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਹੈ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੈ, ਅਸੀਂ ਚਾਹੁੰਦੇ ਹਾਂ ਕਿ ਸਰਕਾਰਾਂ ਉਹ ਕੰਮ ਕਰਨ ਜਿਹੜਾ ਲੋਕਾਂ ਦੇ ਹਿੱਤ ਵਿੱਚ ਹੋ, ਲੋਕਾਂ ਦੇ ਜੋ ਦੇਸ਼ ਵਾਸੀ ਹੈਗੇ ਆ ਉਹ ਖੁਸ਼ ਰਹਿਣ, ਜੋ ਵੀ ਹੋ ਰਿਹਾ ਹੈ ਉਹਨਾਂ ਦੇ ਹਿੱਤ ਵਿੱਚ ਹੋਵੇ। ਹੁਣ ਅਸੀਂ ਜੇ ਸਭ ਤੋਂ ਪਹਿਲਾਂ ਹੀ ਗੱਲ ਇੰਡੀਆ ਦੀ ਛੇੜ ਲੈਂਦੇ ਹਾਂ ਤਾਂ ਇੰਡੀਆ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈਗਾ ਆ, ਪਹਿਲਾਂ ਵੀ ਹੁੰਦਾ ਆਇਆ ਹੈਗਾ ਆ। ਸੋ ਉਹਦੇ ਵਿੱਚ ਹੁਣ ਲੋਕਡਾਊਨ ਜਿਹੜਾ ਹੈ, ਕਰੋਨਾ ਵਾਇਰਸ ਚੱਲ ਰਿਹਾ ਹੈਗਾ ਆ, ਉਸਨੇ ਰਾਜਨੀਤੀਆਂ ਨੂੰ ਵੀ ਡਿਫਰੈਂਟ ਤਰ੍ਹਾਂ ਦਾ ਕਰ ਦਿੱਤਾ ਹੈਗਾ ਆ, ਨੇਤਾਵਾਂ ਦੀ ਸੋਚ ਨੂੰ ਡਿਫਰੈਂਟ ਕਰ ਦਿੱਤਾ ਹੈਗਾ ਆ ਤੇ ਰਾਜਨੀਤੀਆਂ ਹਜੇ ਵੀ ਚੱਲ ਰਹੀਆਂ ਤੇ ਇੰਡੀਆ ਦੇ ਵਿੱਚ ਲੋਕਡਾਊਨ 2 ਹਫ਼ਤੇ ਦੇ ਲਈ ਹੋਰ ਵਧਾ ਦਿੱਤਾ ਗਿਆ ਹੈਗਾ। ਕੀ ਸਥਿਤੀ ਹੈ ਮੌਜੂਦਾ ਤੁਹਾਡੇ ਅਕੋਰਡਿੰਗ? ਦੇਖੋ ਅਰਸ਼ੀ, ਜਿਹੜਾ ਖਾਸ ਤੌਰ 'ਤੇ ਕਰੋਨਾ ਨੇ ਜਿਹੜੀ ਇੱਕ ਦੁਨੀਆ ਦੇ ਵਿੱਚ ਤਬਦੀਲੀ ਲਿਆਂਦੀ ਹੈ, ਉਸ ਦੇ ਵਿੱਚੋਂ 213 ਮੁਲਕਾਂ 'ਚੋਂ 209 ਮੁਲਕ ਦੇ ਕਰੀਬ ਪ੍ਰਭਾਵਿਤ ਨੇ ਔਰ ਉਹ 'ਚੋਂ ਕੋਈ ਵੀ ਮੁਲਕ ਮੇਰੇ ਖਿਆਲ ਨਾਲ ਅਛੂਤਾ ਤਾਂ ਰਿਹਾ ਹੀ ਨਹੀਂ। ਹੁਣ ਸਾਰੇ ਦੇ ਸਾਰੇ ਹਰ ਨਿਊਜ਼ 'ਚ ਕਿਸੇ ਨੂੰ ਇਕੋਨਮੀ ਦਾ, ਕਿਸੇ ਨੂੰ ਨਿੱਜੀ ਰੂਪ 'ਚ ਸੋਸ਼ਲ ਡਿਸਟੈਂਸਿੰਗ, ਸਾਰੀ ਤਾਂ ਬੱਚੇ ਦੇ ਮੂੰਹ 'ਤੇ ਕਰੋਨਾ ਦੀ ਖਬਰ ਹੁੰਦੀ ਹੈ ਜਦੋਂ ਵੀ ਆਪਾਂ ਗੱਲ ਕਰਦੇ ਹਾਂ। ਹੁਣ ਦੁਨੀਆ ਦੀ ਜਦੋਂ ਗੱਲ ਕਰਦੇ ਆਪਾਂ ਭਾਰਤ ਦੀ ਗੱਲ ਕਰਦੇ ਹਾਂ, ਜਿਵੇਂ ਤੁਸੀਂ ਹੁਣ ਪੁੱਛਿਆ ਕਿ ਉਸ ਕਰੋਨਾ ਨੂੰ ਕੀ ਅਸੀਂ ਪੂਰਨ ਰੂਪ ਵਿੱਚ ਕੰਟਰੋਲ ਕਰਨ ਵਿੱਚ ਕਾਮਯਾਬ ਹੋ ਗਏ ਹਾਂ, ਕੀ ਸਾਡੀਆਂ ਪਾਲਿਸੀਜ਼ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹਦੇ ਨਾਲ ਅਸੀਂ ਇਸ 'ਤੇ ਕੰਟਰੋਲ ਕਰ ਲਾਂਗੇ, ਜਾਂ ਫਿਰ ਜਿੱਡੀ ਆਬਾਦੀ 135-40 ਕਰੋੜ ਸਾਡੇ ਦੇਸ਼ ਦੀ ਆਬਾਦੀ ਹੈ, ਭਾਵੇਂ ਅਜੇ 130 ਕਹੀ ਜਾਂਦੇ ਨੇ, ਪਰ ਜੇ ਹੁਣ ਆਪਾਂ ਕਰ ਲਈਏ ਇਹਨਾਂ ਦੇ ਨਾਲ ਤਾਂ 135-40 ਕਰੋੜ 'ਤੇ ਸਾਡੇ ਅਸੀਂ ਹੈਗੇ ਹਾਂ। ਕੀ ਉਹਨਾਂ ਵਾਸਤੇ ਪਾਲਿਸੀਜ਼ ਮੌਜੂਦਾ ਸਰਕਾਰਾਂ ਜਿਹੜੀਆਂ ਲੋਕਾਂ ਨੇ ਵੋਟਾਂ ਪਾ ਕੇ ਸਬਕਾ ਸਾਥ ਔਰ ਸਬਕਾ ਵਿਕਾਸ ਦੇ ਨਾਅਰਿਆਂ 'ਤੇ ਚੁਣੀਆਂ ਹੋਈਆਂ ਨੇ, ਕੀ ਉਹ ਪੂਰਨ ਰੂਪ ਵਿੱਚ ਕੰਮ ਕਰ ਰਹੀਆਂ ਨੇ? ਹੁਣ ਉੱਥੇ ਜਿਹੜਾ ਸਭ ਤੋਂ ਵੱਡਾ ਤਰਾਸ਼ਦੀ ਇਸ ਗੱਲ ਦੀ ਹੈ ਕਿ ਸਰਕਾਰਾਂ ਤੋਂ ਵੱਡਾ ਬੰਦਾ, ਉੱਥੇ ਬੰਦੇ ਦੀ ਪੂਜਾ ਹੁੰਦੀ ਹੈ। ਜੇਕਰ ਹਿਸਟਰੀ ਕੱਢ ਕੇ ਦੇਖ ਲਈਏ, ਉੱਥੇ ਕਿਸੇ ਪਾਰਟੀ ਦੀ ਆਈਡੀਓਲੋਜੀ ਕੋਈ ਨਹੀਂ ਚੱਲਦੀ। ਉੱਥੇ ਜਿਹੜਾ ਸਭ ਤੋਂ ਤਾਕਤਵਰ ਬਣ ਜਾਂਦਾ ਉਹ ਇੱਕ ਡਿਕਟੇਟਰ ਦੇ ਰੂਪ 'ਚ ਚੱਲਦਾ, ਉਸ ਦੇ ਖਿਲਾਫ ਕਿਸੇ ਦੇ ਬੋਲਣ ਦੀ ਹਿੰਮਤ ਨਹੀਂ ਹੁੰਦੀ। ਇਸ ਵੇਲੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ RSS ਦਾ ਬੰਦਾ। RSS ਇੱਕ ਬੜਾ ਵੱਡਾ ਸੰਗਠਨ ਹੈ। RSS ਦੀ ਸੋਚ ਦੇਸ਼ ਦੇ ਵਿੱਚ ਇੱਕ ਹਿੰਦੂ ਆਈਡੀਓਲੋਜੀ ਨੂੰ ਲੈ ਕੇ ਆਉਣਾ, ਹਿੰਦੂਆਂ ਨੂੰ ਇਕੱਠੇ ਕਰਨਾ, ਬਾਕੀਆਂ ਨੂੰ ਕਥਿਤ ਰੂਪ ਵਿੱਚ ਪਾੜਨ ਦੀਆਂ ਗੱਲਾਂ ਆਮ ਤੌਰ 'ਤੇ ਚਰਚਾ 'ਚ ਰਹਿੰਦੀਆਂ ਨੇ। ਔਰ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਫਿਰ ਇਹ ਸਾਰੀ ਦੀ ਸਾਰੀ ਝਲਕ ਇਸ ਮੌਜੂਦਾ ਦੌਰ ਦੇ ਵਿੱਚ, ਜਦੋਂ ਪੈਂਡੈਮਿਕ ਦਾ ਦੌਰ ਹੈ, ਲੋਕ ਮਰ ਰਹੇ ਆ, ਦੁਨੀਆ ਭਰ ਦੇ ਮੁਲਕ ਆਪੋ ਆਪਣੇ ਲੋਕਾਂ ਨੂੰ, ਆਪੋ ਆਪਣੇ ਸਿਟੀਜ਼ਨ ਨੂੰ, ਆਪਣੇ ਵਸਿੰਦਿਆਂ ਨੂੰ ਬਚਾਉਣ ਵਾਸਤੇ ਹਰ ਹੀਲਾ ਵਸੀਲਾ ਕਰ ਰਹੇ ਨੇ। ਪਰ ਦੂਜੇ ਪਾਸੇ ਅਰਸ਼ਜੀ, ਜੇਕਰ ਆਪਾਂ ਇੰਡੀਆ 'ਚ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਸ ਤਰੀਕੇ ਨਾਲ ਬਾਕੀ ਸਾਰੀਆਂ ਤਾਕਤਾਂ ਮੰਨਫੀ ਨਜ਼ਰ ਆਉਂਦੀਆਂ ਨੇ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ PMO ਆਫਿਸ ਹੈ, ਉਹ ਐਜ਼ ਏ ਫੋਰਨ ਮਿਨਿਸਟਰ ਦੇ ਤੌਰ 'ਤੇ ਵੀ ਵਿਚਰ ਰਿਹਾ ਹੈ, ਐਜ਼ ਏ ਡਿਫੈਂਸ ਮਿਨਿਸਟਰ ਦੇ ਤੌਰ 'ਤੇ ਵੀ ਵਿਚਰ ਰਿਹਾ ਹੈ, ਐਜ਼ ਏ ਮੈਡੀਕਲ, ਜੋ ਵੀ ਸਾਰੀਆਂ ਚੀਜ਼ਾਂ ਨੇ ਉਹ ਐਂ ਲੱਗਦਾ ਕਿ ਡਿਕਟੇਟ ਦੇਸ਼ ਦੇ ਪ੍ਰਧਾਨ ਮੰਤਰੀ ਜਾਂ PMO ਆਫਿਸ ਤੋਂ ਹੋ ਕੇ ਆਉਂਦੀਆਂ ਨੇ। ਪਰ ਉਹ ਜਦੋਂ ਅਰਸ਼ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਉਹ ਇਸ਼ਾਰਾ ਲੱਗਦਾ ਕਿ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਇੱਕ ਸਰਕਾਰ ਚਲਾਉਣ ਵਾਸਤੇ ਇੱਕ ਪੂਰਾ ਮੈਕੈਨਿਜ਼ਮ ਨੇ ਕੰਮ ਕਰਨਾ ਹੁੰਦਾ। ਉਹ ਮੈਕੈਨਿਜ਼ਮ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਵਿੱਚ ਫੇਲ ਨਜ਼ਰ ਆਉਂਦਾ। ਇਸੇ ਕਰਕੇ
परसों ਜਾਂ ਕੱਲ 22 ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਸੀ, ਜਿਨ੍ਹਾਂ 'ਚ ਕਾਂਗਰਸ ਵੀ ਸ਼ਾਮਲ ਹੈ, ਜਿਨ੍ਹਾਂ 'ਚ ਤ੍ਰਿਣਮੂਲ ਵੀ ਸ਼ਾਮਲ ਹੈ, ਜਿਨ੍ਹਾਂ 'ਚ ਡੀਐਮਕੇ ਵੀ ਸ਼ਾਮਲ ਹੈ, ਜਿਹਦੇ 'ਚ ਲੈਫਟ ਫਰੰਟ ਦੀਆਂ ਸਾਰੀਆਂ ਪਾਰਟੀਆਂ ਸ਼ਾਮਲ ਨੇ। ਉਹਨਾਂ ਨੇ ਜ਼ੂਮ ਅੱਜ ਕੱਲ੍ਹ ਲੇਟੈਸਟ ਟੈਕਨੋਲੋਜੀ ਦੇ ਵਿੱਚ ਬੈਠ ਕੇ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਔਰ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਵੀ ਸਵਾਲ ਚੱਕਿਆ ਕਿ ਮੌਜੂਦਾ ਸਰਕਾਰ ਜਿਹੜੀ ਇੱਕ ਅਨਪੜ੍ਹਤਾ ਦੇ ਤੌਰ ਤੇ ਕੰਮ ਕਰ ਰਹੀ ਹੈ। ਮੈਂ ਸਮਝਦਾ ਕਿ ਜੇ ਮੈਂ ਇਹ ਤੋਂ ਅਗਲੀ ਗੱਲ ਕਰ ਲਾਂ, ਅਨਪੜ੍ਹ, ਗਵਾਰ ਅਤੇ ਕਿਤੇ ਨਾ ਕਿਤੇ ਖੁੰਖਾਰ ਵੀ ਨਜ਼ਰ ਆਉਂਦੀ ਹੈ। ਉਹ ਕਾਰਨ ਇਹ ਹੈ, ਹੁਣ ਸਾਡੇ ਦੇਸ਼ ਦੇ ਵਿੱਚ ਗਰੀਬੀ ਦੀ ਰੇਖਾ ਤੋਂ ਥੱਲੇ ਕਿੰਨੇ ਨੇ? ਜੇ ਮਜ਼ਦੂਰ ਵਰਗ ਦੀ ਗੱਲ ਕਰਦੇ ਹਾਂ, ਡਾਟਿਆਂ ਦੇ ਮੁਤਾਬਕ 22 ਕਰੋੜ ਮਜ਼ਦੂਰ ਤਾਂ ਜਿਹੜਾ ਜਿਹਦੇ ਕੋਲ ਰਾਸ਼ਨ ਕਾਰਡ ਨੇ ਉਹ ਹੈ। 8 ਕਰੋੜ ਬਾਕੀ ਦਾ ਮਜ਼ਦੂਰ ਨੇ। 31 ਕਰੋੜ ਮਜ਼ਦੂਰ ਸ਼ਫਲ ਹੋ ਰਿਹਾ ਹੈ, ਇੱਕ ਸਟੇਟ ਤੋਂ ਦੂਸਰੀ ਸਟੇਟ 'ਚ ਜਾ ਰਿਹਾ ਹੈ ਜਾਂ ਆਪਣੇ ਕੰਮਾਂ ਕਾਜ ਨੂੰ ਤਬਦੀਲੀ ਕਰ ਰਿਹਾ ਹੈ। ਪਰ ਜਿਸ ਤਰੀਕੇ ਨਾਲ ਸਾਡੀ ਦੇਸ਼ ਦੀ ਸਰਕਾਰ ਨੇ ਫੈਸਲਾ ਲਿਆ, ਜਦੋਂ ਉਹ ਆਪਣਾ ਟੀਵੀ ਤੇ ਆਏ ਤੇ ਸੰਬੋਧਨ ਕਰਤਾ ਵੀ ਹੁਣ ਤੋਂ 3 ਘੰਟੇ ਬਾਅਦ ਲਾਕਡਾਊਨ ਹੈ, ਕੋਈ ਕਿਤੇ ਨਹੀਂ ਜਾਊਗਾ, ਜਿਹੜਾ ਜਿੱਥੇ ਹੈਗਾ ਫਰੀਜ਼ ਹੋ ਜਾਓ, ਉੱਥੇ ਰਹਿ ਜਾਓ। ਕੀ ਸਰਕਾਰ ਦਾ ਫਰਜ਼ ਨਹੀਂ ਕਿ ਜਦੋਂ ਇਸ ਤਰ੍ਹਾਂ ਦਾ ਲਾਕਡਾਊਨ ਦਾ ਤੁਸੀਂ ਕੋਈ ਐਲਾਨ ਕਰਨਾ ਹੈ ਕਿ ਉਹਨਾਂ ਵਾਸਤੇ ਕੋਈ ਸਟ੍ਰੈਟਜੀ ਤੁਹਾਡੇ ਕੋਲ ਹੈਗੀ ਹੈ ਕਿ ਉਹਨਾਂ ਦਾ ਬਚ ਬਚਾਓ ਕਿਵੇਂ ਕਰੋਗੇ? ਔਰ ਤੁਸੀਂ ਦੇਖ ਰਹੇ ਹੋ ਡਾਟੇ ਸਾਹਮਣੇ ਆ ਰਹੇ, ਔਰ ਵੱਡੀ ਗਿਣਤੀ ਦੇ ਵਿੱਚ ਵੱਖੋ ਵੱਖਰੀਆਂ ਸਟੇਟਾਂ ਤੋਂ ਮਹਾਰਾਸ਼ਟਰ ਵਰਗੀ ਸਟੇਟ ਜਿਹੜੀ ਦੇਸ਼ ਦੀ ਇਕੋਨਮੀ ਦਾ ਇੱਕ ਪੂਰਾ ਧੁਰਾ ਮੰਨਿਆ ਜਾਂਦਾ, ਦੇਸ਼ ਦੀ 8% ਦੀ ਜਿਹੜੀ GDP ਹੈ ਜਾਂ ਇਕੋਨਮੀ ਆ, ਉਹ ਮਹਾਰਾਸ਼ਟਰ ਜਾਂ ਬੰਬੇ ਤੋਂ, ਜਿਹਨੂੰ ਮੁੰਬਈ ਅੱਜ ਕੱਲ੍ਹ ਬੋਲਦੇ ਆ, ਉੱਥੋਂ ਆਉਂਦੀ ਹੈ। ਫਿਰ ਉੱਥੋਂ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਮਜ਼ਦੂਰ ਹੈ ਉਹਨੂੰ ਲਿਆਉਣ ਵਾਸਤੇ ਦੇਖੋ, ਹੁਣ ਜਿਵੇਂ ਮੈਂ ਇਕੋਨਮੀ ਦੀ ਗੱਲ ਕਰੀਏ, ਇਨਕਮ ਟੈਕਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸੈਂਟਰ ਨੂੰ ਇਹ ਸਾਰੇ ਜਾਂਦੇ ਆ। 30% ਦੇ ਕਰੀਬ ਮਹਾਰਾਸ਼ਟਰ ਤੋਂ ਜਿਹੜਾ ਇਨਕਮ ਟੈਕਸ ਸਾਡੇ ਦੇਸ਼ ਨੂੰ ਆਉਂਦਾ। ਐਡਾ ਵੱਡਾ ਪੈਸਾ ਦੇਸ਼ ਨੂੰ ਜਾਂਦਾ ਹੋਵੇ, ਫਿਰ ਉਹਨਾਂ ਦੇ ਸਿਟੀਜ਼ਨ ਜਿਹੜਾ ਗਰੀਬ, ਜਿਹੜੇ ਦੇਸ਼ ਨੂੰ ਡਿਵੈਲਪ ਕਰਨ ਵਾਸਤੇ, ਉਹਦੀਆਂ ਨੀਹਾਂ ਮਟਵਾਉਣ ਵਾਸਤੇ, ਉਹ ਮਜ਼ਦੂਰ ਨੂੰ ਸਾਂਭਣ ਵਾਸਤੇ ਨਾ ਕੇਂਦਰ ਸਰਕਾਰ ਦੀ ਪਾਲਿਸੀ, ਨਾ ਹੀ ਆਪਣੇ ਵੀ ਬੇਗਾਨੇ ਹੋ ਗਏ, ਚਾਹੇ ਯੂਪੀ ਦੀ ਗੱਲ ਕਰ ਲਈਏ, ਚਾਹੇ ਬਿਹਾਰ ਦੀ ਗੱਲ ਕਰ ਲਈਏ। ਜਦੋਂ ਉਹ ਵਿਚਾਰੇ ਗਰੀਬ ਮਜ਼ਦੂਰ ਜਿਨ੍ਹਾਂ ਨੂੰ ਇਹ ਕਿਹਾ ਗਿਆ ਸੀ ਕਿ ਸਭ ਕਾ ਸਾਥ ਤੇ ਸਭ ਕਾ ਵਿਕਾਸ, ਉਹ ਵਿਚਾਰੇ ਆਪਣੇ ਮੱਥਿਆਂ ਤੇ ਮਤਲਬ ਹੱਥ ਮਾਰਦੇ ਆਉਂਦੇ ਹੋਣੇ ਵੀ ਸਾਡਾ ਵਿਕਾਸ ਕਿੱਥੇ, ਸਾਨੂੰ ਤਾਂ ਲਿਜਾਣ ਵਾਸਤੇ ਕੋਈ ਪ੍ਰਬੰਧ ਤੱਕ ਨਹੀਂ ਹੈ। ਉਹ ਤੁਰੇ ਆ ਰਹੇ ਨੇ, ਕੋਈ 200 ਕਿਲੋਮੀਟਰ ਤੁਰਦਾ, ਕੋਈ 2000, ਕੋਈ 1500 ਕਿਲੋਮੀਟਰ ਤੁਰ ਰਿਹਾ। ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਕਿ ਸਰਕਾਰ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੀ ਹੈ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਨੇ, ਬਾਕੀ ਦਾ ਸਾਡਾ ਮੀਡੀਆ ਉਹਨੂੰ ਪ੍ਰਚਾਰਨ ਤੇ ਪ੍ਰਸਾਰਨ ਦੀ ਕਸਰ ਕੋਈ ਨਹੀਂ ਛੱਡਦਾ। ਹੁਣ ਜਿੱਡੀ ਤੇਜ਼ੀ ਦੇ ਨਾਲ ਫੈਸਲਾ ਇਹ ਲਿਆ ਗਿਆ ਕਿ ਹਾਂਜੀ ਆਪਾਂ ਨੇ ਲੋਕਡਾਊਨ ਕਰਤਾ ਜੀ, ਫਿਰ ਜਦੋਂ ਲੱਗਿਆ ਵੀ ਇਕੋਨਮੀ ਨੂੰ ਨੁਕਸਾਨ ਹੋਣਾ ਹੈ, ਇਕੋਨਮੀ ਧਵਸਤ ਹੋ ਜਾਣੀ ਹੈ, ਲੇਟੈਸਟ ਡਾਟੇ ਅਰਸ਼ ਡਰਾਉਣ ਵਾਲੇ ਨੇ। ਜਿਹੜੇ ਲੇਟੈਸਟ ਡਾਟੇ ਆ ਉਹਨਾਂ ਦੇ ਮੁਤਾਬਕ ਸਾਡੀ ਇਕੋਨਮੀ ਨੇ ਵਧਣਾ ਤਾਂ ਕੀ ਹੈ, ਜਿਹੜੀ ਇਹ ਕਹਿੰਦੇ ਸੀ ਅਸੀਂ $5 ਟ੍ਰਿਲੀਅਨ ਇਕੱਠੇ ਕਰ ਦੇਣੇ ਆ, ਇਸ ਵੇਲੇ ਦਾ ਜਿਹੜਾ ਡਾਟਾ ਸਾਡੀ -5% ਦੀ ਇਕੋਨਮੀ ਸਾਡੀ ਜਾ ਸਕਦੀ ਹੈ। ਇਸ ਨਾਲ ਸਾਡਾ ਜਿਹੜਾ ਮੀਡੀਓਕਰ ਵਰਗ ਹੈ ਉਹ ਤਾਂ ਤਬਾਹ ਹੋ ਜਾਊਗਾ। ਜਿਹੜੇ ਉੱਪਰ ਧਨਾਸ਼ਾਹ ਬੈਠੇ ਆ, ਜਾਂ ਫਿਰ ਜਿਨ੍ਹਾਂ ਦਾ 68,000 ਕਰੋੜ ਤੇ ਇਹਨਾਂ ਨੇ ਵੱਟੇ ਖਾਤੇ 'ਚ ਪਾਤਾ, ਲਕੀਰਾਂ ਮਾਰਤੀਆਂ, ਉਹ ਤਾਂ ਮੌਜਾਂ ਲੁੱਟ ਕੇ ਜਹਾਜ਼ਾਂ 'ਚ ਬਹਿ ਕੇ ਉੱਡਣ ਖਟੋਲਿਆਂ 'ਚ ਉੱਡ ਗਏ। ਬਾਕੀਆਂ ਦਾ ਕੀ ਬਣੂਗਾ? ਬਾਕੀ ਲੋਕਾਂ ਦਾ ਕੀ? ਹੁਣ ਉਹ ਚੀਜ਼ਾਂ, ਇਸ ਤਰ੍ਹਾਂ ਦੇ ਲਏ ਗਏ ਫੈਸਲੇ ਨੇ, ਜਿਹੜੇ ਬਿਨਾਂ ਸੋਚੇ ਸਮਝੇ ਲਏ ਗਏ ਫੈਸਲੇ ਨੇ, ਉਹ ਮੈਂ ਤੁਹਾਨੂੰ ਗੱਲ ਕਰਦਾ ਹੁੰਦਾ ਕਿ ਬਾਅਦ 'ਚੋਂ ਯਾਦ ਆਇਆ ਕਿ ਤੁਹਾਨੂੰ ਮੂੰਹ 'ਤੇ ਮਾਰ ਲੈਣਾ ਚਾਹੀਦਾ। ਹੁਣ ਜਿਸ ਤਰੀਕੇ ਨਾਲ ਡੀਮੋਨੀਟਾਈਜੇਸ਼ਨ ਦਾ ਫੈਸਲਾ ਲਿਆ, ਜਿਸ ਤਰੀਕੇ ਨਾਲ ਇਹ ਫੈਸਲਾ ਲਿਆ, ਹੁਣ ਪਹਿਲਾਂ ਤਾਂ ਬੰਦ ਕਰ ਦਿਓ, ਹੁਣ ਖੋਲ੍ਹ ਦਿਓ। ਹੁਣ ਬੜੀ ਤੇਜ਼ੀ ਨਾਲ ਲੱਗੇ ਹੋਏ ਨੇ ਕਿ ਆਪਾਂ ਖੋਲ੍ਹ ਦਈਏ, ਉਹਦੇ ਵਿੱਚ ਕੋਈ ਪ੍ਰਬੰਧ ਨਹੀਂ। ਹੁਣ ਭਾਰਤ ਦੇ ਵਿੱਚ ਮੈਂ ਮਜ਼ਦੂਰਾਂ ਦੀ ਤੁਹਾਡੇ ਨਾਲ ਗੱਲ ਕੀਤੀ ਹੈ, ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ 'ਚੋਂ ਲਗਭਗ 1,47,000 ਮਜ਼ਦੂਰ ਜਿਹੜਾ ਚਲਿਆ ਗਿਆ ਸੀ ਵਾਪਸ, ਉਹ ਇੰਡਸਟਰੀ ਖੋਲ੍ਹਣ ਨਾਲ ਵਾਪਸ ਆਉਣਾ ਚਾਹੁੰਦਾ। ਓਨਾ ਹੀ ਮਜ਼ਦੂਰ ਸਾਡਾ ਇੱਥੇ ਬੈਠਾ ਹੈ ਜਿਹੜਾ ਉੱਧਰ ਜਾਣ ਨੂੰ ਬੈਠਾ ਹੈ। ਕੀ ਉਹਨਾਂ ਵਾਸਤੇ ਕੋਈ ਪ੍ਰਬੰਧ ਤੁਹਾਡੇ ਕੋਲ ਹੈਗਾ? ਫਿਰ ਰਾਜਨੀਤੀ ਹੋਣ ਲੱਗੀ। ਕਾਂਗਰਸ ਨੇ ਜਦੋਂ ਇਹ ਕਿਹਾ ਕਿ ਤੁਸੀਂ ਇਹਨਾਂ ਨੂੰ ਪਹੁੰਚਾਓ, ਤਾਂ BJP ਦੇ ਨੇਤਾਵਾਂ ਦਾ ਬਿਆਨ ਆਉਣ ਲੱਗ ਗਿਆ, ਜੇ ਐਡਾ ਦਰਦ ਤੁਹਾਨੂੰ ਹੈਗਾ ਤਾਂ ਤੁਸੀਂ ਇਹਨਾਂ ਨੂੰ ਛੱਡਿਆਓ। ਫਿਰ ਰਾਜਨੀਤੀ ਹੋਈ, ਪ੍ਰਿਅੰਕਾ ਗਾਂਧੀ ਨੇ 900 ਬੱਸ ਇਕੱਠੀ ਕਰਕੇ ਭੇਜਤੀ, ਪਤਾ ਲੱਗਿਆ ਕਿ ਬੱਸਾਂ ਰੋਕ ਲਈਆਂ ਗਈਆਂ। ਫਿਰ ਇਹ ਪਤਾ ਲੱਗਿਆ ਕਿ ਇਹ ਬੱਸਾਂ ਜਿਹੜੀਆਂ ਨੇ ਇਹ ਰਾਜਸਥਾਨ ਤੋਂ ਭੇਜੀਆਂ ਗਈਆਂ ਸੀ। ਫਿਰ ਕਿਉਂਕਿ ਯੂਪੀ ਵਾਲਿਆਂ ਦੀ, ਫਿਰ ਉਹ ਕਹਿੰਦੇ ਪੰਜਾਬੀ 'ਚ ਮੁੱਛ ਡਾਊਨ ਹੁੰਦੀ ਆ, ਫਿਰ ਉਹਨਾਂ ਨੂੰ ਤਕਲੀਫ ਸੀ ਇਸ ਗੱਲ ਦੀ ਵੀ ਜੇਕਰ ਇਹ ਆ ਗਏ ਤਾਂ ਰਾਜਨੀਤੀ 'ਚ ਖੱਟਾ ਨਾ ਖੱਟ ਜਾਣ। ਸੋ ਲਾਸ਼ਾਂ 'ਤੇ ਜਿਹੜੀ ਸਿਆਸਤ ਹੁੰਦੀ ਹੈ ਉਹ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੀਆਂ ਬੱਸਾਂ ਨੂੰ ਰੋਕ ਲਿਆ ਜਾਂਦਾ ਹੈ, ਉਹਨਾਂ ਨੂੰ ਇਹ ਕਿਹਾ ਜਾਂਦਾ ਇਹਨਾਂ ਦੇ ਤਾਂ ਨੰਬਰ ਨਹੀਂ ਮਿਲਦੇ ਜੀ। ਫਿਰ ਜੇ ਕੋਈ ਕਹਿੰਦੇ ਆ ਜੀ ਇਹ ਤਾਂ ਜੀ ਬੜੀ ਧਾਂਦਲੀ ਹੈ ਜੀ। ਸੋ ਕਹਿਣਾ ਮਤਲਬ ਸਾਰੇ ਦਾ ਸਾਰਾ ਜਿਹੜਾ ਇੱਕ ਗਰੀਬ ਵਰਗ ਹੈ ਜਿਹੜਾ ਤੁਰਿਆ ਫਿਰਦਾ ਹੈ,
ਉਹਦਾ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਫਿਕਰ ਹੈ ਤਾਂ ਸਿਰਫ ਤੇ ਸਿਰਫ ਆਪਣੀ ਸਿਆਸਤ ਦਾ, ਵੀ ਆਪਾਂ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਤੋਂ ਫਾਇਦਾ ਲੈਣਾ। ਜੇਕਰ ਕੋਈ ਪੈਸਾ ਦੇਣਾ ਵੀ ਹੈ ਤਾਂ ਸਭ ਤੋਂ ਪਹਿਲਾਂ ਸਿਆਸਤ ਮੁੱਖ ਰੱਖਣੀ ਆ। ਸੋ ਇਹ ਸਾਰੇ ਦਾ ਸਾਰਾ ਜਿਹੜਾ ਨਜ਼ਰੀਆ ਇਸ ਵੇਲੇ ਨਜ਼ਰ ਆ ਰਿਹਾ ਹੈ। ਹੁਣ ਦੇਖੋ, ਇੱਕ ਪਾਸੇ ਸੋਸ਼ਲ ਡਿਸਟੈਂਸਿੰਗ ਦੀ ਗੱਲ ਚੱਲਦੀ ਹੈ, ਇੱਕ ਪਾਸੇ ਤਾਂ ਕਹਿੰਦੇ ਆ ਕਿ ਹਾਂਜੀ ਤੁਸੀਂ ਗੈਪ ਰੱਖ ਕੇ ਚੱਲਣਾ ਜੀ। ਤੁਸੀਂ ਹਜ਼ਾਰਾਂ ਤਸਵੀਰਾਂ ਇਸ ਤਰ੍ਹਾਂ ਦੀਆਂ ਦੇਖੀਆਂ ਨੇ ਜਿੱਥੇ 10-10 15-15 ਹਜ਼ਾਰ ਮਜ਼ਦੂਰ ਇਕੱਠੇ ਬੈਠੇ ਆ, ਤਣੇ ਪਏ ਆ, ਮੁਰਕੀਆਂ ਵਾਂਗੂ ਤਣੇ ਪਏ ਆ। ਔਰ ਦੂਜੇ ਪਾਸੇ ਇਹ ਕਹਿੰਦੇ ਜੇ ਬੱਸ ਦੇ ਵਿੱਚ ਕੋਈ ਬੈਠੂਗਾ, ਜੇ 60 ਸਵਾਰੀਆਂ ਦੀ ਬੱਸ ਹੈ ਤਾਂ ਉਹਦੇ 'ਚ 20 ਬੰਦੇ ਬਿਠਾਵਾਂਗੇ, ਕਿਉਂਕਿ ਸੋਸ਼ਲ ਡਿਸਟੈਂਸ ਬੜਾ ਜ਼ਰੂਰੀ ਆ। ਪਰ ਜਿਹੜੀਆਂ ਲੋਕਲ ਅਸੀਂ ਏਅਰਲਾਈਨਸ ਚਲਾਉਣੀਆਂ ਨੇ ਉਹਨਾਂ ਦੇ ਵਿੱਚ ਪੂਰੇ ਦਾ ਪੂਰਾ ਜਹਾਜ਼ ਭਰ ਕੇ ਜਾਊਗਾ। ਤੁਹਾਡਾ ਕੋਈ ਹਿਸਾਬ ਕਿਤਾਬ ਕੋਈ ਹੈ ਕਿ ਜਹਾਜ਼ 'ਚ ਚੜ੍ਹਨ ਸਾਰ ਕਰੋਨਾ ਬੇਹੋਸ਼ ਹੋ ਕੇ ਲੱਗਿਆ, ਕੀ ਤੁਹਾਨੂੰ ਅਸਰ ਨਹੀਂ ਕਰਦਾ? ਸੋ ਇਹ ਸਾਰੀਆਂ ਜਿਹੜੀਆਂ ਇਸ ਤਰੀਕੇ ਨਾਲ ਜਿਹੜੀਆਂ ਪਾਲਿਸੀਜ਼ ਨੇ, ਪਤਾ ਨਹੀਂ ਕੌਣ ਏਸੀ ਕਮਰਿਆਂ 'ਚ ਬਹਿ ਕੇ ਉੱਥੇ ਪਾਲਿਸੀਜ਼ ਬਣਾਉਂਦੇ ਆ, ਇਹਨਾਂ ਦੇ ਨਾਲ ਆਮ ਲੋਕਾਂ ਦੇ ਪੱਲੇ ਕੁਛ ਨਹੀਂ ਪੈਂਦਾ। ਹਾਂ, ਉਹਨਾਂ ਦੀ ਜੇਕਰ ਇਸ ਪੈਂਡੈਮਿਕ ਦੇ ਦੌਰਾਨ ਸਾਡੇ ਗੁਰਦੁਆਰਾ ਸਾਹਿਬਾਨ ਨਾ ਹੁੰਦੇ, NGOs ਨਾ ਹੁੰਦੀਆਂ, ਤਾਂ ਇਹ ਦੇਸ਼ ਦੇ ਵਿੱਚ ਸੜਕਾਂ 'ਤੇ ਲਾਸ਼ਾਂ ਪਈਆਂ ਹੋਣੀਆਂ ਸੀ। ਸਰਕਾਰ ਦਾ ਕੰਮ ਮੈਂ ਇਸੇ ਕਰਕੇ ਕਿਹਾ, ਸਿਰਫ ਤੇ ਸਿਰਫ ਰੱਬ ਆਸਰੇ ਚੱਲ ਰਿਹਾ। ਗੱਲਾਂ ਬਹੁਤ ਵੱਡੀਆਂ ਵੱਡੀਆਂ ਨੇ, ਗੱਲੀ ਬਾਤੀ ਮੈਂ ਵੱਡੀਆਂ, ਕਰਤੂਤੀ ਵੱਡੀ ਜਠਾਣੀ ਵਾਲੀ ਗੱਲ ਹੈ ਕਿ ਗੱਲਾਂ ਤਾਂ ਸਾਡੀਆਂ ਅਸੀਂ ਵਿਸ਼ਵ ਪਾਵਰ ਬਣਨਾ, ਅਸੀਂ ਵਰਲਡ ਪਾਵਰ ਬਣਨਾ, ਅਸੀਂ ਉਸ ਤਰੀਕੇ ਨਾਲ ਤੁਰ ਕੇ ਦੇਖੀਏ, ਅਤੇ ਤੁਹਾਡਾ ਹਾਲ ਇਸ ਤਰ੍ਹਾਂ ਦੇ ਨੇ। ਤੁਹਾਡਾ ਇੱਕ ਪੈਂਡੈਮਿਕ ਦੇ ਵਿੱਚ ਬਾਕੀ ਦੇ ਮੁਲਕ, ਕੈਨੇਡਾ ਵਰਗੇ ਮੁਲਕ ਨੇ, ਕਿਆ ਬਾਤ ਹੈ ਇਹਨਾਂ ਮੁਲਕਾਂ ਦੀ, ਕਿਸ ਤਰੀਕੇ ਨਾਲ ਉਹ ਸਾਰੇ ਦੇ ਸਾਰੇ ਇੱਕ ਇੱਕ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉੱਥੇ ਆਪਦਿਆਂ ਨੂੰ ਬਚਾਉਣ ਦੀ, ਦੂਜਿਆਂ ਨੂੰ ਮਾਰਨ ਦੀ ਅਤੇ ਕੁਰਸੀ 'ਤੇ ਬੈਠਣ ਦੀ ਅਭਿਯੰਤਾ ਚੱਲ। ਤੁਹਾਡੀ ਗੱਲ ਤੋਂ ਇੱਕ ਗੱਲ ਜਿਹੜੀ ਕਲੀਅਰ ਹੋ ਗਈ ਹੈ ਕਿ ਆਮ ਬੰਦਾ ਜਿਹੜਾ ਜਿਉਂਦਾ ਜਾਗਦਾ ਇਨਸਾਨ ਆ, ਉਹਦੀ ਕੋਈ ਫੁੱਕਰ ਕਹਿ ਸਕਦੇ ਆ ਕੋਈ ਨਹੀਂ। ਪਰ ਜਦੋਂ ਮਰ ਜਾਂਦਾ ਆ ਫਿਰ ਉਹਨੂੰ ਵੇਖਣ ਲਈ ਆ ਜਾਂਦੇ ਨੇ, ਉਹਦੇ ਤੇ ਸਿਆਸਤ ਕਰਨ ਦੇ ਲਈ ਆ ਜਾਂਦੇ ਨੇ। ਫਿਰ ਹੁਣ ਅਸੀਂ ਇਕੋਨਮੀ ਦੀ ਵੀ ਗੱਲ ਕੀਤੀ ਹੈ ਕਿ ਇਕੋਨਮੀ ਕਿਵੇਂ ਸਟਾਰਟ ਹੋ ਰਹੀ ਆ। ਸਾਰੇ ਕਾਲੇ ਪਏ ਹੋਏ ਨੇ ਕਿ ਸਾਡੀ ਇਕੋਨਮੀ ਦੁਬਾਰਾ ਸਟਾਰਟ ਹੋ ਜਾਵੇ। ਹੁਣ ਅਸੀਂ ਅਮਰੀਕਾ ਦੀ ਗੱਲ ਕਰ ਲਈਏ ਤਾਂ ਡੋਨਲਡ ਟਰੰਪ ਨੇ ਤਾਂ ਇਹ ਕਹਿ ਦਿੱਤਾ ਸਪਸ਼ਟ ਸ਼ਬਦਾਂ ਦੇ ਵਿੱਚ ਕਿ ਦੂਜੀ ਵੇਵ ਵੀ ਤੇ ਆਉਂਦੀ ਹੈ ਨਾ, ਅਸੀਂ ਇਕੋਨਮੀ ਨਹੀਂ ਬੰਦ ਕਰਨੀ। ਉਹ ਕਹਿੰਦਾ ਕੋਈ ਨਹੀਂ, ਇੰਨਾ ਪੈਂਡੈਮਿਕ ਦੇ ਵਿੱਚ ਲੋਕ ਮਰਦੇ ਹੀ ਹੁੰਦੇ ਨੇ। ਸੋ ਉਹ ਵੀ ਇੱਕ ਰਾਜਨੀਤੀ ਹੋ ਰਹੀ ਹੈ। ਰੀਓਪਨ ਕਰਨਾ ਤਾਂ ਸਹੀ ਤਰ੍ਹਾਂ ਦੇ ਨਾਲ ਕਰੋ, ਇੱਕ ਪਾਲਿਸੀ ਬਣਾਓ, ਪਾਲਿਸੀ ਬਣਾ ਕੇ ਉਸ ਪਾਲਿਸੀ ਨੂੰ ਫੋਲੋ ਕੀਤਾ ਜਾਵੇ। ਜੇ ਪਾਲਿਸੀਆਂ ਬਣਦੀਆਂ ਵੀ ਹੋਣਗੀਆਂ ਕਿਸੇ ਦੇਸ਼ ਵਿੱਚ, ਮੈਨੂੰ ਲੱਗਦਾ ਕਿ ਫੋਲੋ ਨਹੀਂ ਹੁੰਦੀਆਂ ਹੋਣਗੀਆਂ। ਸੋ ਫੋਲੋ ਵੀ ਜਿਹੜਾ ਹੈ ਉਹ ਕਰਨਾ ਲਾਜ਼ਮੀ ਬਣਦਾ ਹੈ। ਫਿਰ UN ਜੋ ਸੰਯੁਕਤ ਰਾਸ਼ਟਰ ਹੈ, UNO ਦੇ ਜੋ ਗੁਟਰੇਸ ਨੇ, ਐਂਟੋਨੀਓ ਗੁਟਰੇਸ, ਉਹਨਾਂ ਨੇ ਤੇ ਨਾਲ WHO ਨੇ, ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਹੈ ਕਿ ਚਾਹੇ ਲੋਕ ਰਿਕਵਰ ਵੀ ਹੋ ਰਹੇ ਨੇ ਕਰੋਨਾ ਵਾਇਰਸ ਤੋਂ, ਪਰ ਜਿਹੜਾ ਹੌਟ ਸਪੌਟ ਜਿਹੜਾ ਬਣ ਰਿਹਾ ਹੈਗਾ ਆ ਉਹ ਇੰਡੀਆ ਬਣ ਰਿਹਾ, ਜਿੱਥੇ ਤੇਜ਼ੀ ਦੇ ਨਾਲ ਲੋਕਡਾਊਨ ਕੀਤਾ ਗਿਆ ਸੀ। ਜੇ ਲੋਕਡਾਊਨ ਕੀਤਾ ਗਿਆ ਸੀ ਤਾਂ ਉਹਦਾ ਜਿਹੜਾ ਸਿੱਟਾ ਹੈ, ਜਿਹੜਾ ਪਰਿਣਾਮ ਹੈ, ਉਹ ਵੀ ਸਾਨੂੰ ਪੋਜ਼ਿਟਿਵ ਆਉਣਾ ਚਾਹੀਦਾ ਸੀ, ਪਰ ਨਹੀਂ। ਜਿਸ ਹਿਸਾਬ ਨਾਲ ਉੱਥੇ ਲੋਕਡਾਊਨ ਹੋਇਆ, ਲੋਕਾਂ ਨੂੰ ਘਰਾਂ ਦੇ ਵਿੱਚ ਬਿਠਾ ਦਿੱਤਾ ਗਿਆ, ਪਰ ਹੋਇਆ ਤਾਂ ਕੁਝ ਵੀ ਨਹੀਂ। ਈਵਨ ਕੇਸ ਵੱਧ ਰਹੇ ਨੇ, ਹੋਰ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ ਸੀ ਜੇ ਲੋਕਡਾਊਨ ਕੀਤਾ ਗਿਆ ਸੀ। ਹੁਣ ਕਈ ਦੇਸ਼ਾਂ ਨੇ ਇਦਾਂ ਕੀਤਾ ਕਿ ਲੋਕਡਾਊਨ ਕੀਤਾ ਹੀ ਨਹੀਂ, ਉਹਨਾਂ ਨੇ ਲੋਕਡਾਊਨ ਨਹੀਂ ਕੀਤਾ, ਸ਼ਟਡਾਊਨ ਕੀਤਾ। ਹੁਣ ਇੰਡੀਆ ਦੇ ਵਿੱਚ ਕਰਫਿਊ ਵੀ ਲੱਗੇ ਕਈ ਸਟੇਟਾਂ ਦੇ ਵਿੱਚ, ਪਰ ਉਹਨਾਂ ਦਾ ਫਾਇਦਾ ਵੀ ਹੋਣਾ ਚਾਹੀਦਾ ਸੀ। ਹੁਣ ਜਿੱਥੇ ਲੋਕਡਾਊਨ ਨਹੀਂ ਕੀਤਾ, ਉਹ ਕਹਿੰਦੇ ਜਦੋਂ ਲੋਕਾਂ ਨੇ ਬਾਹਰ ਆਉਣਾ, ਇਕੋਨਮੀ ਨੇ ਚੱਲਣਾ, ਤੇ ਮੌਤਾਂ ਲਾਜ਼ਮੀ ਹੋਣੀਆਂ। ਜੇ ਅਸੀਂ ਫੋਲੋ ਨਹੀਂ ਕਰਾਂਗੇ, 2 ਮੀਟਰ ਦਾ ਫਾਸਲਾ ਨਹੀਂ ਰੱਖਾਂਗੇ, ਅਸੀਂ ਆਪਣੇ ਹੱਥ ਟਾਈਮ ਟੂ ਟਾਈਮ ਨਹੀਂ ਧੋਵਾਂਗੇ, ਅਸੀਂ ਇੱਕ ਦੂਜੇ ਨੂੰ ਨਹੀਂ ਮਿਲਾਂਗੇ, ਤਾਂ ਹੀ ਇਸ ਤੋਂ ਅਸੀਂ ਕਰੋਨਾ ਵਾਇਰਸ ਤੋਂ ਬਚ ਸਕਦੇ ਹਾਂ। ਕਿਉਂਕਿ ਕਰੋਨਾ ਵਾਇਰਸ ਹੈ, ਇਹ ਇੱਥੇ ਦਾ ਇੱਥੇ ਹੀ ਹੈ। ਅਸੀਂ ਯੂਜ਼ਡ ਟੂ ਹੋ ਗਏ ਹਾਂ ਉਹਨੂੰ ਇੱਥੇ ਦੇਖਣ ਦੇ, ਸਾਨੂੰ ਆਪਣੇ ਆਪ ਨੂੰ ਯੂਜ਼ ਟੂ ਕਰਨਾ ਪੈਣਾ। ਬਿਲਕੁਲ, ਜਿਹੜੀ ਮੌਜੂਦਾ ਜਿਹੜਾ ਸੰਸਾਰ ਹੈ, ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਹੈ ਕਿ ਜਦੋਂ ਤੱਕ ਵੈਕਸੀਨ ਨਹੀਂ ਆਉਂਦੀ, ਔਰ ਵੈਕਸੀਨ ਵੀ ਇਹ ਤਾਂ ਹੈ ਨਹੀਂ ਵੀ ਉਧਰ ਵੈਕਸੀਨ ਆਨ ਹੋਈ ਤੇ ਸਾਰੀ ਦੁਨੀਆ 'ਚ ਫੈਲ ਗਈ, ਬੰਦੇ ਠੀਕ ਹੋ ਗਏ। ਵੈਕਸੀਨ ਦਾ ਡਿਵੈਲਪ ਹੋਣਾ, ਫਿਰ ਉਸ ਤੋਂ ਬਾਅਦ ਵੈਕਸੀਨ ਦਾ ਇੰਪੋਰਟ ਐਕਸਪੋਰਟ, ਜਿਸ ਤਰੀਕੇ ਨਾਲ ਇੱਕ ਦੂਸਰੇ ਦੇ ਮੁਲਕ ਨੂੰ ਜਾਣਾ, ਫਿਰ ਉਹਨਾਂ ਦੇ ਵਿੱਚੋਂ ਹੋਣਾ, ਇੱਕ ਲੰਬਾ ਪ੍ਰੋਸੈਸ ਹੈ। ਇਹਦੇ ਤੇ ਵੀ ਸਿਆਸਤ ਹੈ। ਲੋਕ ਕਹਿ ਰਹੇ ਆ ਕਿ ਜੇ ਇੱਕ ਦੇਸ਼ ਨੇ ਲੱਭ ਲਿਆ ਕਿ ਉਹ ਦੂਜੇ ਦੇਸ਼ਾਂ ਨਾਲ ਸਾਂਝਾ ਕਰੂਗਾ, ਫਿਰ ਲੋਕ ਹੁਣੇ ਤੋਂ ਹੀ ਡਿਬੇਟ ਕਰਨ ਲੱਗ ਗਏ ਹੈਗੇ ਕਿ ਲਾਜ਼ਮੀ ਕੀਤਾ ਜਾਊਗਾ ਦੇਸ਼ ਦੇ ਵਿੱਚ। ਜੇ ਹੁਣ ਮੰਨ ਲਓ ਕੈਨੇਡਾ ਦੇ ਵਿੱਚ ਫੋਰ ਐਗਜ਼ਾਮਪਲ ਅਸੀਂ ਵੈਕਸੀਨ ਲੱਭ ਲਈ, ਅਸੀਂ ਕਹਿ ਰਹੇ ਹਾਂ ਕਿ ਅਸੀਂ ਆਪਣੇ ਸਾਰੇ ਲੋਕਾਂ ਨੂੰ ਵੈਕਸੀਨ ਦੇਣੀ ਹੈ, ਪਰ ਕੈਨੇਡਾ ਦੇ ਵਿੱਚ ਇੱਕ ਇਹੀ ਲਾਅ ਵੀ ਹੈਗਾ ਆ ਕਿ ਅਸੀਂ ਲੋਕਾਂ ਨੂੰ ਜ਼ਬਰਦਸਤੀ ਟੀਕਾ ਲਾਉਣ ਦੇ ਲਈ ਨਹੀਂ ਕਹਿ ਸਕਦੇ। ਲੋਕ ਕਹਿੰਦੇ ਆ ਕਿ ਅਸੀਂ ਨਹੀਂ ਵੈਕਸੀਨ ਲਗਵਾਉਣੀ ਤਾਂ ਨਹੀਂ ਲਗਵਾਉਣੀ, ਸਾਡੇ ਧਰਮ ਦੇ ਖਿਲਾਫ ਹੈ, ਜਾਂ ਅਸੀਂ ਨਹੀਂ ਲਗਵਾਉਣੀ, ਜਾਂ
ਜਾਂ ਸਾਡੀ ਆਪਣੀ ਮਰਜ਼ੀ ਹੈ। ਬਿਲਕੁਲ ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਸਾਹਮਣੇ ਆਉਣਗੀਆਂ, ਪਰ ਹੁਣ ਪਹਿਲਾਂ ਵੈਕਸੀਨ ਤਾਂ ਆਵੇ, ਫਿਰ ਉਹਦੇ ਤੇ ਡਿਬੇਟ ਕਰਨੀ ਜਿਹੜੀ ਲਾਜ਼ਮੀ ਬਣਦੀ ਹੈ। ਬਿਲਕੁਲ। ਹੁਣ ਅਸੀਂ ਇੰਡੀਆ ਦੀ ਗੱਲ ਕਰ ਰਹੇ ਹੈਗੇ ਆ, ਹਰਪ੍ਰੀਤ ਜੀ, ਜਿੱਦਾਂ ਤੁਸੀਂ ਦੱਸਿਆ ਕਿ ਇੰਡੀਆ ਦੇ ਵਿੱਚ ਹੋ ਰਿਹਾ, ਇੰਡੀਆ ਦੇ ਨਾਲ ਨਾਲ ਹੁਣ ਜੇ ਅਸੀਂ ਸਾਊਥ ਏਸ਼ੀਆ ਦੀ ਵੀ ਗੱਲ ਕਰ ਲਈਏ, ਸਾਊਥ ਏਸ਼ੀਆ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਸ ਸਮੇਂ ਦੇ ਵਿੱਚ? ਗੱਲ ਇਹ ਹੈ ਜੀ ਵੀ ਸਾਊਥ ਏਸ਼ੀਆ ਦੇ ਵਿੱਚ ਆਪਾਂ ਨਿਗਾਹ ਮਾਰ ਕੇ ਦੇਖਦੇ ਹਾਂ ਤਾਂ ਵੁਹਾਨ ਤੋਂ ਇਹ ਸਾਰਾ ਕਰੋਨਾ ਵਾਇਰਸ ਜਿਹੜਾ ਸ਼ੁਰੂ ਹੋਇਆ, ਉਸ ਦੇ ਨਾਲ ਦੁਨੀਆ ਭਰ ਨੂੰ ਜਕੜ ਦੇ ਵਿੱਚ ਇਸਨੇ ਲੈ ਲਿਆ। ਪਰ ਉਸ ਦੇ ਨਾਲ ਨਾਲ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਹੈ ਕਿ ਰਾਜਨੀਤੀ ਇਸ ਦੇ ਨਾਲ ਹੋਣੀ ਲੱਗ ਪਈ ਹੈ, ਉਸ ਗੱਲ ਦੇ ਵਿੱਚ ਕੁਝ ਮੁਲਕਾਂ ਨੇ ਇਸ ਕਰੋਨਾ ਵਾਇਰਸ ਦਾ ਇੱਕ ਪਰਦਾ ਓਟ ਕੇ ਉਹਦੇ ਪਿੱਛੇ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਨੇ। ਪਰ ਹਰ ਸਿਆਣਾ ਬੰਦਾ ਤੇ ਦਾਨਿਸ਼ਮੰਦ ਕੌਮ ਜਾਂ ਦਾਨਿਸ਼ਮੰਦ ਬੰਦਾ ਉਹ ਹੁੰਦਾ ਕਿ ਜਿਹੜਾ ਦੂਜਿਆਂ ਦੀ ਗਲਤੀਆਂ ਨੂੰ ਦੇਖ ਕੇ ਆਪਣੀਆਂ ਗਲਤੀਆਂ ਪਹਿਲਾਂ ਸੁਧਾਰ ਲਵੇ। ਇਹ ਨਾ ਹੋਵੇ ਵੀ ਇੱਕ ਵਾਰੀ ਟੁੱਟ ਵੱਜਿਆ, ਦੂਸਰੀ ਵਾਰੀ ਵੱਜਿਆ, ਤੀਜੀ ਵਾਰੀ ਵੱਜਿਆ, ਕਹਿੰਦਾ ਕਹੇ ਵੀ ਮੇਰਾ ਤਾਂ ਤਜਰਬਾ ਬੜਾ ਹੋ ਗਿਆ। ਇਹ ਤਾਂ ਹੁੰਦਾ ਕਿ ਦੂਸਰਿਆਂ ਨੂੰ ਦੇਖੋ। ਹੁਣ ਜਦੋਂ ਸਾਊਥ ਏਸ਼ੀਆ ਖਿੱਤੇ ਦੀ ਤੁਸੀਂ ਗੱਲ ਕਰਦੇ ਹੋ ਤਾਂ ਬੜਾ ਚਿੰਤਾ ਦਾ ਵਿਸ਼ਾ ਇਸ ਕਰਕੇ ਹੈ ਕਿਉਂਕਿ ਅਸੀਂ ਭਾਰਤ ਦੇ ਵਸਿੰਦੇ ਹਾਂ। ਸਾਡਾ ਗੁਆਂਢੀ ਕਹਿੰਦੇ ਰਿਸ਼ਤੇਦਾਰ ਤਾਂ ਫਿਰ ਵੀ ਦੂਰ ਹੁੰਦੇ, ਗੁਆਂਢੀ ਤਾਂ ਬਦਲਿਆ ਨਹੀਂ ਨਾ ਜਾ ਸਕਦਾ। ਹੁਣ ਪਾਕਿਸਤਾਨ ਹੈ ਚਾਹੇ ਚਾਈਨਾ ਹੈ, ਇਹਨਾਂ ਦੇ ਨਾਲ ਸਾਡਾ ਇੱਟ ਖੜਕਾ ਲਗਾਤਾਰ ਚੱਲਦਾ ਹੈ। ਡੋਕਲਾਮ ਦੇ ਵਿੱਚ 2017 ਦੇ ਵਿੱਚ ਚਾਈਨਾ ਦੇ ਨਾਲ ਸਾਡਾ ਭੇੜ ਚੱਲਦਾ ਰਿਹਾ, ਮਹੀਨਾ ਡੇਢ ਮਹੀਨਾ ਉੱਥੇ ਹੋਇਆ, ਹੁਣ ਦੁਬਾਰਾ ਫੇਰ ਸ਼ੁਰੂ ਹੋ ਗਿਆ। ਹੁਣ ਰਹਿੰਦੀ ਕਸਰ ਇਹ ਹੈ ਕਿ ਇੱਕ ਪਾਸੇ ਤਾਂ ਪਾਕਿਸਤਾਨ ਦੇ ਨਾਲ ਸਾਡੀ ਕਿਸੇ ਵੇਲੇ ਵੀ ਮਤਲਬ ਇੱਕ ਪ੍ਰੋਕਸੀ ਵਾਰ ਤਾਂ ਹਮੇਸ਼ਾ ਚੱਲਦੀ ਆ, ਔਰ ਇੱਕ ਕਹਿੰਦੇ ਹੁੰਦੇ ਸ਼ੀਤ ਯੁੱਧ ਉਹ ਲਗਾਤਾਰ ਚੱਲਦਾ, ਔਰ ਬਾਰਡਰ ਤੇ ਮਿੰਨੀ ਵਾਰ ਦੇ ਰੂਪ ਵੀ ਸਾਡੇ ਲਗਾਤਾਰ ਫਾਇਰਿੰਗ ਦੀਆਂ ਘਟਨਾਵਾਂ ਸੁਣਨ ਨੂੰ ਤੇ ਦੇਖਣ ਨੂੰ ਮਿਲਦੀਆਂ ਨੇ। ਹੁਣ ਚਾਈਨਾ ਦੇ ਨਾਲ ਚਾਈਨਾ ਵੀ ਕਿਤੇ ਨਾ ਕਿਤੇ ਇੰਡੀਆ ਨੂੰ ਕਾਰਡਨ ਆਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚਾਈਨਾ ਨੇ ਪਹਿਲਾਂ ਤਾਂ ਜੇਕਰ ਆਪਾਂ ਹਿਸਟਰੀ ਜਿਹੜਾ ਸਾਡੇ ਦੇਸ਼ ਦੇ ਭਾਰਤ ਦਾ ਨਕਸ਼ਾ ਬਣਿਆ ਨਾ, ਜੇਕਰ ਇਸ ਨਕਸ਼ੇ ਨੂੰ ਹੁਣ ਸਾਡੇ ਬਹੁਤ ਮਤਲਬ ਕਥਿਤ ਰੂਪ ਵਿੱਚ ਬੇਵਕੂਫਾਨਾ ਹਰਕਤਾਂ ਕਰਦੇ ਹੁੰਦੇ ਆ ਕਿ ਇੱਕ ਧਰਤੀ ਆ ਜਿਹੜਾ ਇੱਕ ਸਪੇਸ ਹੈ, ਇੱਕ ਧਰਤੀ ਦਾ ਟੁਕੜਾ ਹੈ, ਤੁਸੀਂ ਉਹਨੂੰ ਭਾਰਤ ਮਾਂ ਬਣਾ ਕੇ ਬੈਠ ਗਏ, ਉਹਦੇ ਸਾੜੀ ਪਵਾਤੀ, ਉਹਦਾ ਫਿਰ ਉਹ ਸਿਰ ਲਾਤਾ। ਪਰ ਇਹ ਗੱਲਾਂ ਤਾਂ ਨੇ ਕਿਉਂਕਿ ਅਨਪੜ੍ਹਤਾ ਸਾਡੇ ਬਹੁਤ ਹੈ, ਸਾਨੂੰ ਅਸਲ ਗਰਾਊਂਡ ਰਿਐਲਿਟੀਆਂ ਪਤਾ ਹੀ ਨਹੀਂ ਹਨ। ਜਿਹੜਾ ਸਾਡਾ ਨਕਸ਼ਾ ਹੈ, ਨਕਸ਼ੇ ਦੇ ਵਿੱਚ ਜੇਕਰ ਉੱਪਰੋਂ ਨਿਗਾਹ ਮਾਰ ਕੇ ਦੇਖੀਏ, ਜਿਹਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਆ, ਤੇ ਉਹ ਤਾਂ ਅੱਧਾ ਪਾਰਟ ਤਾਂ ਉਹਨਾਂ ਕੋਲ ਹੈ ਸਾਡੇ ਭਾਰਤ ਦੇ, ਜਿਹਨੂੰ ਆਪਾਂ ਕਹਿੰਦੇ ਹਾਂ। ਫਿਰ ਉੱਪਰਲੀ ਸਾਈਡ ਜਦੋਂ ਆਪਾਂ ਚੁਮਾਰ ਪੋਸਟ ਤੋਂ ਥੱਲੇ ਨੂੰ ਜਾਂਦੇ ਨਾ, ਚਾਈਨਾ ਦੇ ਨਾਲ ਬਾਰਡਰ ਲੱਗਦਾ ਹੈ, ਉਹ 6,600 ਕਿਲੋਮੀਟਰ ਉਹ ਚਾਈਨਾ ਦੇ ਕੋਲ ਹੈ। ਉਹ ਪਹਿਲੇ ਹੀ ਉਹਨਾਂ ਨੇ ਬੜੀ ਦੇਰ ਤੋਂ 1961 ਦੇ ਵਿੱਚ ਜਦੋਂ ਲੜਾਈ ਸਾਡੀ ਹੋਈ ਹੈ ਉਦੋਂ ਉਹਨਾਂ ਨੇ ਨੁਕਸਾਨ ਕੀਤਾ। ਫਿਰ ਉੱਤੋਂ ਆਪਾਂ ਥੱਲੇ ਨੂੰ ਆ ਜਾਂਦੇ ਹਾਂ, ਇੱਧਰਲੇ ਪਾਸੇ ਨੂੰ ਜਦੋਂ ਚੱਲਦੇ ਆ ਅਰੁਣਾਚਲ ਪ੍ਰਦੇਸ਼ ਨੂੰ, ਜਿਹੜਾ ਕਿ ਚਾਈਨਾ ਦੇ ਨਾਲ ਲੱਗਦਾ। ਅਸੀਂ ਆਪਣਾ ਦਾਅਵਾ ਕਰਦੇ ਹਾਂ, ਚਾਈਨਾ ਵਾਲੇ ਕਹਿੰਦੇ ਆ ਕਿ ਨਹੀਂ ਜੀ ਇਹ ਸਾਡਾ ਹੈ। ਉਹਦੇ ਵਿੱਚ 37,000 ਕਿਲੋਮੀਟਰ ਦਾ ਰੌਲਾ ਹੈ, 24,000 ਕਿਲੋਮੀਟਰ ਤੱਕ ਤਾਂ ਅਜੇ ਵੀ ਚਾਈਨਾ ਦਾ ਉੱਥੇ ਕਬਜ਼ਾ ਹੈ। ਉਹ ਉੱਥੇ ਆਉਂਦੇ ਆ। ਹੁਣ ਵੀ ਜਿਹੜਾ ਲੇਟੈਸਟ ਇਸ ਵੇਲੇ ਚੱਲ ਰਿਹਾ ਹੈ ਉਹਦੇ ਵਿੱਚ ਖਾਸ ਤੌਰ 'ਤੇ ਜਦੋਂ ਸਾਡੀਆਂ ਭਾਰਤੀ ਸੈਨਾਵਾਂ ਅਤੇ ਚਾਈਨੀਜ਼ ਸੈਨਾਵਾਂ ਆਮਣੋ ਸਾਹਮਣੇ ਹੋਈਆਂ, ਭਾਵੇਂ ਕਿ ਲੀਥਲ ਵੈਪਨ ਜਾਂ ਦੂਸਰੇ ਵੈਪਨ ਤਾਂ ਯੂਜ਼ ਨਹੀਂ ਹੋਏ, ਪਰ ਹੱਥੋਂ ਪਾਈ ਹੋਇਆ, ਜਿਹਦੇ 'ਚ ਉਹਨਾਂ ਦੇ ਵੀ ਸੱਟਾਂ ਲੱਗੀਆਂ ਨਾ, ਸਾਡੇ ਅਫਸਰਾਂ ਦੇ ਵੀ ਲੱਗੀਆਂ ਨੇ, ਇੱਕ ਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੈ। ਸਾਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ ਕਿ ਜੇਕਰ ਅਸੀਂ ਵਰਲਡ ਦੇ ਵਿੱਚ, ਇਹ ਤਾਂ ਹੈ ਦੇਸ਼ ਦਾ ਪ੍ਰਧਾਨ ਮੰਤਰੀ ਪਾ ਕੇ ਪਜਾਮੀ ਜਦੋਂ ਅਮਰੀਕਾ ਆਉਂਦਾ ਨਾ, ਇੱਥੇ ਪਹਿਲਾਂ 200-400 ਪਹਿਲਾਂ RSS ਦਾ ਪ੍ਰਚਾਰਕ ਉੱਥੇ ਗਿਆ ਹੋਇਆ, ਮੋਦੀ 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 ਆ ਕਰਕੇ ਨਹੀਂ ਗੱਲਾਂ ਹੋਣੀਆਂ। ਜਿਵੇਂ ਪਹਿਲਾਂ ਕਿਹਾ ਵੀ ਗੱਲਾਂ ਬਾਤਾਂ ਨਾਲ ਨਹੀਂ ਚੱਲਣਾ ਕੰਮ, ਤੁਸੀਂ ਆਪਣੀ ਠੋਸ ਪਾਲਿਸੀਜ਼ ਬਣਾਓ। ਤੁਹਾਡੀਆਂ ਜਿਹੜੀਆਂ ਐਕਸਟਰਨਲ ਪਾਲਿਸੀਜ਼ ਨੇ ਉਹ ਕਿੱਥੇ ਖੜੀਆਂ ਨੇ? ਤੁਹਾਡਾ ਲਗਾਤਾਰ ਚਾਈਨਾ ਨਾਲ, ਜਿਵੇਂ ਅਰੁਣਾਚਲ ਦਾ ਮੈਂ ਤੁਹਾਨੂੰ ਦੱਸਿਆ, ਹੁਣ ਤਾਂ ਛੋਟੀ ਗੱਲ ਇਹ ਹੈ ਕਿ ਨੇਪਾਲ ਨੇ ਅੱਖਾਂ ਦਿਖਾਉਣੀਆਂ ਸ਼ੁਰੂ ਕਰਤੀਆਂ। ਨੇਪਾਲ ਦਾ ਉਹ ਲਿਪੂ ਲੇਕ ਜਿਹੜਾ ਏਰੀਆ ਹੈ, ਲਿਪੂ ਲੇਕ ਹੋਵੇ ਜਾਂ ਕਾਲਾ ਪਾਣੀ ਹੋਵੇ, ਜਿਹੜਾ ਉੱਥੇ ਪਹਿਲਾਂ 8 ਮਈ ਨੂੰ ਸਾਡੇ ਦੇਸ਼ ਦਾ ਰੱਖਿਆ ਮੰਤਰੀ ਉੱਥੇ ਗਏ, ਤਾਂ ਉਸ ਤੋਂ ਬਾਅਦ 'ਚ ਉਹਨਾਂ ਨੇ ਇੱਕ ਨਕਸ਼ਾ ਜਾਰੀ ਕਰ ਦਿੱਤਾ, ਜਿਹੜਾ ਵਿਵਾਦਿਤ ਰੂਪ 'ਚ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਸਾਡਾ ਹੈ, ਭਾਰਤ ਨੇ ਇੱਥੇ ਨਜਾਇਜ਼ ਕਬਜ਼ਾ ਕੀਤਾ ਹੋਇਆ। ਔਰ ਪਿੱਛੋਂ ਇਹ ਵੀ ਲੱਗਦਾ ਕਿ ਤੂੰ ਨਹੀਂ ਬੋਲਦੀ ਰਕਾਨੇ, ਤੇਰੇ 'ਚ ਕੋਈ ਹੋਰ ਬੋਲਦਾ ਹੈ। ਉਹ ਨੇਪਾਲ ਦਾ ਇਹ ਲੱਗਦਾ ਕਿ ਨੇਪਾਲ ਇਹ ਭਾਸ਼ਾ ਨਹੀਂ ਬੋਲ ਰਿਹਾ, ਉਹ ਤੋਂ ਚਾਈਨਾ ਬੁਲਵਾ ਰਿਹਾ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਸੋਚ ਸੰਭਲ ਕੇ ਕਦਮ ਦਰ ਕਦਮ ਚੱਕਣ ਦੀ ਲੋੜ ਹੈ। ਹੁਣ ਗੱਲ ਅਰਸ਼ ਜੀ ਇੱਥੇ ਨਹੀਂ ਖੜਦੀ। ਹੁਣ ਪਾਕਿਸਤਾਨ ਦੇ ਚਾਈਨਾ ਕਿਸ ਤਰੀਕੇ ਨਾਲ ਸਾਨੂੰ ਘੇਰ ਲੱਗਿਆ, ਜਿਵੇਂ ਮੈਂ ਸਟਾਰਟਿੰਗ ਤੁਹਾਨੂੰ ਕਿਹਾ, ਜਿਹੜਾ ਸਾਡਾ ਹਿੰਦ ਮਹਾਸਾਗਰ ਹੈ, ਜਿਹਨੂੰ ਇੰਡੀਅਨ ਓਸ਼ੀਅਨ ਕਹਿੰਦੇ ਆ, ਉਸ ਦੇ ਵਿੱਚ ਵੀ ਚਾਈਨਾ ਸਾਨੂੰ ਘੇਰ ਰਿਹਾ ਹੈ। ਚਾਈਨਾ ਨੇ ਆਪਣੀਆਂ ਕੈਲਨੀਜ਼ ਆ ਕੇ ਸ਼੍ਰੀਲੰਕਾ ਤੋਂ ਉੱਪਰਲੀ ਸਾਈਡ ਆ ਕੇ ਡਿਵੈਲਪ ਕਰ ਲਈਆਂ। ਇੱਧਰੋਂ ਪਾਕਿਸਤਾਨ ਦੀ ਇਕੋਨਮੀ ਦੀ ਸਥਿਤੀ ਜਦੋਂ ਇਹ ਹੈਗੀ ਹੈ ਮਈ 1998 ਦੀ ਗੱਲ, ਜਦੋਂ ਅਟਲ ਬਿਹਾਰੀ ਵਾਜਪਾਈ ਨੇ
ਪਰਮਾਣੂ ਪ੍ਰੀਖਣ ਕੀਤਾ ਤੇ ਪਾਕਿਸਤਾਨ ਨੇ ਵੀ 2 ਦਿਨਾਂ ਬਾਅਦ ਕੀਤਾ ਸੀ, ਤਾਂ ਬਹੁਤ ਸਾਰੀਆਂ ਸੈਂਕਸ਼ਨ ਇੰਡੀਆ ਤੇ ਔਰ ਪਾਕਿਸਤਾਨ ਤੇ ਲੱਗੀਆਂ ਸੀ। ਪਾਕਿਸਤਾਨ ਦੀ ਇਕਨੋਮੀ ਇੰਨੀ ਸਟਰੋਂਗ ਹੈ ਨਹੀਂ। ਫਿਰ ਉਹਨਾਂ ਨੇ CPEC ਦੇ ਤਹਿਤ ਗੋਦਾਵਰ ਜਿਹਨੂੰ ਗਵਾਦਰ ਜਿਹਨੂੰ ਬੋਲਦੇ ਆ, ਉਹ ਸਾਰੇ ਦੇ ਸਾਰੇ ਟਾਪੂ ਚਾਈਨਾ ਦੇ ਨਾਲ ਸਮਝੌਤਾ ਕੀਤਾ, ਜਿਹਦੇ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਇਹਨਾਂ ਨੇ ਉਹ ਸ਼ੁਰੂ ਕੀਤਾ। ਉੱਥੇ ਤੱਕ ਚਾਈਨਾ ਨੇ ਆਪਣੀ ਪਕੜ ਬਣਾ ਲਈ ਹੈ, ਇੱਕ ਮੇਨ ਹਾਈਵੇ ਵੀ ਉੱਥੇ ਤੱਕ ਨੂੰ ਡਿਵੈਲਪ ਕਰ ਰਹੇ ਆ। ਫਿਰ ਉੱਪਰਲੀ ਸਾਈਡ ਤੋਂ ਸਾਡੀ ਭਾਰਤ ਮਾਤਾ ਜਾਂ ਭਾਰਤ ਨੂੰ ਇੱਥੋਂ ਤੱਕ ਤਾਂ ਉਹਨਾਂ ਨੇ ਘੇਰ ਕੇ ਰੱਖਿਆ ਹੋਇਆ। ਰਹਿੰਦੀ ਕਸਰ ਇਹ ਕਿ ਪਾਕਿਸਤਾਨ ਦੇ ਨਾਲ ਲੱਗਦਾ ਈਰਾਨ, ਉਹ ਜਿਹੜੀ ਗਵਾਦਰ ਦੀ ਇਹ ਜਿਹੜੀ ਬੰਦਰਗਾਹ ਉਹਨਾਂ ਨੇ ਡਿਵੈਲਪ ਕਰ ਰਹੇ ਨੇ, ਉਹ ਈਰਾਨ ਤੋਂ 100 ਕਿਲੋਮੀਟਰ ਉੱਧਰੋਂ ਓਮਾਨ ਦੇ ਨਾਲ ਲੱਗਦੀ, ਉੱਧਰ ਚਾਈਨਾ ਦੇ ਨਾਲ। ਉੱਥੇ 3 ਦੇਸ਼ ਪ੍ਰੈਕਟਿਸ ਕਰਦੇ, ਜਿਹਦੇ ਵਿੱਚ ਚਾਈਨਾ ਕਰਦਾ ਔਰ ਪਾਕਿਸਤਾਨ ਕਰਦਾ, ਈਵਨ ਕਿ ਰਸ਼ੀਆ ਵੀ ਉੱਥੇ ਕਰਦਾ, ਔਰ ਉਸ ਤੋਂ ਇਲਾਵਾ ਈਰਾਨ ਵੀ ਉਸ ਦੇ ਵਿੱਚ ਸ਼ਾਮਲ ਹੁੰਦਾ। ਸਾਡੇ ਵਾਸਤੇ ਬੜਾ ਖਤਰੇ ਵਾਲੀ ਗੱਲ ਹੈ, ਖਾਸ ਤੌਰ 'ਤੇ ਜਦੋਂ ਸ਼ੀ ਜਿਨਪਿੰਗ ਜਾਂ ਇਮਰਾਨ ਖਾਨ, ਹਸਨ ਰੂਹਾਨੀ ਜਿਹੜੇ ਹੈਗੇ ਆ ਈਰਾਨ ਦੇ, ਤੇ ਇਹ ਸਾਰੇ ਬੈਠ ਕੇ ਆਪਸ ਵਿੱਚ ਮੁਲਾਕਾਤਾਂ ਕਰਦੇ ਨੇ। ਸਾਡੇ ਵਾਸਤੇ ਕੋਈ ਬਹੁਤੇ ਚੰਗੇ ਸਾਈਨ ਨਹੀਂ। ਹਾਲਾਂਕਿ ਇਸ ਤੋਂ ਅੱਗੇ 4 ਵਾਰ ਜਿਹੜੀ ਬੰਦਰਗਾਹ ਹੈ, ਭਾਰਤ ਉੱਥੇ ਕੋਸ਼ਿਸ਼ ਜ਼ਰੂਰ ਕਰ ਰਿਹਾ ਹੈ ਕਿ ਹਾਂਜੀ ਅਸੀਂ ਉੱਥੇ ਡਿਵੈਲਪ ਕਰਕੇ ਆਪਣਾ ਇਸ ਖਿੱਤੇ ਨੂੰ, ਅਸੀਂ ਕਹਿੰਦੇ ਤਾਂ ਇਹ ਹੈ ਕਿ ਅਸੀਂ ਟ੍ਰੇਡ ਨੂੰ ਉੱਥੇ ਡਿਵੈਲਪ ਕਰ ਲਾਂਗੇ। ਪਰ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਸ ਤਰੀਕੇ ਨਾਲ ਭਾਰਤ, ਇਕੱਲੀ ਗੱਲ ਇੱਥੇ ਨਹੀਂ ਹੈ ਅਰਸ਼, ਇਹ ਤਾਂ ਹੈਗੇ ਬਾਹਰਲੇ ਸਾਡੇ ਦੁਸ਼ਮਣ ਜਿਨ੍ਹਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਅੰਦਰੂਨੀ ਤੌਰ 'ਤੇ ਜਦੋਂ ਆਪਾਂ ਨਿਗਾਹ ਮਾਰਦੇ ਹਾਂ, ਤੁਸੀਂ ਛੱਤੀਸਗੜ੍ਹ ਨੂੰ ਦੇਖੋ, ਤੁਸੀਂ ਦਾਂਤੇਵਾੜਾ ਨੂੰ ਦੇਖੋ, ਨਕਸਲ ਪ੍ਰਭਾਵਿਤ ਸਾਡੇ ਘੱਟੋ ਘੱਟ ਪੌਣੇ 200 ਜ਼ਿਲ੍ਹਾ ਸਾਡੇ ਦੇਸ਼ ਦੇ ਵਿੱਚ ਇੱਥੇ, ਜਿੱਥੇ ਨਕਸਲ ਸਾਡਾ ਪੂਰਨ ਰੂਪ ਵਿੱਚ ਪ੍ਰਭਾਵਿਤ ਕਰਦਾ ਸਾਨੂੰ। ਔਰ ਦੇਸ਼ ਦੀਆਂ 29 ਸਟੇਟਾਂ ਦੇ ਵਿੱਚੋਂ 40% ਸਟੇਟਾਂ ਉਹ ਨੇ ਜਿੱਥੋਂ ਨੂੰ ਰੈੱਡ ਕੋਰੀਡੋਰ ਮਤਲਬ ਮੰਨਿਆ ਜਾਂਦਾ ਕਿ ਨਕਸਲ ਤੋਂ ਪ੍ਰਭਾਵਿਤ ਨੇ, ਤੇ ਉਹ ਸਾਡੇ ਕੰਟਰੋਲ ਤੋਂ ਬਾਹਰ ਹੋ ਜਾ ਰਹੀਆਂ ਨੇ। ਕੀ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੈ ਸਾਡੇ ਦੇਸ਼ ਨੂੰ ਬਚਾਉਣ ਵਾਸਤੇ? ਹਾਂ, ਤੁਹਾਡੀ ਇਹ ਜ਼ਰੂਰ ਹੈ ਕਿ ਜਿੱਥੇ ਜਿੱਥੇ ਤੁਹਾਡਾ ਸੈਂਟਰਲ ਭਾਰਤ ਹੈ, ਉੱਥੇ ਤੁਸੀਂ ਸਾਰਾ ਜ਼ੋਰ ਲਾਇਆ ਹੈ ਕਿ ਇੱਥੋਂ ਜੀ ਆਪਾਂ ਮੈਟਰੋ ਚਲਾਵਾਂਗੇ, ਉੱਥੇ ਨਾਗਪੁਰ ਨੂੰ ਜਾਇਆ ਕਰੂਗੀ, ਬੰਬੇ ਨੂੰ ਜਾਇਆ ਕਰੂਗੀ, ਜਾਂ ਇੱਥੋਂ ਆ ਜਾਇਆ ਕਰੂਗੀ। ਸੋ ਸਾਰੀਆਂ ਸਟੇਟਾਂ ਨੂੰ ਸਮਝਣ ਦੀ ਲੋੜ ਹੈ। ਇਹਨਾਂ ਸਾਰੀਆਂ ਚੀਜ਼ਾਂ ਜੇ ਪਾਲਿਸੀਆਂ ਸੋਲਿਡ ਨਾ ਬਣੀਆਂ ਤਾਂ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਅਸੀਂ ਵਰਲਡ ਪਾਵਰ ਬਣਨ ਦੀਆਂ ਗੱਲਾਂ ਕਰਦੇ ਹਾਂ, ਸਾਡੀ ਪਾਵਰ ਦਿਨੋਂ ਦਿਨ ਖਰਾਬ ਹੁੰਦੀ ਜਾਂਦੀ ਹੈ। ਬਿਲਕੁਲ, ਪਾਵਰ ਦੇ ਵਿੱਚ ਰਹਿਣ ਨੂੰ ਲੈ ਕੇ ਤਾਂ ਸਾਰੀਆਂ ਨੀਤੀਆਂ ਬਣਾਈਆਂ ਜਾਂਦੀਆਂ ਕਿ ਅਸੀਂ ਪਾਵਰ ਦੇ ਵਿੱਚ ਰਹੀਏ ਤੇ ਅਗਲੇ ਸਾਲਾਂ ਦੇ ਵਿੱਚ ਵੀ, ਆਉਣ ਵਾਲੀਆਂ ਸਾਲਾਂ ਦੇ ਵਿੱਚ ਵੀ ਲੋਕ ਸਾਡੀ ਸਰਕਾਰ ਨੂੰ ਵੀ ਚੁਣਨ। ਪਰ ਜਦੋਂ ਉਹਨਾਂ ਦੀਆਂ ਪਾਲਿਸੀਆਂ ਹੀ ਨਹੀਂ ਸੋਲਿਡ, ਜੇ ਅਸੀਂ ਉਹਨਾਂ ਜਿਨ੍ਹਾਂ ਦੇਸ਼ਾਂ ਦੀ ਤੁਸੀਂ ਗੱਲ ਕੀਤੀ ਹੈ, ਜਿਨ੍ਹਾਂ ਜ਼ਿਲ੍ਹਿਆਂ ਦੀ ਅਸੀਂ ਗੱਲ ਕੀਤੀ ਹੈ, ਜੇ ਅਸੀਂ ਉਹਨਾਂ ਤੋਂ ਹੀ ਆਪਣੀ ਪਕੜ ਛੱਡ ਦੇਵਾਂਗੇ ਤਾਂ ਫਿਰ ਸਾਡੇ ਕੋਲ ਰਾਜ ਕਰਨ ਨੂੰ ਰਹਿ ਕੀ ਜਾਊਗਾ? ਸਿਰਫ ਉਹ ਲੋਕ ਜਿਹੜੇ ਨੇ ਜਿਨ੍ਹਾਂ ਦਾ ਕੋਈ ਦੋਸ਼ ਹੀ ਨਹੀਂ ਹੈਗਾ। ਜਿਹੜੀ ਆਮ ਪਬਲਿਕ ਜਿਹੜੀ ਚਾਹੁੰਦੀ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਰਹੀਏ, ਤਾਂ ਅਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਜੀਵਨ ਹੈਗੀ ਆ ਉਹ ਤਰੱਕੀ ਦੇ ਰਾਹ ਤੇ ਲੈ ਕੇ ਜਾਈਏ, ਨਾ ਕਿ ਅਸੀਂ ਸਿਰਫ ਸੜਕਾਂ ਦੇ ਉੱਤੇ ਮਜ਼ਦੂਰਾਂ ਦੀ ਜੇ ਅਸੀਂ ਗੱਲ ਕਰ ਰਹੇ ਹਾਂ ਤਾਂ ਅਸੀਂ ਭੁੱਖੇ ਮਰੀਏ। ਪਰ ਤੁਸੀਂ ਬਹੁਤ ਵਧੀਆ ਸਾਨੂੰ ਡਿਟੇਲ ਦੇ ਵਿੱਚ ਦੱਸਿਆ ਹਰਪ੍ਰੀਤ ਜੀ। ਪਰ ਬ੍ਰੇਕ ਲਾ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਜੀ ਬਿਲਕੁਲ, ਸਟ੍ਰੇਟ ਟਾਕ ਸਿੱਧੀ ਗੱਲਬਾਤ ਹੋ ਰਹੀ ਹੈ ਤੇ ਸਾਡੇ ਨਾਲ ਅੱਜ ਪਹੁੰਚੇ ਹੋਏ ਨੇ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਪੂਰੇ ਇਨਫੋਰਮੇਸ਼ਨ ਦੇ ਨਾਲ ਦੱਸਿਆ ਕਿ ਕੀ ਕੁਝ ਹੋ ਰਿਹਾ ਭਾਰਤ ਦੇ ਵਿੱਚ। ਪਰ ਬ੍ਰੇਕ ਤੋਂ ਬਾਅਦ ਗੱਲਬਾਤ ਕਰਾਂਗੇ ਅਸੀਂ ਪਾਕਿਸਤਾਨ ਦੇ ਬਾਰੇ, ਕੈਨੇਡਾ ਦੇ ਬਾਰੇ, ਕੀ ਕੁਝ ਹੋ ਰਿਹਾ ਕੈਨੇਡਾ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ। ਬਨੇ ਰਹੋ ਸਾਂਝਾ ਟੀਵੀ ਦੇ ਨਾਲ। ਵੈਲਕਮ ਬੈਕ ਆਫਟਰ ਅ ਸ਼ਾਰਟ ਬ੍ਰੇਕ। ਯੂ ਆਰ ਵਾਚਿੰਗ ਸਾਂਝਾ ਟੀਵੀ ਤੇ ਅੱਜ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸਟ੍ਰੇਟ ਟਾਕ ਸਿੱਧੀ ਗੱਲ, ਜਿਸ ਦੇ ਵਿੱਚ ਅਸੀਂ ਕਰੰਟ ਮੁੱਦਿਆਂ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਕੀ ਕੁਝ ਹੋ ਰਿਹਾ ਸਰਕਾਰਾਂ ਦੇ ਵੱਲੋਂ ਤੇ ਕੀ ਕੁਝ ਹੋ ਰਿਹਾ ਦੇਸ਼ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਅਕ੍ਰੋਸ ਗਲੋਬ ਕੀ ਹੋ ਰਿਹਾ, ਕਰੋਨਾ ਵਾਇਰਸ ਤੇ ਕੀ ਨੀਤੀਆਂ ਬਣ ਰਹੀਆਂ ਨੇ ਤੇ ਕੀ ਕੁਝ ਨੀਤੀਆਂ ਦੇ ਉੱਤੇ ਸਿਆਸਤ ਹੋ ਰਹੀ ਹੈ। ਸੋ ਮੇਰੇ ਨਾਲ ਨੇ ਹਰਪ੍ਰੀਤ ਸਿੰਘ ਜੀ। ਹਰਪ੍ਰੀਤ ਸਿੰਘ ਜੀ, ਤੁਸੀਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਇੰਡੀਆ ਦੇ ਵਿੱਚ ਕੀ ਹੋ ਰਿਹਾ ਹੈਗਾ, ਪਰ ਇੱਕ ਜਿਹੜੀ ਦੁਖਦਾਈ ਘਟਨਾ ਵਾਪਰੀ ਹੈਗੀ ਹੈ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਦੇ ਵਿੱਚ ਜੋ ਜਹਾਜ਼ PTI ਦਾ ਉਹ ਹਾਦਸਾਗ੍ਰਸਤ ਹੋ ਗਿਆ ਹੈਗਾ ਕਰਾਚੀ ਦੇ ਵਿੱਚ, 95 ਲੋਕਾਂ ਦੀ ਉੱਥੇ ਮੌਤ ਹੋ ਚੁੱਕੀ ਹੈ ਤੇ ਨਾਲ ਉੱਥੇ ਹੁਣ ਜਿਹੜੀਆਂ ਨਵੀਆਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਦੇ ਵੱਲੋਂ, 에ਅਰਲਾਈਨ ਕੰਪਨੀ ਦੇ ਵੱਲੋਂ, ਕਿ ਉਹਨਾਂ ਨੂੰ ਬਲੈਕ ਬਾਕਸ ਵੀ ਮਿਲ ਗਿਆ ਹੈਗਾ ਹੈ। ਜਿਹੜਾ ਪਾਇਲਟ ਸੀਗਾ ਉਹਨੇ ਪਹਿਲਾਂ ਹੀ ਜੋ ਐਮਰਜੈਂਸੀ ਕਹਿ ਦਿੱਤਾ ਸੀਗਾ ਕਿ ਐਮਰਜੈਂਸੀ ਹੈ, ਕਿਉਂਕਿ ਜਿਹੜੇ ਉੱਥੇ ਲੋਕ ਸੀਗੇ ਤੇ ਉਹਨਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਚੱਲਦਾ ਹੈਗਾ ਕਿ ਮਾਸਕ ਉਹਨਾਂ ਦੇ ਲੱਗੇ ਹੋਏ ਸਨ ਜਿਹੜੇ ਪੈਸੰਜਰਸ ਨੂੰ ਕੱਢਿਆ ਜਾ ਰਿਹਾ ਸੀ ਮਲਬੇ ਦੇ ਵਿੱਚੋਂ, ਤੇ ਉਹਨਾਂ ਨੂੰ 97 ਲੋਕ ਜਿਹੜੇ ਉੱਥੇ ਸੀਗੇ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦੇ
ਵਿੱਚੋਂ ਕੁਝ ਲੋਕ ਜਿਹੜੇ ਨੇ 3-4 ਲੋਕ ਜਿਹੜੇ ਨੇ ਉਹ ਬਚ ਵੀ ਗਏ ਨੇ ਉਸ ਹਾਦਸੇ ਦੇ ਵਿੱਚੋਂ, ਤੇ ਉਸਦਾ ਇੰਜਨ ਖਰਾਬ ਹੋ ਗਿਆ ਸੀਗਾ, ਤੇ ਉਸਦੇ ਬਾਰੇ ਜਿਹੜੀ ਡੀਟੇਲ ਦੇ ਵਿੱਚ ਜਾਣਕਾਰੀ ਹੈ ਤੁਹਾਡੀ? ਜੀ ਬੜੀ ਦੁਖਦਾਈ ਖਬਰ ਹੈ ਜਦੋਂ ਪਾਕਿਸਤਾਨ ਦੀ ਖਬਰ ਜਿਹੜੀ ਤੁਸੀਂ ਸਾਂਝੀ ਕਰ ਰਹੇ ਹੋ ਉਸ ਦੇ ਵਿੱਚ ਲਗਭਗ 91 ਪੈਸੰਜਰ ਔਰ ਫਿਰ ਕਰੂ ਮੈਂਬਰ 7 ਦੇ ਕਰੀਬ ਸੀਗੇ। ਇਹਨੇ ਲਾਹੌਰ ਤੋਂ ਫਲਾਈਟ ਲਈ ਸੀ ਤੇ ਕਰਾਚੀ ਜਾ ਕੇ ਉਤਰਨਾ ਸੀ, ਜਿਸ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਬਹੁਤ ਸਾਰਾ, ਕਿਉਂਕਿ ਇਸ ਵੇਲੇ ਮੁਸਲਿਮ ਤਿਉਹਾਰ ਦੇ ਤੌਰ 'ਤੇ ਚੱਲ ਰਿਹਾ ਹੈ, ਉਹਨਾਂ ਨੇ ਉੱਥੇ ਜਾਣਾ ਸੀ, ਫਲਾਈਟਸ ਖੁੱਲ੍ਹੀਆਂ ਸੀ, ਉੱਥੇ ਜਾਣਾ ਸੀ। ਔਰ ਜਿੰਨਾ ਏਅਰਪੋਰਟ ਦੇ ਕੋਲ ਜਦੋਂ ਉਤਰਨ ਤੋਂ ਪਹਿਲਾਂ ਉਸ ਜਹਾਜ਼ ਨੇ ਉਸ ਦੇ ਪਾਇਲਟ ਨੇ ਇਹ ਕੋਸ਼ਿਸ਼ ਕੀਤੀ ਕਿ ਇਹਨੂੰ ਲੈਂਡ ਕਰਾਇਆ ਜਾਵੇ। ਉਹਦਾ ਪਹਿਲਾਂ ਇੱਕ ਇੰਜਨ ਫਿਰ ਦੂਸਰਾ ਇੰਜਨ ਵੀ ਉਹਦੇ 'ਚ ਇਫੈਕਟ ਪੈਣਾ ਸ਼ੁਰੂ ਹੋ ਗਿਆ। ਪਾਇਲਟ ਨੇ ਕਿਹਾ ਕਿ ਸਾਨੂੰ ਪ੍ਰੋਬਲਮ ਆ ਰਹੀ ਹੈ। ਉਹ ਕਿਹਾ ਵੀ ਉਹਨਾਂ ਨੇ ਕਿਹਾ ਕਿ 15 ਮਿੰਟ ਬਾਅਦ ਆਪਾਂ ਫਿਰ ਦੁਬਾਰਾ ਟਰਾਈ ਕਰਦੇ ਹਾਂ, ਕਿਉਂਕਿ ਲੈਂਡਿੰਗ ਗੇਅਰ ਨੇ ਜਿਹੜੇ ਉਹ ਕੰਮ ਨਹੀਂ ਸੀ ਕਰ ਰਹੇ। ਫਿਰ ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਉਸ ਦੇ ਵਿੱਚੋਂ ਕੁਛ ਆਵਾਜ਼ਾਂ ਜਿਹੜੀਆਂ ਲਾਸਟ ਵਿੱਚ ਇਹ ਟ੍ਰੈਫਿਕ ਜੋ ਕੰਟਰੋਲ ਕਰਦੇ ਆ, ਉਹਨਾਂ ਨੇ ਜੋ ਸੁਣੀਆਂ ਮੇ ਵੀ ਕਹਿੰਦੇ ਇਹਨੇ ਨੂੰ ਉਹ ਕ੍ਰੈਸ਼ ਕਰ ਗਿਆ। ਦੁੱਖ ਦੀ ਗੱਲ ਇਹ ਹੈ ਕਿ ਜਿੱਥੇ ਇੰਨੀਆਂ ਜਾਨਾਂ ਗਈਆਂ ਨੇ, ਕੀਮਤੀ ਜਾਨਾਂ ਗਈਆਂ ਨੇ, ਉੱਥੇ ਉਸ ਖੇਤਰ ਦੇ ਵਿੱਚ ਜਿਹੜਾ ਪੂਰਨ ਰੂਪ ਵਿੱਚ ਡੈਂਸਿਟੀ ਵਾਲਾ ਏਰੀਆ ਸੀ, ਵੱਡੀ ਗਿਣਤੀ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਤੇ ਘਰ ਰਹਿੰਦੇ ਸੀ, 20-25 ਘਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੋਇਆ ਉਹ ਜਹਾਜ਼ ਜਾ ਕੇ ਜਿੱਥੇ ਡਿੱਗਿਆ ਤੇ ਉਸ ਦੇ ਵਿੱਚ ਭਿਆਨਕ ਅੱਗ ਲੱਗੀ, ਲੋਕਾਂ ਨੂੰ ਬੜਾ ਨੁਕਸਾਨ ਹੋਇਆ। ਜਿੱਥੇ ਇਹ 97 ਜਾਨਾਂ ਗਈਆਂ ਨੇ, ਉੱਥੇ ਅਰਸ਼ ਬਾਕੀ ਦੇ ਜਿਹੜੇ ਲੋਕ ਸੀ ਉੱਥੇ ਏਰੀਆ ਦੇ ਵਿੱਚ ਰਹਿੰਦੇ, ਉਹ ਵੀ 25-27 ਲੋਕ ਉਹ ਵੀ ਜ਼ਖਮੀ ਦੱਸੇ ਜਾਂਦੇ ਆ। ਬੜਾ ਦੁਖਦਾਈ ਹੈ। ਹੁਣ ਇਸ ਖੇਤਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਟੈਕਨੋਲੋਜੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਦੇਖੋ ਦੁਨੀਆ ਤਰੱਕੀ ਬਹੁਤ ਕਰ ਰਹੀ ਹੈ, ਉਸ ਤਰੱਕੀ ਦੇ ਨਾਲ ਸਾਨੂੰ ਫਾਇਦੇ ਵੀ ਬਹੁਤ ਹੋ ਰਹੇ, ਔਰ ਪ੍ਰੋਸ ਐਂਡ ਕੌਨਸ ਹਰ ਚੀਜ਼ ਦੇ ਹੁੰਦੇ ਆ। ਹੁਣ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਕਿ ਜਹਾਜ਼ਾਂ ਦੇ ਨੁਕਸਾਨ ਹੋਣੇ ਵੀ ਲਾਜ਼ਮੀ ਨੇ, ਆਮ ਤੌਰ 'ਤੇ ਬੰਦਾ ਜਦੋਂ ਇਸ ਤਰ੍ਹਾਂ ਦੀ ਘਟਨਾ ਤੁਸੀਂ ਤੁਹਾਡੇ ਸਾਹਮਣੇ ਆਉਂਦੀ ਆ ਤਾਂ ਤੁਹਾਡਾ ਦਿਲ ਦਹਿਲ ਜਾਂਦਾ, ਕਿਉਂਕਿ ਆਪਾਂ ਸਾਰੇ ਹੀ ਉਸ ਤਰ੍ਹਾਂ ਦੇ ਲੋਕ ਹਾਂ ਜਿਹੜੇ ਅੱਜ ਕੱਲ੍ਹ ਮਜਬੂਰੀ ਬਣ ਗਈ ਆ ਜਹਾਜ਼ਾਂ ਦਾ ਸਫ਼ਰ ਕਰਨਾ। ਪਰ ਕੀ ਜਹਾਜ਼ਾਂ ਦੇ ਵਿੱਚ ਸਫ਼ਰ ਕਰਨਾ ਬਹੁਤ ਸਾਰੇ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਵੀ ਇਹ ਤਾਂ ਬੜਾ ਨੁਕਸਾਨਦੇਹ ਹੈ, ਇਹਦੇ ਵਿੱਚ ਸਫ਼ਰ ਨਹੀਂ ਹੋਣਾ ਚਾਹੀਦਾ, ਅਲਟਰਨੇਟ ਹੋਣਾ ਚਾਹੀਦਾ। ਜਹਾਜ਼ਾਂ ਦਾ ਆਪਾਂ ਜੇਕਰ ਇਹਦੀ ਹਿਸਟਰੀ 'ਤੇ ਥੋੜ੍ਹਾ ਜਿਹਾ ਆਪਾਂ ਨਿਗਾਹ ਮਾਰ ਕੇ ਦੇਖਦੇ ਹਾਂ, ਜਹਾਜ਼ ਦੀ ਉੱਡਣ ਦੀ ਇੱਕ ਕੁਦਰਤ ਤੋਂ ਜਿਹੜੀ ਸ਼ੁਰੂ ਹੋਈ ਸੀ, ਅਸਲ 'ਚ ਜਦੋਂ ਫਸਟ ਵਰਲਡ ਵਾਰ 1913 ਤੋਂ 1919 ਤੱਕ ਲੜੀ ਗਈ ਹੈ, ਉਸ ਵੇਲੇ ਇਹ ਡਿਵੈਲਪਮੈਂਟ ਕੀਤੀ ਗਈ ਸੀ ਕਿ ਇਸ ਤਰ੍ਹਾਂ ਦੇ ਜਹਾਜ਼ ਤਿਆਰ ਕੀਤੇ ਗਏ ਜਿਹੜੇ ਬੰਬਾਰੀ ਕਰਨ ਵਾਸਤੇ ਤਿਆਰ ਕੀਤੇ ਗਏ। ਫਿਰ 1919 ਤੋਂ 1920 ਦੇ ਵਿੱਚ ਜਾ ਕੇ ਪੈਸੇਂਜਰ ਦੇ ਤੌਰ 'ਤੇ ਕੁਝ ਕੁ ਵਿਅਕਤੀਆਂ ਵਾਸਤੇ ਬੈਠਣ ਦਾ ਕੀਤਾ ਗਿਆ। ਜੇ ਤੁਸੀਂ ਹਿਸਟਰੀ 'ਤੇ ਨਿਗਾਹ ਮਾਰ ਕੇ ਦੇਖਦੇ ਹੋ ਤਾਂ 1919-20 ਤੋਂ ਜਦੋਂ ਤੋਂ ਜਹਾਜ਼ ਉੱਡਣੇ ਸ਼ੁਰੂ ਹੋਏ ਆ ਪੈਸੇਂਜਰ ਦੇ, ਐਕਸੀਡੈਂਟ ਉਦੋਂ ਤੋਂ ਹੀ ਹੁੰਦੇ ਆ ਰਹੇ, ਔਰ ਕਈ ਵਾਰ ਤਾਂ ਸਾਲ 'ਚ 25-25 30-30 ਐਕਸੀਡੈਂਟ ਦੀਆਂ ਖਬਰਾਂ ਵੀ ਆਉਂਦੀਆਂ ਨੇ। ਹੁਣ ਇਹ ਪਹਿਲਾ ਐਕਸੀਡੈਂਟ ਜਦੋਂ ਅਮਰੀਕਾ ਦੇ ਵਿੱਚ ਮੇਰੇ ਖਿਆਲ ਨਾਲ 1919 ਦੇ ਵਿੱਚ ਜਾਂ 1920 ਦੇ ਵਿੱਚ ਹੋਇਆ ਸੀ। ਆਹ ਆਪਣੇ ਨਾਲ ਸ਼ਿਕਾਗੋ ਜਿਹੜੀ ਸਟੇਟ ਹੈ ਇਲੀਨੋਇਸ, ਉਹਦੇ ਵਿੱਚ ਇੱਕ ਅਮਿਊਜ਼ਮੈਂਟ ਪਾਰਕ ਦੇ ਵਿੱਚ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਤਾਂ ਉਹ ਕ੍ਰੈਸ਼ ਹੋਇਆ ਸੀ। 24 ਵਿਅਕਤੀ ਦੀ ਮੌਤ ਉਦੋਂ 1919 ਦੇ ਵਿੱਚ ਹੋ ਗਈ ਸੀ। ਲਗਾਤਾਰ ਫਿਰ ਇਹ ਸਿਲਸਿਲਾ ਜਾਰੀ ਰਿਹਾ। ਜੇ ਆਪਾਂ ਇਹਨੂੰ ਗੱਲ ਕਰੀਏ ਬਹੁਤ ਲੰਬੀ ਚਲੀ ਜਾਣੀ ਹੈ। ਜੇਕਰ ਹੁਣ ਆਪਾਂ ਲੇਟੈਸਟ ਗੱਲ ਕਰਦੇ ਹਾਂ, 2020 ਦੇ ਵਿੱਚ ਵੀ ਇਹ ਹੋਇਆ। ਤੁਹਾਨੂੰ ਯਾਦ ਹੋਣਾ ਹੈ ਕਿ ਈਰਾਨ ਨੇ ਇੱਕ ਮਿਜ਼ਾਈਲ ਚਲਾਤੀ ਸੀ ਜਿਹਦੇ ਵਿੱਚ 176 ਵਿਅਕਤੀ ਮਾਰੇ ਗਏ ਸੀ। ਆਪਣੇ ਕੈਨੇਡਾ ਦੇ ਲੋਕ ਵੀ ਉਹਦੇ ਵਿੱਚ ਸ਼ਾਮਲ ਸਨ, ਹੈ ਨਾ। ਫਿਰ ਆ ਪਿਛਲੇ ਮਈ ਦੇ ਵਿੱਚ ਜਦੋਂ ਹੁਣ ਕਰੋਨਾ ਦਾ ਪੈਂਡੈਮਿਕ ਇੱਥੇ ਹੈਗਾ ਤਾਂ ਇਥੋਪੀਆ ਦੀ ਇੱਕ ਮਿਜ਼ਾਈਲ ਜਿਹੜੀ ਚੱਲਦੀ ਹੈ ਉਸ ਦੇ ਵਿੱਚ ਜਿਹੜੇ ਪੈਂਡੈਮਿਕ ਦਾ ਸਮਾਨ ਨਜ਼ਰ ਆ, ਰੈਸਕਿਊ ਲੈ ਕੇ ਆਉਂਦਾ ਹੈ। ਜਿਹਨੇ ਸੋਮਾਲੀਆ ਦੇ ਵਿੱਚ ਜਾਣਾ ਸੀ, ਉਹ ਜਹਾਜ਼ ਕ੍ਰੈਸ਼ ਹੁੰਦਾ ਅਤੇ ਉਹਦੇ ਵਿੱਚ ਉਹਦੇ ਜਿਹੜੇ ਕਰੂ ਮੈਂਬਰ ਵੀ ਮਾਰੇ ਜਾਂਦੇ ਅਤੇ ਸਮਾਨ ਵੀ ਵੇਸਟ ਹੋ ਜਾਂਦਾ। ਖੈਰ, ਇਹ ਕਿਉਂ ਡਿੱਗਦਾ, ਇਹਦਾ ਕੀ ਕਾਰਨ ਹੈ, ਇਹਨੂੰ ਆਪਾਂ ਇੱਕ ਪਾਸੇ ਛੱਡ ਦਈਏ। ਪਰ ਨਾਲ ਨਾਲ ਇਹ ਸਾਡੀ ਜ਼ਿੰਦਗੀ ਦਾ ਬੜਾ ਅਹਿਮ ਹਿੱਸਾ ਵੀ ਬਣ ਗਿਆ। ਇਹਦੇ ਤੋਂ ਆਹ ਤਾਂ ਦੁਖਦਾਈ ਖਬਰ ਹੈ। ਇਹ ਤੋਂ ਜਿਵੇਂ ਬਹੁਤ ਸਾਰੀਆਂ ਖਬਰਾਂ ਨੇ, ਲੋਕਾਂ ਦੇ ਟਵੀਟ ਵਗੈਰਾ ਆਏ ਕਿ ਡਰ ਲੱਗਦਾ ਹੈ ਕਿ ਇਸ ਵਿੱਚ ਸਫ਼ਰ ਨਾ ਕੀਤਾ ਜਾਵੇ। ਇੱਕ ਦਿਨ ਦੇ ਵਿੱਚ ਡਾਟਿਆਂ ਦੇ ਮੁਤਾਬਕ ਸਾਰੇ ਸੰਸਾਰ ਦੇ ਵਿੱਚ ਲਗਭਗ 1,02,000 ਤੋਂ ਉੱਪਰ ਫਲਾਈਟਾਂ ਇੱਕ ਦਿਨ 'ਚ ਹੁੰਦੀਆਂ ਨੇ। ਔਰ ਜੇਕਰ ਆਪਾਂ ਛੋਟੇ ਦੂਸਰੇ ਚਾਰਟਰਡ ਪਲੇਨਾਂ ਦੀ ਗੱਲ ਕਰ ਲੈਂਦੇ ਹਾਂ, ਹੈਲੀਕਾਪਟਰਸ ਦੀ ਗੱਲ ਕਰ ਲੈਂਦੇ ਹਾਂ, ਤਾਂ ਲਗਭਗ 1.5 ਲੱਖ ਫਲਾਈਟ ਇੱਕ ਦਿਨ ਦੇ ਵਿੱਚ ਹੁੰਦੀ ਹੈ। 1.5 ਲੱਖ ਫਲਾਈਟ ਨੂੰ ਹੁਣ ਤੁਸੀਂ ਅੰਦਾਜ਼ਾ ਲਾਓ, ਜੇਕਰ ਆਪਾਂ 165 ਦਿਨਾਂ ਦੇ ਨਾਲ ਕਰ ਰਹੇ ਹਾਂ, ਅਰਬਾਂ ਖਰਬਾਂ ਕਰੋੜਾਂ ਚਲੀ ਜਾਂਦੀ ਹੈ।
ਔਰ ਇਸ ਦੇ ਨਾਲ ਦੁਨੀਆ ਭਰ ਦਾ ਜਿਹੜਾ ਆਪਸ ਵਿੱਚ ਇਕਨੋਮੀ ਆ ਉਹ ਬੜੀ ਜ਼ਬਰਦਸਤ ਤਰੀਕੇ ਨਾਲ ਜੁੜੀ ਹੋਈ ਹੈ। ਔਰ ਇਸ ਵਾਰ ਦਾ ਤਾਂ ਐਕਸਪੈਕਟਡ ਸੀਗੀਆਂ, ਹੁਣ ਤਾਂ ਪੈਂਡੈਮਿਕ ਨੇ ਨੁਕਸਾਨ ਕਰ ਦਿੱਤਾ। ਐਕਸਪੈਕਟਡ ਸੀਗਾ ਕਿ ਪੌਣੇ 900 ਬਿਲੀਅਨ ਡਾਲਰ ਇਹਨਾਂ 에ਅਰਲਾਈਨਸ ਤੋਂ ਹੀ ਲੋਕਾਂ ਨੇ ਸਾਰਾ ਉਹ ਕਰਨਾ ਸੀ। ਹੁਣ ਤੁਸੀਂ ਆਪਾਂ ਅੰਦਾਜ਼ਾ ਲਾ ਸਕਦੇ ਕਿ ਕਦੇ ਕਦਾਈ ਇਸ ਤਰ੍ਹਾਂ ਦੀ ਘਟਨਾ ਜਦੋਂ ਹੁੰਦੀ ਹੈ ਉਹ ਦਿਲ ਨੂੰ ਝੰਜੋੜਦੀ ਤਾਂ ਬਹੁਤ ਹੈ। ਔਰ ਜਿੱਥੇ ਮੈਂ ਸਮਝਦਾ ਕਿ ਪਾਕਿਸਤਾਨ ਦੇ ਨਾਲ ਸਾਨੂੰ ਸਭ ਨੂੰ ਇਸ ਦੇ ਨਾਲ ਖੜਨਾ ਚਾਹੀਦਾ ਹੈ, ਪਰ ਉੱਥੇ ਟੈਕਨੋਲੋਜੀ ਹੈ। ਟੈਕਨੋਲੋਜੀ ਦੇ ਜਿਵੇਂ ਮੈਂ ਸਟਾਰਟਿੰਗ ਤੁਹਾਨੂੰ ਕਿਹਾ ਕਿ ਪ੍ਰੋਜ਼ ਐਂਡ ਕੌਨਸ, ਇਹ ਦੋਏ ਪਾਸੇ ਹੁੰਦੇ ਆ, ਉਹਨਾਂ ਦੇ ਨਫੇ ਵੀ ਨੇ, ਉਹਨਾਂ ਦੇ ਨੁਕਸਾਨ ਵੀ ਨੇ। ਸੋ ਇਹ ਸਾਰੀਆਂ ਚੀਜ਼ਾਂ ਲਗਾਤਾਰ ਇਸ ਦੇ ਵਿੱਚ, ਭਾਵੇਂ ਕਿ ਜਿੰਨੀ ਮਰਜ਼ੀ ਤੁਸੀਂ ਤਰੱਕੀ ਕਰੀ ਜਾਓ, ਆਉਂਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਹਿੰਦੇ ਕਿ ਉੱਡਣੀਆਂ ਕਾਰਾਂ ਵੀ ਬਣ ਜਾਣੀਆਂ ਨੇ, ਪਰ ਉਹਨਾਂ ਦੇ ਨਾਲ ਉਹ ਸਾਰੀਆਂ ਐਕਸੀਡੈਂਟ ਵੀ ਹੋਣੇ ਲੱਗ ਗਏ। ਬਿਲਕੁਲ ਉੱਡਣੀਆਂ ਕਾਰਾਂ ਦੀ ਤੁਸੀਂ ਲਾਸਟ ਦਿਨ 'ਤੇ ਗੱਲ ਕੀਤੀ ਹੈ, ਤੇ ਅਸੀਂ 2020 ਦੇ ਵਿੱਚ ਖੋਜ ਜਿਹੜੀ ਇਹਦੇ 'ਤੇ ਸ਼ੁਰੂ ਹੋ ਜਾਣੀ ਸੀ, ਪਰ ਹੁਣ ਸਾਰੇ ਗਰਾਊਂਡ ਕਰ ਦਿੱਤੇ ਗਏ ਨੇ। ਬੋਇੰਗ ਦੇ ਜਹਾਜ਼ ਜਿਹੜੇ ਨੇ ਉਹ ਹਾਦਸਾਗ੍ਰਸਤ ਹੋਏ ਸੀ, ਇੰਡੋਨੇਸ਼ੀਆ 에ਅਰਲਾਈਨ ਸੀ, ਲਾਇਨ 에ਅਰਲਾਈਨ ਸੀਗੀਆਂ, ਤਾਂ ਉਹਨਾਂ ਦੇ ਵਿੱਚ ਵੀ ਕਈ ਲੋਕ ਮਾਰੇ ਗਏ ਨੇ। ਕਈ ਜਹਾਜ਼ਾਂ ਦਾ ਤਾਂ ਹਜੇ ਤੱਕ ਪਤਾ ਵੀ ਨਹੀਂ ਲੱਗਿਆ ਕਿ ਉਹ ਜਹਾਜ਼ ਗਏ ਕਿੱਥੇ। ਜਹਾਜ਼ਾਂ ਦੀ ਜੇ ਅਸੀਂ ਗੱਲ ਕਰਨ ਲੱਗ ਜਾਈਏ ਤਾਂ ਬਹੁਤ ਸਾਰਾ ਸਮਾਂ ਸਾਡਾ, ਮੈਨੂੰ ਲੱਗਦਾ ਹੈ ਕਿ ਜਹਾਜ਼ਾਂ ਦੀ ਗੱਲ ਕਰਨ ਦੇ ਵਿੱਚ ਹੀ ਲੱਗ ਜਾਵੇਗਾ, ਕਿਉਂਕਿ ਇੱਕੋ ਸਮੇਂ ਦੇ ਵਿੱਚ ਇੰਨੇ ਲੋਕ ਬੈਠੇ ਨੇ, ਇੰਨੀ ਕਪੈਸਿਟੀ ਹੁੰਦੀ ਹੈ ਉਹਨਾਂ ਦੇ ਵਿੱਚ, ਤਾਂ ਇੱਕੋ ਸਮੇਂ ਦੇ ਵਿੱਚ ਜਦੋਂ ਹਾਦਸਾਗ੍ਰਸਤ ਹੁੰਦਾ ਤਾਂ ਭਾਰੀ ਮਾਤਰਾ ਦੇ ਵਿੱਚ ਲੋਕਾਂ ਦਾ ਨੁਕਸਾਨ ਹੁੰਦਾ, ਜਾਨਾਂ ਦਾ ਨੁਕਸਾਨ ਹੁੰਦਾ, ਜਾਨੀ ਮਾਲੀ ਨੁਕਸਾਨ ਹੁੰਦਾ ਆ। ਸੋ ਜਿਹੜਾ ਕਿ ਇੱਕ ਸਮੇਂ ਦੇ ਵਿੱਚ ਲੋਕਾਂ ਨੂੰ ਇੰਨਾ ਘਾਟਾ ਪੈਂਦਾ ਹੈ, ਉਹਨਾਂ ਦੀਆਂ ਫੈਮਲੀਆਂ ਨੂੰ ਘਾਟਾ ਪੈਂਦਾ। ਕਿੱਥੇ ਅਸੀਂ ਉਡੀਕਦੇ ਹਾਂ ਘਰਾਂ ਦੇ ਵਿੱਚ ਬੈਠੇ ਕਿ ਸਾਡੀ ਫੈਮਲੀ ਆਵੇਗੀ, ਅਸੀਂ ਉਡੀਕ ਕਰਦੇ ਹਾਂ ਕਿ ਪਲੇਨ ਦੇ ਵਿੱਚ ਬੈਠੇ ਹੋਏ ਨੇ, ਇੰਨੇ ਸਮੇਂ ਤੇ ਲੈਂਡ ਹੋਵੇਗਾ, ਤੇ ਕਿੱਥੇ ਇੰਨਾ ਭਿਆਨਕ ਜਿਹੜਾ ਉਹ ਹਾਦਸਾ ਵਾਪਰ ਜਾਣਾ। ਖਾਸ ਕਰਕੇ ਹੁਣ ਜੇ ਪਾਕਿਸਤਾਨ ਦੀ ਅਸੀਂ ਗੱਲ ਕਰ ਰਹੇ ਹੈਗੇ ਹਾਂ, ਪਾਕਿਸਤਾਨ ਦੇ ਵਿੱਚ ਹੁਣ ਈਦ ਦਾ ਸਮਾਂ ਹੈਗਾ ਆ, ਲੋਕ ਆਪਣੇ ਘਰਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਕੋਲ ਜਾ ਰਹੇ ਸਨ, ਈਦ ਮਨਾ ਰਹੇ ਸਨ। ਈਦ ਦਾ ਜਿਹੜਾ ਤਿਉਹਾਰ ਹੈ ਉਹਨੂੰ ਲੋਕ ਬਹੁਤ ਜਿਹੜਾ ਹੈ ਹਰ ਜੀ ਸੋਚਦੇ ਨੇ ਕਿ ਅਸੀਂ ਤਿਉਹਾਰ ਮਨਾਉਣਾ ਹੈ, ਬਹੁਤ ਟਾਈਮ ਤੋਂ ਇੰਤਜ਼ਾਰ ਕਰਦੇ ਨੇ ਈਦ ਦਾ, ਤੇ ਪਰ ਉਦੋਂ ਇਸ ਸਮੇਂ ਦੇ ਵਿੱਚ ਜਿਹੜਾ ਹਾਦਸਾ ਵਾਪਰ ਜਾਣਾ ਸੱਚਮੁੱਚ ਜਿਹੜਾ ਹੈਗਾ ਦੁੱਖ ਹੈਗਾ ਸਾਨੂੰ। ਹੁਣ ਇੱਕ ਪਿਛਲੇ ਹਫ਼ਤੇ ਸਾਡੇ ਇੱਥੇ ਫੌਜ ਦਾ ਜਹਾਜ਼ ਜਿਹੜਾ ਹੈ ਉਹ ਹਾਦਸਾਗ੍ਰਸਤ ਹੋਇਆ ਕੈਮਰੂਪਸ ਦੇ ਵਿੱਚ, BC ਦੇ ਵਿੱਚ, ਜਿੱਥੇ ਉੱਥੇ ਕੈਪਟਨ ਕੇਸੀ ਜਿਹੜੇ ਉਹਨਾਂ ਦੀ ਡੈਥ ਹੋ ਗਈ ਹੈ। ਉਹਨਾਂ ਦੇ ਨਾਲ ਜਿਹੜੇ ਇੱਕ ਹੋਰ ਪਾਇਲਟ ਸੀਗੇ ਉਹ ਜ਼ਖਮੀ ਸੀਗੇ, ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈਗੀ ਹੈ। ਸੋ ਉਹ ਹਾਦਸਾਗ੍ਰਸਤ ਜਿਹੜਾ ਜਹਾਜ਼ ਹੋਇਆ ਸੀ ਉਹਦੇ ਨਾਲ ਵੀ ਦੁੱਖ ਹੈਗਾ ਸਾਨੂੰ, ਕਿਉਂਕਿ ਫੌਜ ਦਾ ਜਹਾਜ਼ ਹਾਦਸਾਗ੍ਰਸਤ ਹੋ ਜਾਣਾ, ਘਰਾਂ ਦੇ ਉੱਤੇ ਡਿੱਗ ਪੈਣਾ। ਸੋ ਇਹਦੇ ਨਾਲ ਜਿਹੜੇ ਘਰਾਂ ਦੇ ਵਿੱਚ ਜਿਹੜੇ ਅਸੀਂ ਸੋਚਦੇ ਹਾਂ ਕਿ ਅਸੀਂ ਘਰਾਂ ਦੇ ਵਿੱਚ ਮਹਿਫੂਜ਼ ਹੈਗੇ ਆ, ਪਰ ਕਿਤੇ ਨਾ ਕਿਤੇ ਸਾਨੂੰ ਇਹ ਵੀ ਨਹੀਂ ਪਤਾ ਕਿ ਕਦੋਂ ਕੁਦਰਤੀ ਤੌਰ 'ਤੇ ਕਹਿ ਲਓ, ਚਾਹੇ ਉਹ ਟੈਕਨੀਕਲ ਫਾਲਟ ਕਹਿ ਲਓ, ਕਿ ਕਦੋਂ ਸਾਡੇ ਦੇ ਉੱਤੇ ਕਰੋਪੀ ਆ ਜਾਣੀ ਹੈ, ਕਦੋਂ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਹੋ ਜਾਣਾ ਹੈ ਇੱਕ ਟਾਈਮ ਦੇ ਵਿੱਚ। ਹੁਣ ਸਿਆਸਤਾਂ ਦੀ ਅਸੀਂ ਗੱਲ ਕਰ ਰਹੇ ਹਾਂ, ਪਰ ਜੇ ਇੰਡੀਆ ਦੀ ਗੱਲ ਕਰ ਰਹੇ ਹਾਂ, ਅਸੀਂ ਵਰਲਡ ਦੀ ਗੱਲ ਕਰ ਰਹੇ ਹਾਂ, ਜੇ ਪੰਜਾਬ ਦੀ ਗੱਲ ਨਾ ਕਰੀਏ ਤਾਂ ਥੋੜਾ ਜਿਹਾ ਅਧੂਰਾ ਰਹਿ ਜੂਗੀ ਆਪਣੀ ਕਨਵਰਸੇਸ਼ਨ। ਤੇ ਪੰਜਾਬ ਦੇ ਵਿੱਚ ਵੀ ਜਿਹੜੀ ਸਿਆਸਤ ਉਹ ਚੱਲਦੀ ਰਹਿੰਦੀ ਹੈਗੀ ਹੈ। ਕਾਂਗਰਸ ਸਰਕਾਰ ਹੈਗੀ ਆ, ਉੱਥੇ ਵੀ ਐਮਰਜੈਂਸੀ ਜਿਹੜੀ ਹੈਗੀ ਆ, ਪਹਿਲਾਂ ਕਰਫਿਊ ਸੀਗਾ, ਉੱਥੇ ਸ਼ਟਡਾਊਨ ਕਰ ਦਿੱਤਾ ਕਰੋਨਾ ਵਾਇਰਸ ਕਰਕੇ, ਤੇ ਫਿਰ ਉਸ ਤੋਂ ਬਾਅਦ ਹੁਣ ਜਿਹੜੀ ਹੈ ਐਮਰਜੈਂਸੀ ਉੱਥੇ ਵਧਾ ਦਿੱਤੀ ਗਈ ਹੈ। ਜਿਹੜਾ ਵੀ ਕੋਈ ਉੱਥੇ ਜਾ ਰਿਹਾ ਕੁਆਰੰਟੀਨ ਹਰੇਕ ਥਾਂ ਦੇ ਉੱਤੇ, ਹਰ ਪਾਸੇ ਹੀ, ਜੇ ਕੋਈ ਕਿਸੇ ਦੇਸ਼ ਦੇ ਵਿੱਚ ਜਾ ਰਿਹਾ ਹੈਗਾ, ਕਿਸੇ ਕੰਟਰੀ ਦੇ ਵਿੱਚ ਜਾ ਰਿਹਾ ਹੈਗਾ ਤਾਂ ਉਹਨੂੰ ਕੁਆਰੰਟੀਨ ਕਰਨਾ ਪੈਣਾ ਹੈਗਾ। ਫਿਰ ਉੱਥੇ ਜੋ ਹੁਣ MLAs ਦੀ ਗੱਲ ਕਰ ਲਈਏ ਤਾਂ ਉੱਥੇ ਵੀ ਬਿਆਨਬਾਜ਼ੀ ਕੀਤੀ ਜਾ ਰਹੀ ਹੈਗੀ ਹੈ, ਨਵੀਂ ਬਿਆਨਬਾਜ਼ੀ ਜਿਹੜੀ ਪ੍ਰਗਟ ਸਿੰਘ ਹੈਗੇ ਆ ਜਿਹੜੇ ਉਹਨਾਂ ਦੇ ਵੱਲੋਂ ਕੀਤੀ ਗਈ ਹੈਗੀ ਹੈ। ਸੋ ਕੀ ਬਿਆਨਬਾਜ਼ੀ ਹੈਗੀ ਹੈ, ਕੀ ਹੋ ਰਿਹਾ ਉੱਥੇ ਸਿਆਸਤ ਦੇ ਵਿੱਚ? ਅਸਲ 'ਚ ਇੱਕ ਪੰਜਾਬੀ ਦੀ ਕਹਾਵਤ ਹੁੰਦੀ ਹੈ ਵੀ ਕੁੱਕੜ ਖੇ ਖੜਾਈ, ਇਹਨੇ ਕੁੱਕੜ ਖੇ ਉਡਾਈ ਤੇ ਮੁੜ ਆਪਣੇ ਝਾਟੇ ਪਾਈ। ਇਹ ਸਿਆਸਤ ਦੇ ਵਿੱਚ ਜਿਹੜਾ ਸਾਡੇ ਉੱਥੇ ਰਾਮ ਰੌਲਾ ਖਿੱਚਣ ਦੌੜਨ ਦਾ ਚੱਲਦਾ, ਅਸੀਂ ਇੱਕ ਸਰਕਾਰ ਨੂੰ ਇਸ ਕਰਕੇ ਕੱਢਦੇ ਹਾਂ, ਇਸ ਕਰਕੇ ਨਹੀਂ ਕੱਢਦੇ ਕਿ ਹਾਂਜੀ ਅਸੀਂ ਉਹਨੂੰ ਪਿਆਰ ਕਰਦੇ ਹਾਂ, ਉਹਦੇ ਮੁਖਾਲਫਤ ਕਰਦੇ ਹਾਂ। ਸਾਡੇ ਕੋਲ ਆਪਸ਼ਨ ਕੋਈ ਨਹੀਂ ਹੈ, ਟਿਪੀਕਲ ਰਾਜ ਚੱਲੇ ਆ ਰਹੇ ਆ, ਇੱਕ ਨੂੰ ਛੱਡਦੇ ਹਾਂ ਤਾਂ ਦੂਸਰੇ ਦੀ ਮਜਬੂਰੀ ਹੋ ਜਾਂਦੀ ਹੈ, ਹੁਣ ਇਹਨੇ ਆਉਣਾ ਹੀ ਆਉਣਾ ਹੈ। ਇਹ ਨੂਰਾ ਕੁਸ਼ਤੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਸਾਡੀਆਂ ਆਮ ਤੌਰ 'ਤੇ ਚੱਲਦੀ ਹੈ, ਉਹਦੇ 'ਚ ਲੋਕਾਂ ਨੂੰ ਬਦਲ ਕੋਈ ਨਹੀਂ ਲੱਭਦਾ। ਸੋ ਜੇਕਰ ਬਦਲ ਦੀ ਲੋਕ ਸੋਚਦੀ ਹੈ, ਜਿਹੜੇ ਬੰਦੇ ਨੂੰ ਜਿਹੜੀਆਂ ਨਵੀਆਂ ਪਾਰਟੀਆਂ ਉੱਠਦੀਆਂ, ਜਿਵੇਂ ਸਟਾਰਟਿੰਗ ਤੁਹਾਨੂੰ ਮੈਂ ਗੱਲ ਕਹੀ ਸੀ, ਉੱਠਦੀਆਂ ਤਾਂ ਆਈਡੀਓਲੋਜੀ ਦੇ ਨਾਲ ਨੇ, ਪਰ ਅਖੀਰ ਵਿੱਚ ਜਾ ਕੇ ਉਹ ਡਿਕਟੇਟਰ ਦੇ ਰੂਪ ਵਿੱਚ ਬਣ ਜਾਂਦੀਆਂ ਨੇ। ਇੱਕ ਜਿਵੇਂ ਆਮ ਆਦਮੀ ਪਾਰਟੀ ਨੇ ਸੋਚਿਆ ਸੀ ਕਿ ਜੀ ਆਪਾਂ ਕੇਜਰੀਵਾਲ ਸਾਹਿਬ ਲਿਆਉਣੇ ਆ, ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ, ਪਰ ਉਹ ਕੇਜਰੀਵਾਲ ਸਾਹਿਬ ਨੇ ਸਾਰਿਆਂ ਦੇ ਲੱਤਾਂ ਮਾਰ ਕੱਢਤੇ ਤੇ ਆਪਣਾ ਜਗੜ ਸੈੱਟ ਕਰ ਲਿਆ। ਸੋ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਕਿਉਂਕਿ ਮੈਂ ਅਜੀਤ ਅਖਬਾਰ ਦੇ ਵਿੱਚ ਵੀ ਕੰਮ ਕਰਦਾ, ਮੈਨੂੰ ਮੌਕਾ ਮਿਲਿਆ, ਤਾਂ ਸਾਧੂ ਸਿੰਘ ਹਮਦਰਦ ਉਹਦੇ ਬਾਨੀ ਸਨ। ਉਹਨਾਂ ਦੀ ਇੱਕ ਪੋਇਮ ਦੀਆਂ ਕੁਛ ਲਾਈਨਾਂ ਮੈਨੂੰ ਯਾਦ ਰਹਿੰਦੀਆਂ ਨੇ, ਮੁੱਦਤਾਂ ਤੋਂ ਸਾਨੂੰ ਆਸਾਂ ਸਨ, ਆਉਣਾ ਹੈ ਉਹਨੇ ਆਉਣਾ ਹੈ, ਆਉਂਦੇ ਹੀ ਆਖਣ ਲੱਗੀ ਜਾਣਾ ਹੈ ਮੈਂ ਜਾਣਾ। ਉਹ ਹਾਲਾਤ ਸਾਡੇ ਇੱਥੇ ਹੋਏ ਪਏ ਆ।
ਹਾਲਾਤ ਇਦਾਂ ਦੇ ਆ ਕਿ ਅਸੀਂ ਮੁੱਦਤਾਂ ਤੋਂ ਇਹ ਆਸ ਲਾਈ ਸੀ। ਇੱਕ ਦਹਾਕਾ ਲੰਘ ਗਿਆ ਸੀ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਿਹੜੀ ਗੱਠਜੋੜ ਸਰਕਾਰ ਸੀ, ਉਸ ਦੇ ਵਿੱਚ ਬਹੁਤ ਸਾਰੇ ਦੋਸ਼ ਲੱਗੇ। ਕਿਹੜੀ ਉਹ ਚੀਜ਼ ਹੈ, ਕਿਹੜਾ ਉਹ ਗਲਬਾ ਹੈ ਜਿਹਤੇ ਉਂਗਲ ਨਹੀਂ ਉੱਠੀ। ਕਿਸਾ ਚਾਹੇ ਰੇਤ ਮਾਫੀਆ ਦੀ ਗੱਲ ਚੱਲ ਲਈਏ, ਚਾਹੇ ਬਜ਼ਰੀ ਮਾਫੀਆ ਦੀ ਗੱਲ ਚੱਲ ਲਈਏ, ਚਾਹੇ ਸ਼ਰਾਬ ਮਾਫੀਆ ਦੀ ਗੱਲ ਕਰ ਲਈਏ, ਚਾਹੇ ਕੇਵਲ ਮਾਫੀਆ ਦੀ ਗੱਲ ਕਰ ਲਈਏ, ਜਾਂ ਫਿਰ ਰਾਜਨੀਤਿਕ ਤੌਰ 'ਤੇ ਕਬਜ਼ਿਆਂ ਦੀਆਂ ਗੱਲਾਂ ਹੋਣ, ਉਹ ਸਾਰੀਆਂ ਉਸ ਸਮੇਂ ਦੇ ਵਿੱਚ ਹੋਈਆਂ। ਅਤੇ ਕਿੰਨਾ ਕੁਛ ਹੋਇਆ, ਪੁਲਿਸ ਵਾਲਿਆਂ ਦੀਆਂ, ਅਧਿਆਪਕਾਂ ਦੀਆਂ ਕੁੱਟਾਂ ਮਾਰਾਂ, ਬੜੇ ਵੱਡੇ ਮਾਮਲੇ। ਲੋਕਾਂ ਨੂੰ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਬਾਹਦ ਇਸ ਤਰ੍ਹਾਂ ਦੇ ਨੇਤਾ ਨੇ, ਜੇ ਇਹ ਪੰਜਾਬ ਦੇ ਵਿੱਚ ਆ ਜਾਣਗੇ ਤਾਂ ਪੰਜਾਬ ਦੇ ਦਿਨ ਸੁਧਰ ਜਾਣਗੇ। ਉਹੀ ਕਿਸਾਨੀ ਫੇਰ ਖੁਸ਼ਹਾਲ ਹੋ ਜੂਗੀ। ਕੁਛ ਜ਼ਮੀਨਾਂ ਵੇਚ ਕੇ ਜਿਹਨੇ ਬਾਹਰ ਭੇਜਣੇ ਬੱਚੇ ਬਾਹਰ ਭੇਜ ਦੇਣਗੇ, ਆਪਣੇ ਵਿਆਹ ਕਰਾ ਲੈਣਗੇ, ਖੁਸ਼ਹਾਲ ਚੰਗਾ ਜਿਹਾ ਘਰ ਪਾ ਲੈਣਗੇ। ਮੁੱਦਤਾਂ ਤੋਂ ਆਸਾਂ ਸਨ ਵੀ ਆਉਣਾ ਹੈ, ਉਹ ਆਏ, ਸਰਕਾਰ ਬਣ ਗਈ, ਉਹਨਾਂ ਨੂੰ ਖਟੋਲੇ ਮਿਲ ਗਏ, ਫਾਰਮ ਹਾਊਸ ਵੀ ਬਣ ਗਏ, ਵਿਦੇਸ਼ਾਂ ਤੋਂ ਗੈਸਟ ਆ ਕੇ ਵੀ ਰਹਿਣ ਲੱਗੇ। ਪਰ ਆਮ ਲੋਕਾਂ ਦਾ ਕੀ ਬਣਿਆ? ਕੁਛ ਵੀ ਨਹੀਂ। ਵਾਅਦਾ ਕੀ ਕਰਕੇ ਆਏ ਸੀ ਕਿ ਅਸੀਂ ਜੇ ਪਾਵਰ 'ਚ ਆਉਂਦੇ ਹਾਂ ਤਾਂ ਅਸੀਂ ਪਾਵਰ ਵਿੱਚ ਆ ਕੇ ਜੋ ਪੰਜਾਬ ਦੇ ਮੁੱਦੇ ਨੇ, ਜਿਹੜਾ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਸੀ ਬਰਗਾੜੀ ਵਾਲਾ, ਕਿ ਬਰਗਾੜੀ ਦੇ ਮਾਮਲੇ 'ਚ ਆ ਕੇ ਸਭ ਤੋਂ ਪਹਿਲਾਂ ਸਿੱਟ ਬਣਾ ਕੇ ਵੱਡਾ ਫੈਸਲਾ ਅਸੀਂ ਕਰ ਦੇਣਾ ਅਤੇ ਸਾਰੇ ਦੋਸ਼ੀ ਫੜ ਫੜ ਕੇ ਅੰਦਰ ਕਰ ਦੇਣੇ ਆ। ਉਸ ਤੋਂ ਬਿਨਾਂ ਉਹਨਾਂ ਨੇ ਕਿਹਾ ਸੀ ਕਿ ਡਰੱਗ ਪੰਜਾਬ ਦਾ ਇੱਕ ਬਹੁਤ ਹੀ ਅਹਿਮ ਮਾਮਲਾ ਹੈ। ਪੰਜਾਬ ਦੀ ਜਵਾਨੀ ਇਹਨੇ ਖਤਮ ਕਰਤੀ। ਰਾਹੁਲ ਗਾਂਧੀ ਨੇ 70% ਤਾਈਂ ਡਾਟੇ ਦੱਸ ਕੇ ਦੱਸਿਆ ਸੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਇਸ ਦਲਦਲ ਦੇ ਵਿੱਚ ਧੱਸ ਚੁੱਕੇ ਆ। ਇਹ ਕਿਹਾ ਗਿਆ ਕਿ ਅਸੀਂ ਇਸ ਮਾਮਲੇ 'ਚ ਮਹੀਨਾ 'ਚ ਗੁਟਕਾ ਸਾਹਿਬ ਫੜ ਕੇ ਇੱਕ ਰੈਲੀ ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ ਕਿ 1 ਮਹੀਨਾ ਦੇ ਦਿਓ, ਲੱਕ ਤੋੜ ਦਿਆਂਗੇ ਅਸੀਂ ਇਹਦਾ। ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਸਮਾਂ ਤਬਦੀਲ, ਸਮਾਂ ਕਿਤੇ ਰੁਕਦਾ ਹੁੰਦਾ? ਸਮਾਂ ਤਾਂ ਕਬਦੀ ਦੀ ਘੜੀ ਲਗਾਤਾਰ ਚੱਲੀ ਜਾਣੀ ਹੈ। ਸੋ ਸਾਲ ਤੁਹਾਡੇ 3 ਤੋਂ ਉੱਪਰ ਨਿਕਲ ਗਏ, ਅਜੇ ਤੱਕ ਇੱਕ ਵੀ ਮਾਮਲਾ ਇਹੋ ਜਿਹਾ ਨਹੀਂ ਜਿਹੜਾ ਤੁਸੀਂ ਸੋਲਵ ਉਹਦਾ ਕੀਤਾ ਹੋਵੇ। ਚਿੰਗਾਰੀ ਲੱਗਣੀ ਲਾਜ਼ਮੀ ਹੈ, ਕਿਉਂਕਿ ਲੋਕਾਂ ਨੂੰ ਆਸਾਂ ਬਹੁਤ ਸੀ ਵੀ ਕੁਛ ਨਾ ਕੁਛ ਹੋਊਗਾ। ਸਾਰੀਆਂ ਆਸਾਂ ਦੇ ਪਾਣੀ ਫਿਰ ਗਿਆ। ਲੋਕ ਹੁਣ ਹੱਥਾਂ 'ਤੇ ਦੰਦੀਆਂ ਵੱਢ ਰਹੇ ਨੇ ਵੀ ਅਸੀਂ ਜਾਈਏ ਕਿਸ ਪਾਸੇ ਨੂੰ। ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇਸ ਵੇਲੇ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਮੁਖਾਲਫਤ ਕੀਤੀ। ਨਵਜੋਤ ਸਿੰਘ ਸਿੱਧੂ ਨੇ ਜਨਰਲ ਇਲੈਕਸ਼ਨਾਂ ਦੇ ਵਿੱਚ ਬਠਿੰਡਾ ਦੀ ਇੱਕ ਰੈਲੀ ਦੇ ਵਿੱਚ ਸ਼ਰੇਆਮ ਕਹਿ ਦਿੱਤਾ ਕਿ ਜਿਹੜੇ 25-75 ਵਾਲੇ ਨੇ, 25-75 ਵਾਲਾ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਫਿਰ ਦਿਮਾਗ ਕਿਤੇ ਘੁੰਮਦਾ ਹੈ ਵੀ 25-75 ਹੈ ਕੀ ਹੈ। 25 ਇਹ ਹੈ ਕਿਉਂਕਿ ਪਹਿਲਾਂ ਜਿਹੜਾ ਸਾਰਾ ਮਾਫੀਆ ਜਾਂ ਰੈਵਨਿਊ ਉਹਨਾਂ ਕੋਲ ਜਾਂਦਾ ਸੀ, ਚਾਹੇ ਸ਼ਰਾਬ ਦੇ ਠੇਕਿਆਂ ਦੇ ਥਰੂ ਜਾਂਦਾ ਸੀ, ਜਾਂ ਫਿਰ ਰੇਤੇ ਦੇ ਥਰੂ ਜਾਂਦਾ ਸੀ, ਜਾਂ ਫਿਰ ਕੇਵਲ ਮਾਫੀਆ ਦੇ ਥਰੂ ਜਾਂਦਾ ਸੀ। ਜਿਹੜਾ 20-50 ਕਰੋੜ ਵਾਲਾ ਮਸਲਾ ਨਹੀਂ ਹੈ ਅਰਸ਼ ਜੀ, ਇਹ ਸੈਂਕੜੇ ਕਰੋੜਾਂ ਦਾ ਕੰਮ ਹੈ ਵੀ ਉਹ ਜਾਂਦਾ ਸੀ। ਹੁਣ ਕਿਹਨਾਂ ਕੋਲ ਜਾਣ ਲੱਗ ਗਿਆ? ਫਿਰ ਇਮਾਨਦਾਰੀ ਅਸੀਂ ਕਿੱਥੋਂ ਭਾਲਦੇ ਹਾਂ? ਉਸ ਚੀਜ਼ ਦੇ ਚੱਲਦਾ ਨਵਜੋਤ ਸਿੰਘ ਸਿੱਧੂ ਤਾਂ ਮੰਤਰੀ ਮੰਡਲ 'ਚੋਂ ਅਸਤੀਫਾ ਦੇ ਕੇ ਘਰ ਬੈਠ ਗਿਆ। ਹੁਣ ਉਸੇ ਦੀ ਦੌਰ 'ਤੇ ਲੋਕ ਗੱਲਾਂ ਕਰ ਰਹੇ ਆ ਕਿ ਬਰਗਾੜੀ ਦਾ ਮਾਮਲਾ ਕਿੱਥੇ ਹੈ। ਕੱਲ੍ਹ ਨੂੰ ਕਾਂਗਰਸੀਆਂ ਨੇ ਵੀ ਵੋਟਾਂ ਲੈਣ ਜਾਣਾ। ਇਹ ਨਾ ਸਮਝਣ ਵੀ ਅਕਾਲੀਆਂ ਨੂੰ ਲੋਕ ਗੋਹੇ ਦੀਆਂ ਪਾਥੀਆਂ ਮਾਰਦੇ ਸੀ ਤਾਂ ਇਹਨਾਂ ਨੂੰ ਫੁੱਲ ਪਾਉਣਗੇ। ਇਹਨਾਂ ਦਾ ਸਵਾਗਤ ਵੀ ਉਵੇਂ ਹੋਣਾ। ਸੋ ਇਸ ਕਰਕੇ ਉਹ ਸਾਰੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਕਿਤੇ ਨਾ ਕਿਤੇ ਡਰਦੇ ਹੈ ਕਿ ਮੌਜੂਦਾ ਜਿਹੜੇ ਕੈਪਟਨ ਤੋਂ ਖੂੰਡੇ ਤੋਂ ਅਸੀਂ ਆਸ ਰੱਖੀ ਸੀ, ਉਹ ਖੂੰਡੇ ਨੂੰ ਲਾ ਕੇ ਸਿਉਂਕ ਉਹਦਾ ਬਣਦਾ ਕੁਛ ਨਹੀਂ। ਇਸ ਕਰਕੇ ਹੁਣ ਪਿਛਲੇ ਦਿਨਾਂ 'ਚ ਜਿੱਥੇ ਵੱਡੀਆਂ ਖਬਰਾਂ ਇਹ ਆ ਰਹੀਆਂ ਨੇ ਕਿ ਜੇਕਰ ਕੇਂਦਰ ਦੇ ਵਿੱਚ ਕਾਂਗਰਸ ਐਡੀ ਵੀਕ ਨਾ ਹੁੰਦੀ, ਜੇਕਰ ਕੇਂਦਰ ਦੇ ਵਿੱਚ ਬੈਠੀ ਕਾਂਗਰਸ ਪੰਜਾਬ ਦੇ MLA ਨੂੰ ਜਾਂ ਮੰਤਰੀਆਂ ਨੂੰ ਬੁਲਾ ਲਵੇ ਕਿ ਸਰਕਾਰ ਦੀ ਕਾਰਜਕਾਰੀ ਕਿਹੋ ਜਿਹੀ ਹੈ, ਤਾਂ ਇਸ ਵੇਲੇ 80 MLA ਨੇ। ਮੈਨੂੰ ਲੱਗਦਾ ਜਾਂ ਸੂਤਰ ਦੱਸਦੇ ਆ ਕਿ 70 ਦੇ ਕਰੀਬ ਤਾਂ ਕੈਪਟਨ ਸਾਹਿਬ ਦੇ ਖਿਲਾਫ ਜਾ ਸਕਦੇ ਆ। ਹੁਣ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਨਵਜੋਤ ਸਿੰਘ ਸਿੱਧੂ, ਹੁਣ ਪ੍ਰਗਟ ਸਿੰਘ ਨੇ ਉਹ ਗੱਲਾਂ ਰੱਖਤੀਆਂ ਕਿ ਜਿਹੜੀਆਂ ਪਾਲਿਸੀਆਂ ਦੀ ਆਪਾਂ ਗੱਲਾਂ ਕਰਦੇ ਹਾਂ ਕਿ ਅਸੀਂ ਸ਼ਰਾਬ ਮਾਫੀਆ ਅਸੀਂ ਕਾਰਪੋਰੇਸ਼ਨ ਕਿਉਂ ਨਹੀਂ ਬਣਾ ਸਕਦੇ, ਕਿਉਂ ਨਹੀਂ ਅਸੀਂ ਉਸ ਤਰੀਕੇ ਨਾਲ ਰੈਵਨਿਊ ਇਕੱਠਾ ਕਰ ਸਕਦੇ ਜਦੋਂ ਕਰਨਾਟਕਾ ਵਰਗੀਆਂ ਸਟੇਟਾਂ ਕਰ ਸਕਦੀਆਂ ਨੇ, ਤਾਂ ਪੰਜਾਬ ਦੇ ਵਿੱਚ ਕੀ ਕਾਰਨ ਹੈ? ਕਿਉਂ ਦੋਸ਼ ਇਸ ਗੱਲ ਦੇ ਲੱਗ ਰਹੇ ਆ ਕਿ ਡਿਸਟਿਲਰੀਆਂ ਰਾਤ ਨੂੰ ਖੁੱਲ੍ਹਦੀਆਂ ਨੇ ਅਤੇ ਨਜਾਇਜ਼ ਸ਼ਰਾਬਾਂ ਵਿਕਦੀਆਂ ਨੇ। ਉਹ ਪੋਲੀਟੀਕਲ ਤੁਹਾਡੀ ਸਰਪ੍ਰਸਤੀ ਤੋਂ ਬਿਨਾਂ ਤਾਂ ਪੋਸੀਬਲ ਹੋ ਨਹੀਂ ਸਕਦੀਆਂ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਕੈਪਟਨ ਸਾਹਿਬ ਨੂੰ ਫਿਰ ਫਾਰਮ ਹਾਊਸ ਦੇ ਵਿੱਚ ਜਿਹੜਾ ਉਹਨਾਂ ਦਾ ਹੁਣ ਸਰਕਾਰ ਚੱਲ ਰਹੀ ਹੈ, ਉੱਥੇ ਫਿਰ ਉਹਨੇ ਕਿਹਾ ਕਿ ਆਪਾਂ ਲੰਚ ਡਿਪਲੋਮੈਸੀ ਉਹਨਾਂ ਦਾ ਸੁਭਾਅ ਹੈ। ਉਹਨਾਂ ਨੇ ਲੰਚ 'ਤੇ ਫਿਰ ਮੰਤਰੀ ਅਤੇ ਕੁਛ MLA ਸਾਹਿਬਾਨ, ਜਿਨ੍ਹਾਂ 'ਚੋਂ ਖਾਸ ਤੌਰ 'ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਜ਼ਿਕਰ ਕਰਨਾ, ਜਾਂ ਫਿਰ ਪ੍ਰਗਟ ਸਿੰਘ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੂੰ ਸੱਦਿਆ ਗਿਆ। ਫਿਰ ਗਿੱਦੜਬਾਹੇ ਤੋਂ ਜਿਹੜੇ MLA ਨੇ ਔਰ ਆਪਦੇ ਉਹਨਾਂ ਨੇ ਸਲਾਹਕਾਰ ਵੀ ਲਾਏ ਸੀ, ਰਾਜਾ ਵੜਿੰਗ, ਉਹਨਾਂ ਨੂੰ ਸੱਦਿਆ ਗਿਆ। ਉਸ ਦੇ ਵਿੱਚ ਵੀ ਉਹਨਾਂ ਨੇ ਉਹ ਗੱਲਾਂ ਕਹੀਆਂ ਕਿ ਨਾ ਤਾਂ ਤੁਹਾਡੇ ਪ੍ਰਿੰਸੀਪਲ ਸੈਕਟਰੀ ਨੇ
ਉਹ ਬੰਦੇ ਨੂੰ ਬੰਦਾ ਸਮਝ ਰਹੇ ਨੇ, ਮੰਤਰੀ ਨੂੰ ਮੰਤਰੀ ਸਮਝ ਰਹੇ ਨੇ, ਤੇ ਤੁਸੀਂ ਆਪਣਾ ਫਾਰਮ ਹਾਊਸ ਤੇ ਇੱਥੋਂ ਬੈਠੇ ਸਰਕਾਰ ਚਲਾ ਰਹੇ ਹੋ। ਆਮ ਲੋਕਾਂ ਦਾ ਕੀ ਬਣੂਗਾ? ਹੁਣ ਕੈਪਟਨ ਅਮਰਿੰਦਰ ਨੇ ਆਪਣੇ ਸਾਥੀਆਂ ਰਾਹੀਂ ਇਹ ਗੱਲ ਤਾਂ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ, ਸਵੀਟਿਸ਼ ਸਵਾਦੀ ਖਾਣੇ ਖਿਲਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਬੜੀਆਂ ਸਵੀਟਸ ਦੀਆਂ ਫਿਰ ਕੌਲੀਆਂ ਵੀ, ਆਈਸਕ੍ਰੀਮਾਂ ਵੀ ਵਰਤਾਈਆਂ ਗਈਆਂ ਵੀ ਤੁਸੀਂ ਖਾਓ ਜੀ, ਠੰਡੇ ਹੋਵੋ ਥੋੜ੍ਹੇ ਜਿਹੇ। ਪਰ ਉਹ ਠੰਡ ਉੱਥੇ ਅੰਦਰ ਤੱਕ ਹੀ ਰਹੀ। ਬਾਹਰ ਨਿਕਲ ਕੇ ਭਾਵੇਂ ਕਿ ਥੋੜ੍ਹੇ ਬਹੁਤੇ ਸੁਰ ਮੰਤਰੀਆਂ ਦੇ ਤੇ ਐਮਐਲਏ ਦੇ ਹੋਏ, ਪਰ ਉਹਨਾਂ ਨੇ ਕਿਹਾ ਕਿ ਆਹ ਜਿਹੜੇ ਮੁੱਦੇ ਨੇ ਇਹਨਾਂ ਕਰਕੇ ਅਸੀਂ ਖਾਸ ਤੌਰ ਤੇ ਵੋਕਲ ਨੇ। ਸੁਖਜਿੰਦਰ ਸਿੰਘ ਰੰਧਾਵਾ ਬਹੁਤ ਆਮ ਤੌਰ ਤੇ ਮੰਤਰੀ ਤਾਂ ਵਿੱਚ ਕਰਨੀ ਜੀ ਦੇ ਕੇ ਆਪਣਾ ਨਰਮੀ ਰੱਖ ਲੈਂਦੇ ਆ, ਸੁਖਜਿੰਦਰ ਸਿੰਘ ਰੰਧਾਵਾ ਬੜੇ ਵੋਕਲ ਨੇ। ਉਹਨਾਂ ਨੇ ਕਿਹਾ ਕਿ ਇਹ ਜਵਾਬ ਸਾਨੂੰ ਦੇਣੇ ਪੈਣੇ, ਸਾਡੀ ਸਰਕਾਰ ਦਾ ਫੇਲੀਅਰ ਹੈ, ਔਰ ਪ੍ਰਗਟ ਸਿੰਘ ਉਹਨਾਂ ਨੇ ਵੀ ਰੱਖੀ ਹੈ। ਸੋ ਇਸ ਕਰਕੇ ਆਉਂਦਾ ਸਮਾਂ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਹੈ, ਕੈਪਟਨ ਅਮਰਿੰਦਰ ਵਾਸਤੇ ਜਿਹੜਾ ਫਾਰਮ ਹਾਊਸ ਸੀ ਉਹ ਆਨੰਦ ਵਾਲਾ ਨਿਕਲ ਗਿਆ, ਤੇ ਆਉਂਦਾ ਸਮਾਂ ਹੈ ਉਹ, ਕਿਉਂਕਿ ਪੰਜਾਬ ਦੇ ਲੋਕ ਹੁਣ ਤੋਂ ਜਿਹੜਾ 1.5 ਸਾਲ ਰਹਿ ਗਿਆ, ਕਿਉਂਕਿ ਅਕਾਲੀਆਂ ਦੇ ਵੀ ਬਹੁਤ ਸਾਰੀਆਂ ਗਲਤੀਆਂ ਉਹਨਾਂ ਨੇ ਬਹੁਤ ਕੀਤੀਆਂ ਹੋਈਆਂ ਨੇ ਜਾਣਬੁੱਝ ਕੇ। ਔਰ ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਇਹ ਚਾਂਸਿਸ ਹੋ ਸਕਦੇ ਆ ਕਿ ਆਮ ਆਦਮੀ ਪਾਰਟੀ ਬੀਜੇਪੀ ਨਾਲ ਰਲ ਕੇ ਪੰਜਾਬ ਦੇ ਵਿੱਚ ਕੋਸ਼ਿਸ਼ ਕਰ ਸਕਦੀ ਹੈ। ਇਹਦੇ ਵਿੱਚ ਦੋ ਕਤਰੀ ਹੈ ਨਹੀਂ। ਨਵਜੋਤ ਸਿੰਘ ਸਿੱਧੂ ਵਰਗਾ ਲੀਡਰ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਦੇ ਸਾਰੇ ਉਹਦੇ ਵੱਲ ਨਿਗਾਹ ਲਾ ਕੇ ਦੇਖ ਰਹੇ ਕਿਸ ਪਾਸੇ ਨੂੰ ਜਾਊਗਾ, ਇਹ ਕਾਂਗਰਸ 'ਚ ਰਹਿੰਦਾ ਕਿ ਨਹੀਂ ਰਹਿੰਦਾ, ਕੀ ਇਹ ਆਮ ਆਦਮੀ ਪਾਰਟੀ ਵੱਲ ਚਲੇ ਜਾਊਗਾ। ਇਹ ਸਾਰੀਆਂ ਕੈਲਕੂਲੇਸ਼ਨਾਂ ਪੰਜਾਬ ਦੇ ਲੋਕ ਲਾਈ ਬੈਠੇ ਆ ਜਾਂ ਕੋਸ਼ਿਸ਼ ਕਰ ਰਿਹਾ, ਸਮਝਣ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਅਜੇ ਤੱਕ ਅਰਸ਼ ਜੀ ਕੋਈ ਵੀ ਮੈਨੂੰ ਇਸ ਤਰ੍ਹਾਂ ਦੀ ਪਾਰਟੀ ਨਜ਼ਰ ਨਹੀਂ ਆਉਂਦੀ ਜਿਹੜੀ ਪੰਜਾਬੀਆਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਵਾਲੀ ਹੋਵੇ। ਚਾਹੇ ਉਹ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਲੋਕ ਬਹੁਤ ਗੱਲ ਕਰਦੇ ਆ ਕਿ ਉਹਨਾਂ ਨੇ ਜੀ ਉੱਥੇ ਚਲਾਤਾ, ਪਰ ਆਮ ਆਦਮੀ ਪਾਰਟੀ ਦੀ ਅਡਾਲਸੀ ਕਿਤੇ ਨਾ ਕਿਤੇ ਉਹ ਜਨਸੰਘ ਦੇ ਨਾਲ ਰਲਦੀ ਅਡਾਲਸੀ ਨਜ਼ਰ ਆਉਂਦੀ ਹੈ। ਅਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਬਹੁਤ ਆਸਾਂ ਸਨ ਉਹਨਾਂ 'ਤੇ ਪਾਣੀ ਫਿਰਦਾ ਅਜੇ ਤਾਂ ਨਜ਼ਰ ਆਉਂਦਾ। ਅਜੇ ਪਤਾ ਨਹੀਂ, ਬਾਕੀ ਭਵਿੱਖ ਹੈ, ਆਉਣ ਵਾਲਾ ਭਵਿੱਖ ਦੇ ਵਿੱਚ ਕੁਝ ਵੀ ਹੋ ਕੀ ਹੋਵੇਗਾ, ਕੁਝ ਵੀ ਹੋ ਸਕਦਾ ਜੀ, ਹੈ। ਟਾਈਮ ਤਾਂ 1 ਮਿੰਟ ਦਾ ਨਹੀਂ ਪਤਾ ਹੁੰਦਾ ਕੀ ਹੋਵੇਗਾ। ਫਿਰ ਜਿੱਦਾਂ 1.5 ਸਾਲ ਪਿਆ ਹੈਗਾ ਆ, ਸੋ ਸਾਨੂੰ ਲੋਕਾਂ ਨੂੰ, ਸਾਨੂੰ ਸਾਰਿਆਂ ਨੂੰ, ਜਿਹੜੇ ਵੀ ਪੰਜਾਬ ਦੇ ਵਾਸੀ ਹੈਗੇ ਨੇ, ਉਹਨਾਂ ਨੂੰ, ਭਾਰਤ ਦੇ ਵਾਸੀ ਨੇ, ਉਹਨਾਂ ਨੂੰ ਸੋਚ ਸਮਝ ਕੇ ਡਿਸੀਜ਼ਨ ਲੈਣਾ ਚਾਹੀਦਾ। ਜੇ ਸਾਨੂੰ ਵੋਟ ਦਾ ਹੱਕ ਮਿਲਿਆ ਹੈਗਾ ਆ, ਸਾਨੂੰ ਵੋਟ ਪਾਉਣ ਦਾ ਹੱਕ ਕਿੰਨੀ ਸਟਰਗਲ ਤੋਂ ਬਾਅਦ ਮਿਲਿਆ ਹੈਗਾ ਆ, ਜੇ ਵੋਟ ਦਾ ਹੱਕ ਮਿਲਿਆ ਤਾਂ ਸਾਨੂੰ ਉਸਦਾ ਸਹੀ ਇਸਤੇਮਾਲ ਵੀ ਕਰਨਾ ਚਾਹੀਦਾ ਹੈਗਾ। ਇਹ ਨਹੀਂ ਕਿ ਜਿੱਦਣ ਵੋਟਾਂ ਹੈਗੀਆਂ ਨੇ ਉਦਣ ਜਾਂ ਅੱਧੇ ਲੋਕ ਵੋਟ ਪਾਉਣ ਜਾਂਦੇ ਹੀ ਨਹੀਂ, ਤੇ ਜੇ ਜਾਂਦੇ ਹੈਗੇ ਆ ਤਾਂ ਫਿਰ ਉਹ ਤੇ ਰਿਸ਼ਵਤ ਚੱਲ ਪੈਂਦੀ ਹੈ, ਫਿਰ ਉੱਥੇ ਇੱਕ ਦੂਜੇ ਦੀ ਗੱਲਾਂ 'ਚ ਆ ਜਾਂਦੇ ਆ ਅਸੀਂ, ਤੇ ਫਿਰ ਉਸ ਤੋਂ ਬਾਅਦ ਜਦੋਂ ਸਰਕਾਰ ਬਣਦੀ ਹੈ ਤੇ ਫਿਰ ਅਸੀਂ ਸਰਕਾਰ ਨੂੰ ਪਿੱਟੇ ਮੂੰਹ ਕਹਿੰਦੇ ਆ ਕਿ ਇਹ ਕੀ ਕਰ ਦਿੱਤਾ ਹੈਗਾ। ਫਿਰ ਇੱਕ ਦੂਜੇ ਤੇ ਫਿਰ ਅਸੀਂ ਆਪਣਾ ਨਹੀਂ ਨਾ ਸੋਚਣਾ ਕਿ ਅਸੀਂ ਕਿਹਨੂੰ ਪਾਈ ਸੀ, ਫਿਰ ਦੂਜੇ ਨੂੰ ਮਤਲਬ ਲੋਕਾਂ ਨੇ ਪਾਈ ਆ ਵੋਟ। ਸੋ ਸਾਨੂੰ ਇੱਕ ਪਹਿਲਾਂ ਹੀ ਆਪਣਾ ਮਨ ਬਣਾਉਣਾ ਚਾਹੀਦਾ ਕਿ ਅਸੀਂ ਕਿਹਨੂੰ ਵੋਟ ਪਾਉਣੀ ਹੈ। ਸਿਆਸਤ ਦਾ ਜਿਹੜੀ ਉਹ ਲਗਾਤਾਰ ਜਿਹੜੀ ਉਹ ਚੱਲਦੀ ਹੀ ਰਹਿੰਦੀ ਹੈ ਕਿ ਕੀ ਹੋਵੇਗਾ, ਕੀ ਅਗਲਾ ਆਏਗਾ। ਵਿਰੋਧੀ ਧਿਰਾਂ ਦੀ ਕੰਮ ਹੈਗਾ ਕਿ ਉਹ ਜਿਹੜੀ ਸਰਕਾਰ ਪਾਵਰ ਦੇ ਵਿੱਚ ਹੈਗੀ ਆ ਉਹਨੂੰ ਕਹਿਣਾ, ਉਹਦੇ ਤੇ ਨਿਸ਼ਾਨੇ ਬੰਨਣੇ ਕਿ ਹੁਣ ਇਹ ਗਲਤ ਕਰ ਰਹੀ ਹੈ, ਜੇ ਅਸੀਂ ਆਵਾਂਗੇ ਤਾਂ ਅਸੀਂ ਇਹ ਕਰਾਂਗੇ। ਤਾਂ ਬਹੁਤ ਕੁਝ ਜਿਹੜਾ ਹੁੰਦਾ ਹੈਗਾ ਆ। ਪਰ ਹੁਣ ਤਾਵਾਂ ਦੀ ਵੀ ਗੱਲ ਕਰ ਲਈ ਹੈ, ਪਰ ਹੁਣ ਅਸੀਂ ਥੋੜੀ ਜਿਹੀ ਐਂਟਰਟੇਨਮੈਂਟ ਵਾਲੇ ਪਾਸੇ ਆ ਜਾਈਏ ਕਿ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈਗਾ ਆ। ਜਿਵੇਂ ਹੀ ਸਾਡੀ ਜਿਹੜੀ ਬਾਲੀਵੁੱਡ ਇੰਡਸਟਰੀ ਹੈਗੀ ਆ ਉਹ ਬਾਲੀਵੁੱਡ ਦੇ ਮੁਕਾਬਲੇ ਦੇ ਵਿੱਚ ਆਉਣ ਲੱਗ ਗਈ ਹੈਗੀ ਆ। ਲੋਕ ਹੁਣ ਦੇਖਦੇ ਨਹੀਂ ਕਿ ਬਾਲੀਵੁੱਡ ਦੇ ਵਿੱਚ ਕੀ ਹੋਵੇਗਾ, ਸਿੰਗਰ ਕੀ ਕਰ ਰਹੇ ਨੇ। ਤੇ ਅੱਜ ਕੱਲ੍ਹ ਜਿਹੜੇ ਸਿੰਗਰਾਂ ਦਾ ਵੀ ਬਹੁਤ ਬੋਲਬਾਲਾ ਹੈਗਾ ਆ, ਬਹੁਤ ਲੋਕ ਲੜ ਵੀ ਰਹੇ ਨੇ, ਸ਼ਰੇਆਮ ਲੜ ਰਹੇ ਨੇ। ਸੋਸ਼ਲ ਮੀਡੀਆ ਨੇ ਉਹਨਾਂ ਨੂੰ ਪਾਵਰਫੁਲ ਬਣਾ ਦਿੱਤਾ ਆ, ਤੇ ਸੋਸ਼ਲ ਮੀਡੀਆ ਦੇ ਉੱਤੇ ਵਿਊ ਲੈਣ ਦੇ ਲਈ, ਜਾਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਦੂਜੇ ਨਾਲ ਸ਼ਰੇਆਮ ਲੜਾਈਆਂ ਲੜ ਰਹੇ ਨੇ। ਤੇ ਪਰ ਹੁਣ ਜਿਹੜੀ ਇਹ ਲਾਈਮਲਾਈਟ ਦੇ ਵਿੱਚ ਇੱਕ ਸਿੰਗਰ ਆਏ ਹੋਏ ਨੇ, ਸਿੱਧੂ ਮੂਸੇਵਾਲਾ, ਜਿਨ੍ਹਾਂ ਨੇ ਪੱਤਰਕਾਰਾਂ ਦੇ ਖਿਲਾਫ, ਖਾਸ ਕਰਕੇ ਸਰੀ ਦੇ ਪੱਤਰਕਾਰਾਂ ਨੂੰ ਲੈ ਕੇ ਗਾਣਾ ਗਾਇਆ, ਉਦੋਂ ਲਾਈਮਲਾਈਟ ਦੇ ਵਿੱਚ ਸੀਗੇ। ਹੁਣ ਉਹਨਾਂ ਤੇ ਪਰਚਾ ਵੀ ਦਰਜ ਹੋ ਗਿਆ ਹੈਗਾ ਆ, ਸੋ ਉਹਨੂੰ ਲੈ ਕੇ ਹੁਣ ਪੁਲਿਸ ਉਹਨਾਂ ਨੂੰ ਲੱਭ ਰਹੀ ਹੈਗੀ ਹੈ। ਸੋ ਗੁਆਂਢੀ ਕਹਿ ਰਹੇ ਨੇ ਕਿ ਉਹ ਪਿੰਡ ਦੇ ਵਿੱਚ ਹੈ, ਪੁਲਿਸ ਕਹਿ ਰਹੀ ਹੈ ਸਾਨੂੰ ਲੱਭ ਨਹੀਂ ਰਿਹਾ। ਹੁਣ ਲੱਭਿਆ ਕਿਤੋਂ, ਕੀ ਜਿਹੜਾ ਮਾਮਲਾ ਚੱਲ ਰਿਹਾ ਜੀ। ਪੰਜਾਬ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਹਮੇਸ਼ਾ ਹੀ ਜਿਹੜੀ ਸੈਲੀਬ੍ਰਿਟੀ ਰਹੇ ਆ, ਇਹ ਇੰਸਪੀਰੇਸ਼ਨਲ ਰਹੇ ਆ। ਇਹਨਾਂ ਨੂੰ ਲੋਕ ਫੋਲੋ ਕਰਦੇ ਆ। ਇਹਨਾਂ ਤੋਂ ਜਿੱਥੇ ਐਂਟਰਟੇਨਮੈਂਟ ਹੁੰਦਾ ਹੈ ਉੱਥੇ ਯੰਗਸਟਰ ਖਾਸ ਤੌਰ 'ਤੇ ਇਹਨਾਂ ਚੀਜ਼ਾਂ ਤੋਂ ਬੜਾ ਪ੍ਰਭਾਵਿਤ ਹੁੰਦੇ ਆ। ਔਰ ਸਾਡੀ ਤਰਾਸ਼ਦੀ ਇਸ ਗੱਲ ਦੀ ਅਰਸ਼ ਕਿ ਪੰਜਾਬ ਦੇ ਵਿੱਚ ਨਾ ਤਾਂ ਸਾਨੂੰ ਚੰਗਾ ਕੋਈ ਨੇਤਾ ਮਿਲਿਆ, ਅਤੇ ਨਾ ਹੀ ਸਾਨੂੰ ਕੋਈ ਐਂਟਰਟੇਨਮੈਂਟ ਦੇ ਜਿਹੜੇ ਸਾਧਨ ਸੀ ਉਹਨਾਂ ਨੂੰ ਵੱਡੀਆਂ ਤਾਕਤਾਂ ਨੇ ਇਸ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ, ਸਾਡੇ ਖਿੱਤੇ ਦੇ ਵਿੱਚ ਇੰਪੋਜ਼ ਕੀਤਾ ਕਿ ਜਿਹਦੇ ਨਾਲ ਸਾਡੀ ਇੱਕ ਜੁਝਾਰੂ ਕੌਮ, ਇੱਕ ਜ਼ਰਖੇਜ਼ ਧਰਤੀ ਵਾਲੀ ਕੌਮ, ਇੱਕ ਯੋਧਿਆਂ ਦੀ ਕੌਮ, ਉਹਨੂੰ ਮਿੱਟੀ ਬਣਾ ਕੇ ਰੱਖਤਾ। ਮੈਨੂੰ ਲੱਗਦਾ ਕਿ ਜਿਹੜੀ ਸਾਡੀ ਪੁਰਾਣੀ ਹਿਸਟਰੀ ਸੀ, ਜਦੋਂ ਅਸੀਂ ਗੱਲ ਕਰਦੇ ਸੀ ਹਰੀ ਸਿੰਘ ਨਲੂਆ ਵਰਗੇ ਜਮਰੌਦ ਦੇ ਕਿਲਿਆਂ ਤੱਕ ਉਹਨਾਂ ਨੇ ਉੱਥੇ ਤੱਕ ਪਹੁੰਚ ਕੀਤੀ, ਕਾਬਲ ਦੇ ਖੈਬਰ ਦਰੇ ਤੱਕ ਜਦੋਂ ਉੱਥੋਂ ਕੋਈ ਮੁਸਲਿਮ ਆਉਂਦੇ ਸੀ ਤਾਂ ਉਹਨਾਂ ਦੀਆਂ
ਮਤਲਬ ਕਹਿੰਦੇ ਨੇ ਪੰਜਾਬੀ 'ਚ ਵੀ ਗਿੱਟੇ ਭੰਨ ਕੇ ਵਾਪਸ ਮੁੜਿਆ ਕਰਦੇ ਸੀ, ਉਹ ਕੌਮਾਂ। ਤੇ ਦੂਜੇ ਪਾਸੇ ਜਿਹੜਾ ਇਸ ਵੇਲੇ ਸਾਡੇ ਹਾਲਾਤ ਪੈਦਾ ਕੀਤੇ ਗਏ ਨੇ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਪਹਿਲਾਂ ਕਦੇ ਨਕਸਲਵਾਦ ਤੋਂ ਪ੍ਰਭਾਵਿਤ ਹੋਇਆ ਪੰਜਾਬ, ਫਿਰ ਨਕਸਲਵਾਦ ਤੋਂ ਨਿਕਲਿਆ, ਫਿਰ ਟੈਰਰਿਜ਼ਮ ਦਾ ਦੌਰ ਸਾਡੇ ਸ਼ੁਰੂ ਹੋ ਗਿਆ। ਟੈਰਰਿਜ਼ਮ ਦਾ ਦੌਰ ਲੰਬਾ ਸਮਾਂ 35-40 ਹਜ਼ਾਰ ਸਾਡਾ ਨੌਜਵਾਨ ਵਰਗ ਸਾਡਾ ਉੱਥੋਂ ਖਤਮ ਹੋਇਆ। ਉਹ ਖਤਮ ਹੋਇਆ ਤਾਂ ਫਿਰ ਆ ਗਾਇਕੀ, ਜਦੋਂ 1991-92 ਤੋਂ ਬਾਅਦ ਸੱਭਿਆਚਾਰ ਮੇਲੇ ਲੱਗਣੇ ਸ਼ੁਰੂ ਹੋਏ, ਗਾਇਕੀਆਂ ਆਉਣੀਆਂ ਸ਼ੁਰੂ ਹੋਈਆਂ, ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਪੂਰਾ ਪਾਏਦਾਰ ਗਾਇਕੀ ਜਾਂ ਪਾਏਦਾਰ ਤੁਹਾਡਾ ਕਲਚਰ ਜਾਂ ਸਾਰੀਆਂ ਚੀਜ਼ਾਂ, ਹਾਲਾਂਕਿ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਹੀਰ ਰਾਂਝੇ, ਸੱਸੀ ਪੰਨੂ, ਮਿਰਜ਼ਾ ਸਾਹਿਬਾ ਇਸ ਸਮੇਂ ਦੀਆਂ ਦੇਣਾਂ ਨੇ ਤੇ ਆਉਂਦੀਆਂ ਰਹਿਣੀਆਂ ਨੇ, ਆਪਾਂ ਇਹਨਾਂ ਨੂੰ ਹਟਾ ਨਹੀਂ ਸਕਦੇ। ਪਰ ਦੂਜੇ ਪਾਸੇ ਇਹ ਗੱਲ ਵੀ ਸਮਝਣ ਦੀ ਲੋੜ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਕੱਲਾ ਕੁੜੀਆਂ ਨੂੰ ਕੱਢ ਲੈਣਾ ਜੀ, ਗੁਆਂਢੀਆਂ ਨੂੰ ਮਾਰ ਦੇਣਾ ਜੀ, ਹਥਿਆਰ ਚਲਾ ਦੇਣੇ ਜੀ, ਜੱਟ ਤਾਂ ਮਾਰੇ ਬਿਨਾਂ ਬੰਦਾ ਸੌਂਦਾ ਨਹੀਂ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਵੀ ਪੰਜਾਬ ਨੂੰ ਬਿਲੋਂਗ ਕਰਦੇ ਹੋ, ਮੈਂ ਵੀ ਕਰਦਾ, ਔਰ ਸਾਡੇ ਬਹੁਤ ਸਾਰੇ ਜਿਹੜੇ ਦਰਸ਼ਕ ਦੇਖ ਰਹੇ ਆ, ਉਹ ਵੀ ਆਪਣੇ ਆਪ ਨੂੰ ਅੰਦਰ ਸੋਚ ਵਿਚਾਰ ਕਰਨ ਦੀ ਕੋਸ਼ਿਸ਼ ਕਰਨ ਕਿ ਤੁਸੀਂ ਪੰਜਾਬ 'ਚ ਇਸ ਤਰ੍ਹਾਂ ਦਾ ਕੋਈ ਬੰਦਾ ਜਾਂ ਜ਼ਿਮੀਂਦਾਰ ਦੇਖਿਆ ਜਿਹੜਾ ਜੀਪਾਂ ਦੇ ਉੱਤੇ ਗੰਡਾਸਾ ਰੱਖ ਕੇ ਆਉਂਦਾ ਹੋਵੇ ਤੇ ਉੱਥੇ ਬੰਦੇ ਮਾਰਦਾ, ਫਾਇਰ ਕਰਦਾ ਹੁੰਦਾ ਹੋਵੇ, ਜਾਂ ਫਿਰ ਗੁਆਂਢੀਆਂ ਦੀਆਂ ਧੀਆਂ ਭੈਣਾਂ ਨੂੰ ਚੱਕਣ ਦੀਆਂ ਗੱਲਾਂ ਕਰਦਾ ਹੋਵੇ। ਕੋਈ ਇਸ ਤਰ੍ਹਾਂ ਦੀ ਘਟਨਾ ਜਾਂ ਇਸ ਤਰ੍ਹਾਂ ਦੀ, ਸਾਡਾ ਪੰਜਾਬ ਤਾਂ ਇਸ ਵੇਲੇ ਧਰਤੀ ਸਾਡੀ ਜ਼ਹਿਰੀਲੀ ਹੁੰਦੀ ਜਾ ਰਹੀ ਹੈ, ਨੌਜਵਾਨ ਵਰਗ ਸਾਡਾ ਨਸ਼ਈਆਂ ਦੇ ਵਿੱਚ ਜਾ ਰਿਹਾ ਹੈ। ਸਾਡੀ ਧਰਤੀ ਨੂੰ ਬਚਾਉਣ ਵਾਸਤੇ ਕੈਂਸਰ ਦੀਆਂ ਟ੍ਰੇਨਾਂ ਤੱਕ ਸਾਡੇ ਪੰਜਾਬ ਤੋਂ ਰਾਜਸਥਾਨ ਨੂੰ ਜਾ ਰਹੀਆਂ ਨੇ। ਸਾਡੀ ਕਿਸਾਨੀ ਨੂੰ ਬਚਾਉਣ ਵਾਸਤੇ ਕੋਈ ਉਪਰਾਲਾ ਨਹੀਂ ਹੋ ਰਿਹਾ, ਪਰ ਗਾਣੇ ਗਾਏ ਜਾ ਰਿਹਾ ਕਿ ਜੱਟ ਬੰਦੇ ਮਾਰ ਕੇ ਸੌਂਦਾ, ਜੱਟ ਵਰਗਾ ਬੰਦਾ ਹੀ ਕੋਈ ਨਹੀਂ, ਜੱਟ ਵਰਗਾ ਠਾਠੀ ਕੋਈ ਨਹੀਂ। ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਇਹ ਫਿਰ ਆ ਰਹਿੰਦੀ ਕਸਰ ਇਹ ਹੈ ਕਿ ਸਿੱਧੂ ਮੂਸੇ ਵਰਗੇ ਜਿਹੜੇ ਇਹ ਗਾਇਕ ਆਉਂਦੇ ਆ, ਇਹ ਜਾ ਕੇ ਇਹਨਾਂ ਨੂੰ ਪ੍ਰਚਲਿਤ ਕਰਦੇ ਆ, ਹੋਰ ਬਹੁਤ ਸਾਰੀਆਂ ਚੀਜ਼ਾਂ। ਸੋ ਇਹ ਸਾਡੇ ਸਮਾਜ ਦਾ ਕੌਫਨ 'ਚ ਕਿੱਲ ਲਾਉਣ ਵਾਲੀ ਗੱਲ ਕਰ ਰਹੇ ਆ ਸਾਰੇ। ਔਰ ਮੈਨੂੰ ਤਰਾਸਦੀ, ਕਿਉਂਕਿ ਮੈਂ ਤੇ ਕਾਫੀ ਸਾਰੀਆਂ ਗੱਲਾਂ ਹੋਰ ਕਲਾਕਾਰ ਨੇ ਜਿਨ੍ਹਾਂ ਨੇ ਇਸ ਦਾ ਪੱਠਾ ਬਹੁਤ ਬਿਠਾਇਆ। ਖੈਰ, ਜਦੋਂ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਹੈ ਤਾਂ ਸਿੱਧੂ ਮੂਸੇਵਾਲੇ ਦਾ ਫਾਨ ਜਿਹੜੇ ਉਹਦੇ ਗੀਤ ਨੇ ਕਿ ਉਹ ਹਥਿਆਰ ਲੈ ਕੇ ਚੱਲਦਾ, ਡੱਬ 'ਚ ਰੱਖਦਾ ਜੀ, ਫੁੱਟ ਦੂਰ ਖੜ੍ਹਦੇ ਜੀ, ਉਹ ਨੌਜਵਾਨ ਵਰਗ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਫਿਰ ਉਸੇ ਤਰੀਕੇ ਨਾਲ ਇੰਸਪੀਰੇਸ਼ਨਲ ਹੋ ਕੇ ਉਹ ਕਰਦੇ ਆ। ਮੇਰਾ ਬੇਟਾ ਬਹੁਤ ਛੋਟਾ ਸੀ ਤਾਂ ਇੱਕ ਵਾਰੀ ਸਾਡੇ ਘਰ ਕਿਤੇ ਉਹਨੇ TV ਤੇ ਗਾਣਾ ਗੁਣਾ ਚੱਲਦਾ ਦੇਖਿਆ ਹੋਣਾ, ਮੈਨੂੰ ਆ ਕੇ ਕਹਿੰਦਾ, ਛੋਟਾ ਸੀ, ਕਹਿੰਦਾ ਡੈਡਾ ਬੰਦਾ ਬੁੰਦਾ ਮਾਰਨਾ ਤਾਂ ਦੱਸ। ਉਹ ਮੈਂ ਕਿਹਾ ਤੈਂ ਕਿੱਥੋਂ ਸੁਣ ਲਿਆ ਬਈ? ਉਹ ਕੋਈ ਗਾਣਾ ਸੀ, ਕੋਈ ਬੰਦਾ ਬੁੰਦਾ ਮਾਰਨਾ ਤਾਂ ਦੱਸ, ਵੀ ਜੱਟ ਦਾ ਪਤਾ ਨਹੀਂ ਅੱਜ ਕੀ ਹੋਇਆ। ਸੋ ਉਹ ਸਾਰੀਆਂ ਚੀਜ਼ਾਂ ਇਹ ਸਾਰੇ ਬੱਚਿਆਂ 'ਤੇ ਪ੍ਰਭਾਵ ਕਰਦੀਆਂ ਨੇ। ਹੁਣ ਸਿੱਧੂ ਮੂਸੇਵਾਲੇ ਦੇ ਜਿਹੜੇ ਗੀਤ ਨੇ, ਯੰਗਸਟਰ ਵੱਡੀ ਗਿਣਤੀ ਦੇ ਵਿੱਚ ਉਹਨੂੰ, ਮਿਲੀਅਨਾਂ ਦੇ ਵਿੱਚ ਉਹਨੂੰ ਫੋਲੋ ਕਰਦੇ ਆ, ਪਰ ਉਹ ਤਸਵੀਰ ਕੀ ਪੇਸ਼ ਕਰ ਰਹੇ ਆ ਸਾਰੀ ਚੀਜ਼ ਦੀ। ਹੁਣ ਉਹਨਾਂ ਵੱਲੋਂ ਖਾਸ ਤੌਰ 'ਤੇ ਸਾਡੀ ਪੰਜਾਬ ਪੁਲਿਸ, ਹੁਣ ਉਹਦੇ 'ਤੇ ਪ੍ਰੈਸ਼ਰ ਪੈ ਗਿਆ, ਮੁਕੱਦਮਾ ਦਰਜ ਹੋ ਗਿਆ, ਕਿਉਂਕਿ ਉਹਨੇ ਇੱਕ ਸੰਗਰੂਰ ਲਾ ਕੇ ਇੱਕ ਬਣੀ ਹੋਈ ਸੀ ਜਿੱਥੇ ਪੁਲਿਸ ਆਪਣੀ ਉਹ ਕਰਦੀ ਹੈ, ਤਾਂ ਉੱਥੇ ਉਹ ਫਾਇਰਿੰਗ ਕਰਦਾ, ਉਹਨਾਂ ਦੀ AK-47 ਦੇ ਨਾਲ ਕਰਦਾ। AK-47 ਬਹੁਤ ਲੀਥਲ ਵੈਪਨ ਹੈ, ਔਰ ਜਿਹੜੀ ਪੰਜਾਬ ਪੁਲਿਸ ਦਾ ਡਿਸਪਲਿਨ ਫੋਰਸ ਹੁੰਦੀ ਹੈ, ਉਹਨੇ ਉਸ ਵੈਪਨ ਨੂੰ ਕਿਸੇ ਨੂੰ ਹੈਂਡਓਵਰ ਨਹੀਂ ਕਰਨਾ ਹੁੰਦਾ, ਔਰ ਉਸ ਦਾ ਇਕੱਲਾ ਕਾਰਟ੍ਰਿਜ ਦਾ ਹਿਸਾਬ ਕਿਤਾਬ ਇਹਨਾਂ ਫੋਰਸਾਂ ਨੂੰ ਦੇਣਾ ਹੁੰਦਾ ਹੈ। ਪਰ ਉੱਥੇ ਨਾਲ ਆਪਣੇ ਸਾਡੇ ਜਵਾਨ ਖੜੇ ਨੇ ਪੁਲਿਸ ਵਾਲੇ, ਤੇ ਕੋਈ ਉਹਨਾਂ ਦਾ ਉਹਦੇ ਤੋਂ ਹੀ ਵੱਡਾ ਹੈ ਕਿ ਉਹ ਚਾਂਭ ਲਿਆ ਉਹਨਾਂ ਦੀ ਵੀਡੀਓ ਵੀ ਬਣਾ ਰਿਹਾ ਹੈ। ਅਤੇ ਉਹ ਸਾਰੀਆਂ ਚੀਜ਼ਾਂ ਪੈ ਕੇ ਜਦੋਂ ਪ੍ਰੈਸ਼ਰ ਪਿਆ, ਜਦੋਂ ਲੋਕਾਂ ਨੇ ਆਵਾਜ਼ ਚੱਕੀ, ਤਾਂ ਸਿੱਧੂ ਮੂਸੇਵਾਲੇ ਦੇ ਖਿਲਾਫ 25-54-59 ਇਹ ਅਸਲੇ ਦੀ ਐਕਟ ਦੀ ਧਾਰਾ ਲੱਗਦੀ ਹੈ, ਉਹਦੇ 'ਤੇ ਲਾਉਣੀ ਪਈ ਹੈ। ਉਹ ਇੱਕ ਵਕੀਲ ਨੇ ਕੋਰਟ ਦੇ ਵਿੱਚ ਪਾ ਦਿੱਤਾ ਸੀ। ਹੁਣ ਉਸ ਤੋਂ ਬਾਅਦ ਇਹ ਦਿਖਾਵਾ ਇਹ ਵੀ ਹੋ ਰਿਹਾ ਕਿ ਸਿੱਧੂ ਮੂਸੇਵਾਲੇ ਨੂੰ ਤਾਂ ਹੁਣ ਫੜ ਲੈਣਾ ਜੀ, ਪੁਲਿਸ ਰੇਡ ਮਾਰ ਰਹੀ ਹੈ ਜੀ, ਤਾਂ ਬੜਾ ਜ਼ਰੂਰੀ ਹੈ ਜੀ। ਜਦੋਂ ਸਿੱਧੂ ਮੂਸੇਵਾਲਾ 1 ਮਹੀਨਾ ਪਹਿਲਾਂ ਉੱਥੋਂ ਦੇ SSP ਦੀ ਗੱਡੀ ਦੇ ਵਿੱਚ ਬੈਠ ਕੇ, ਨਾਲ ਆਰਨੈਤ ਉਸ SSP ਦੀ ਗੱਡੀ ਦੇ ਵਿੱਚ ਬੈਠ ਕੇ ਇੱਕ ਡਾਕਟਰ ਨੂੰ ਫੁੱਲ ਦੇਣ ਜਾਂਦੇ ਆ ਅਤੇ ਉਹਨਾਂ ਦੇ ਬਰਥਡੇ ਮਨਾਉਂਦੇ ਆ, ਅਤੇ ਪੁਲਿਸ ਦੇ ਨਾਲ ਉਹਨਾਂ ਦੀ ਕੋਸ਼ਿਸ਼ ਕਿੱਡੀ ਕਿ ਆਪਾਂ ਸਾਰੇ ਜਾਣਦੇ ਹਾਂ। ਹੁਣ ਇਸ ਵੇਲੇ ਦਿਖਾਵਾ ਤਾਂ ਕੀਤਾ ਜਾ ਰਿਹਾ ਕਿ ਸਿੱਧੂ ਮੂਸੇਵਾਲੇ ਨੂੰ ਰੇਡ ਪਾ ਕੇ ਚੱਕ ਲੈਣਾ ਹੈ, ਔਰ ਮੀਡੀਆ 'ਤੇ, ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਥੰਬਨੇਲ ਵੀ ਬਣ ਗਿਆ ਵੀ ਹੁਣ ਨਹੀਂ ਬਚਦਾ। ਪਰ ਖਬਰਾਂ ਇਹ ਨੇ ਕਿ ਸਿੱਧੂ ਮੂਸੇਵਾਲਾ ਸ਼ਾਇਦ ਪਿੰਡ 'ਚ ਹੀ ਹੈ। ਹਾਂ, ਇਹ ਜ਼ਰੂਰ ਹੈ, ਬਹੁਤ ਲੋਕ ਕਹਿੰਦੇ ਕਿ ਸਿੱਧੂ ਮੂਸੇਵਾਲੇ ਨੂੰ ਭੱਜ ਨੱਠ ਹੋਊਗੀ। ਸਿੱਧੂ ਮੂਸੇਵਾਲਾ ਤਾਂ ਘਰੇ ਬੈਠੂਗਾ, ਪੁਲਿਸ ਨੂੰ ਭੱਜ ਨੱਠ ਜ਼ਰੂਰ ਰਹੂਗੀ, ਕਿਉਂਕਿ ਉਹਨੇ ਕਾਗਜ਼ ਪੂਰੇ ਕਰਨੇ ਆ ਵੀ ਹਾਂਜੀ ਭੱਜ ਗਏ ਜੀ, ਚੱਲਿਆਂ ਜੀ, ਫੜ ਲੈਣਾ ਜੀ, ਦੱਬ ਲੈਣਾ ਜੀ। ਇਸ ਦੇ ਵਿੱਚ ਉਹਨੂੰ ਐਂਟੀਸਪੇਟਰੀ ਉਹਨਾਂ ਨੂੰ ਬੇਲ ਪਾ ਦੇਣੀ ਆ, ਉਹ ਹੋ ਜਾਣੀ ਆ। ਪਰ ਕੁੱਲ ਮਿਲਾ ਕੇ ਹੋ ਕੀ ਰਿਹਾ, ਕੁੱਲ ਮਿਲਾ ਕੇ ਜਿਹੜੀ ਸਾਡੀ ਇਹ ਗਾਇਕੀ ਦਾ ਆਧਾਰ ਹੈ, ਇਸ ਦੇ ਵਿੱਚ ਇੱਕ ਪਾਲਿਸੀਆਂ, ਨਵਜੋਤ ਸਿੰਘ ਸਿੱਧੂ ਕਹਿੰਦੇ ਸੀ ਕਿ ਆਪਾਂ ਇਹ 'ਤੇ ਪਾਲਿਸੀ ਬਣਾਈਏ, ਪਰ ਕੈਪਟਨ ਸਾਹਿਬ ਕਹਿੰਦੇ ਨੋ ਵਰੀਜ਼। ਕੈਪਟਨ ਸਾਹਿਬ ਦਾ ਲਫ਼ਜ਼ ਬੜਾ ਪਿਆਰਾ, ਉਹ ਨੋ ਵਰੀਜ਼ ਦੇ ਵਿੱਚ ਉਹਨਾਂ ਨੇ 5 ਸਾਲ ਲੰਘਾ ਦੇਣੇ ਆ। ਕੋਈ ਵੀ ਇਸ ਤਰ੍ਹਾਂ ਦੀ ਪਾਲਿਸੀ ਸਾਡੇ ਵਿੱਚ ਨਹੀਂ ਆ ਰਹੀ ਜਿਹੜੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੋਚੇ, ਕਿਉਂਕਿ ਸਾਡੀ ਸੋਚ ਬਹੁਤ ਛੋਟੀ ਹੈ। ਪੰਜਾਬੀ ਅਸੀਂ ਅਨਪੜ੍ਹ ਲੋਕ ਹਾਂ,
ਪੜ੍ਹੇ ਲਿਖੇ ਵੀ ਹਾਂ, ਉਹ ਵੀ ਜਾਹਲ ਹਾਂ, ਕਿਉਂਕਿ ਅਸੀਂ ਕਿਤਾਬਾਂ ਦੇ ਨੇੜੇ ਨਹੀਂ ਲੰਘਦੇ। ਤੁਸੀਂ ਇੱਥੇ ਵੀ ਕਿਸੇ ਦੇ ਘਰ ਜਾਓਗੇ, ਤੁਹਾਨੂੰ ਜਾ ਕੇ ਅਰਸ਼ ਬੜੀ ਹੈਰਾਨੀ ਹੋਊਗੀ ਕਿ ਬੰਦਾ ਟੌਰ ਨਾਲ ਤੁਹਾਨੂੰ ਆਪਣਾ ਘਰ ਦਿਖਾਉਂਦਾ, ਘਰ ਦਿਖਾ ਕੇ ਫਿਰ ਤੁਹਾਨੂੰ ਕਿਚਨ ਕੈਬਨਿਟ ਆਪਣਾ ਦਿਖਾਉਂਦਾ ਜੀ, ਆਹ ਦੇਖੋ ਜੀ ਸਾਡਾ ਬੜਾ ਸੋਹਣਾ ਬਣਾਇਆ, ਫਿਰ ਆਪਣਾ ਲਿਵਿੰਗ ਰੂਮ ਦਿਖਾਉਂਦਾ, ਫਿਰ ਤੁਹਾਡਾ ਹੱਥ ਫੜ ਕੇ ਆਓ ਜੀ ਥੱਲੇ, ਤੁਹਾਨੂੰ ਬੀਅਰ ਬਾਰ ਆਪਣੀ ਬਣਾਈ ਹੋਈ ਉਹ ਵੀ ਦਿਖਾਉਂਦਾ ਹੈ, ਤੇ ਟੀਵੀ ਲੱਗੇ ਜੇ ਤੇ ਅਸੀਂ ਐਂਟਰਟੇਨਮੈਂਟ ਕਰਦੇ ਹਾਂ। ਹੈਰਾਨੀ ਦੀ ਗੱਲ ਇਹ ਹੁੰਦੀ ਹੈ ਕਿ ਸਾਡੇ ਕਿਸੇ ਘਰ ਦੇ ਵਿੱਚ ਜਾ ਕੇ ਦੁੱਖ ਹੁੰਦਾ ਹੈ ਕਿ ਲਾਇਬ੍ਰੇਰੀ ਕੋਈ ਨਹੀਂ ਦਿਖਾਉਂਦਾ ਕਿ ਇੱਥੇ ਬੈਠ ਕੇ ਸਾਡੇ ਬੱਚੇ ਪੜ੍ਹਿਆ ਕਰਨਗੇ, ਇੱਥੋਂ ਉਹ ਨੌਲੇਜ ਲੈਣਗੇ। ਜਦੋਂ ਅਸੀਂ ਕਿਤਾਬਾਂ ਤੋਂ ਦੂਰ ਹੋ ਗਏ ਹਾਂ ਤਾਂ ਇਹ ਚੀਜ਼ਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ। ਅਸੀਂ ਉਹ ਸੁਣੀਆਂ ਸੁਣਾਈਆਂ ਗੱਲਾਂ ਨੂੰ ਵਿਸ਼ਵਾਸ ਕਰਕੇ, ਚਾਹੇ ਉਹ ਬੰਦੇ ਮਾਰਨ ਵਾਲੀਆਂ ਗੱਲਾਂ ਕਰਦੇ ਨੇ ਜਾਂ ਕੁਛ ਕਰਦੇ ਨੇ, ਅਸੀਂ ਉਹਨਾਂ 'ਚ ਪ੍ਰਭਾਵਿਤ ਹੋ ਕੇ ਉਸੇ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਾਂ ਜਿਹੜਾ ਸਾਡੇ ਵਾਸਤੇ ਬਹੁਤ ਘਾਤਕ ਹੈ। ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਕਿਹਾ ਹੈਗਾ ਹੈ ਕਿ ਕਿਤਾਬਾਂ ਤੋਂ ਦੂਰ ਹੁੰਦੇ ਜਾ ਰਹੇ ਹੈਗੇ। ਜੀ। ਸਾਡੀ ਕਿਤੇ ਨਾ ਕਿਤੇ ਇੰਡੀਵਿਜੂਅਲ ਜ਼ਿੰਮੇਵਾਰੀ ਬਣਦੀ ਹੈ ਜੀ। ਕਿ ਅਸੀਂ ਇੱਦਾਂ ਦੀਆਂ ਚੀਜ਼ਾਂ ਦੇ ਖਿਲਾਫ ਹੋਈਏ, ਇਹਨਾਂ ਦੇ ਖਿਲਾਫ ਬੱਚਿਆਂ ਨੂੰ ਐਜੂਕੇਟ ਕਰੀਏ, ਕਿਉਂਕਿ ਬੱਚੇ ਆਪਣੇ ਰੂਲ ਮਾਡਲ ਮੰਨ ਲੈਂਦੇ ਨੇ ਸਿੰਗਰਸ ਨੂੰ, ਐਂਟਰਟੇਨਰ ਨੂੰ, ਪਰ ਰੂਲ ਮਾਡਲ ਸਾਨੂੰ ਉਹ ਬਣਾਉਣੇ ਚਾਹੀਦੇ ਨੇ ਜਿਨ੍ਹਾਂ ਤੋਂ ਸਾਨੂੰ ਸਿੱਖਣ ਲਈ ਕੁਝ ਮਿਲੇ, ਜਿਨ੍ਹਾਂ ਨੇ ਸਾਡੇ ਲਈ ਕੁਝ ਕੀਤਾ ਹੋਵੇ, ਦੇਸ਼ ਦੇ ਲਈ ਕੁਝ ਕੀਤਾ ਹੋਵੇ, ਚੰਗੇ ਕੰਮ ਕੀਤੇ। ਐਂਟਰਟੇਨਮੈਂਟ ਮਾੜਾ ਨਹੀਂ, ਐਂਟਰਟੇਨਮੈਂਟ ਤੇ ਤੁਸੀਂ ਇੰਜੋਏ ਕਰੋ, ਖੇਡੋ, ਨੱਚੋ, ਪਰ ਉਸ ਤੋਂ ਬਿਨਾਂ ਤੁਹਾਡੀਆਂ ਜ਼ਿੰਮੇਵਾਰੀਆਂ ਹੋਰ ਵੀ ਨੇ ਆਪਣੇ ਸਮਾਜ ਨੂੰ ਅੱਗੇ ਲਿਜਾਉਣ ਵਾਸਤੇ, ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਵਾਸਤੇ। ਜਦੋਂ ਤੱਕ ਸਾਡਾ ਵਿਜ਼ਨ ਹੈ, ਕਿਤਾਬ ਇੱਕ ਇਸ ਤਰ੍ਹਾਂ ਦਾ ਵਿਜ਼ਨ ਹੈ ਜਿਹਨੂੰ ਪੜ੍ਹ ਕੇ ਤੇ ਤੁਹਾਡਾ ਦਿਮਾਗ, ਤੁਹਾਡਾ ਵਿਜ਼ਨ ਬਹੁਤ ਜ਼ਿਆਦਾ ਖੁੱਲ੍ਹਦਾ। ਸੋ ਉਸ ਕਰਕੇ ਉਹਨਾਂ ਚੀਜ਼ਾਂ ਤੋਂ ਅਸੀਂ ਦੂਰ ਹਾਂ। ਜਦੋਂ ਉਹਨਾਂ ਦੇ ਨੇੜੇ ਚਲੇ ਗਏ ਤਾਂ ਇਹ ਚੀਜ਼ਾਂ ਚਾਹੇ ਚੱਲਦੀਆਂ ਰਹਿਣ, ਉਹਨਾਂ ਸਾਡੇ ਤੇ ਪ੍ਰਭਾਵ ਨਹੀਂ ਪਾਉਣਗੀਆਂ ਜਿੰਨਾ ਹਰ ਇਸ ਚੀਜ਼ ਵੇਲੇ ਦੇ ਲਈ ਸਾਨੂੰ ਇੱਕ ਸਪੇਸ ਬਣਾਉਣੀ ਚਾਹੀਦੀ ਹੈ ਕਿ ਬਿਲਕੁਲ। ਕਿੰਨੀ ਚੀਜ਼ ਸਾਨੂੰ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ ਤੇ ਕਿੰਨਾ ਸਾਨੂੰ ਦੂਰ ਰਹਿਣਾ ਚਾਹੀਦਾ। ਉਹ ਸਾਡੇ ਇੰਡੀਵਿਜੂਅਲ ਜ਼ਿੰਮੇਵਾਰੀ ਬਣਦੀ ਹੈ। ਬਿਲਕੁਲ। ਅਸੀਂ ਜੇ ਹੁਣ ਗੱਲਾਂ ਕਰਨ ਲੱਗ ਜਾਈਏ ਤਾਂ ਸਾਡੇ ਕੋਲੇ ਬਹੁਤ ਚੀਜ਼ਾਂ ਨੇ ਜਿੰਨਾ ਕਰੰਟ ਇਸ਼ੂ ਨੇ ਜਿਨ੍ਹਾਂ ਤੇ ਅਸੀਂ ਗੱਲਬਾਤ ਕਰ ਸਕਦੇ ਹੈਗੇ ਹਾਂ, ਪਰ ਟਾਈਮ ਸਾਨੂੰ ਇਜਾਜ਼ਤ ਨਹੀਂ ਦਿੰਦਾ ਹੈਗਾ ਹੈ। ਸੋ ਉਮੀਦ ਕਰਦੇ ਹਾਂ ਕਿ ਅਸੀਂ ਅਗਲੀ ਵਾਰ ਫਿਰ ਤੋਂ ਆਵਾਂਗੇ ਤੇ ਅਸੀਂ ਜਿਹੜਾ ਹੈ ਇਹਨਾਂ ਹੋਰ ਮੁੱਦਿਆਂ ਦੇ ਉੱਤੇ ਕਰੰਟ ਜੋ ਚੱਲ ਰਿਹਾ ਰਾਜਨੀਤੀ ਦੇ ਵਿੱਚ ਉਹਦੇ ਬਾਰੇ ਦੱਸਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਟਾਈਮ ਟੂ ਟਾਈਮ ਕੱਢ ਕੇ ਆਉਂਦੇ ਹੋ ਤੇ ਸਾਡੇ ਲਈ ਇੰਨੀ ਇਨਫੋਰਮੇਸ਼ਨ ਲੈ ਕੇ ਆਉਂਦੇ ਹੋ। ਨਹੀਂ, ਥੈਂਕ ਯੂ, ਧੰਨਵਾਦ ਅਰਸ਼ ਜੀ ਤੁਹਾਡਾ। ਥੈਂਕ ਯੂ। ਬਿਲਕੁਲ, ਤੇ ਅੱਜ ਗੱਲਬਾਤ ਹੋਈ ਮਿਸਟਰ ਹਰਪ੍ਰੀਤ ਧਾਲੀਵਾਲ ਦੇ ਨਾਲ, ਜਿਨ੍ਹਾਂ ਨੇ ਸਾਨੂੰ ਰਾਜਨੀਤੀ ਦੇ ਬਾਰੇ ਦੱਸਿਆ, ਇੰਡੀਆ ਦੇ ਵਿੱਚ ਕੀ ਹੋ ਰਿਹਾ ਹੈਗਾ, ਪਾਕਿਸਤਾਨ ਦੇ ਵਿੱਚ ਕੀ ਚੱਲ ਰਿਹਾ ਹੈ। ਕਰੋਨਾ ਵਾਇਰਸ ਨੂੰ ਲੈ ਕੇ ਹਰ ਕੋਈ ਕਹਿ ਰਿਹਾ ਕਿ ਹੁਣ ਤੁਸੀਂ ਮਾਸਕ ਪਾਓ। ਕੈਨੇਡਾ ਦੇ ਵਿੱਚ ਵੀ ਹੁਣ ਕਿਹਾ ਜਾ ਰਿਹਾ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਕਿ 2 ਮੀਟਰ ਦੀ ਤੁਸੀਂ ਦੂਰੀ ਨਹੀਂ ਬਣਾ ਸਕਦੇ ਤਾਂ ਮਾਸਕ ਜ਼ਰੂਰ ਪਾ ਕੇ ਜਾਓ। ਜਿਹੜੀਆਂ ਵੀ ਗਾਈਡਲਾਈਨਸ ਦਿੱਤੀਆਂ ਜਾ ਰਹੀਆਂ ਨੇ ਸਾਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਸਾਡੇ ਸਿਹਤ ਅਧਿਕਾਰੀ ਜੋ ਕਹਿ ਰਹੇ ਨੇ ਸਾਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਅਸੀਂ ਅਪਡੇਟਸ ਨੂੰ ਪਹੁੰਚਾਉਂਦੇ ਰਹੀਏ, ਤੁਹਾਨੂੰ ਦੱਸਦੇ ਰਹੀਏ, ਜਾਣਕਾਰੀ ਪਹੁੰਚਾਉਂਦੇ ਰਹੀਏ ਕਿ ਸਰਕਾਰਾਂ ਕੀ ਕੁਝ ਕਰ ਰਹੀਆਂ ਨੇ, ਸਾਡੇ ਲਈ ਕੀ ਕੁਝ ਹੋ ਰਿਹਾ ਹੈਗਾ ਆ। ਸੋ ਬਨੇ ਰਹੋ ਸਾਂਝਾ ਟੀਵੀ ਦੇ ਨਾਲ, ਦੇਖਦੇ ਰਹੋ ਪ੍ਰੋਗਰਾਮ ਸਟ੍ਰੇਟ ਟਾਕ, ਸਿੱਧੀ ਗੱਲਬਾਤ। ਧੰਨਵਾਦ।